ਆਹ ਇੱਕ ਵਾਰ ਫਿਰ ਤੋਂ ਆਈ ਇਹ ਫੋਟੋ ਤੇ ਫੋਟੋ ਦੇ ਨਾਲ ਹੀ ਪ੍ਰਾਈਮ ਫੋਕਸ ਤੇ ਪ੍ਰਾਈਮ ਫੋਕਸ ਕਿੱਥੇ ਦੇਖਦੇ ਹੋ? ਪ੍ਰਾਈਮ ਏਸ਼ੀਆ ਟੀਵੀ ਤੇ ਜਿਹੜਾ ਤੁਹਾਡਾ ਆਪਣਾ ਤੇ ਤੁਹਾਡੇ ਲਈ ਹੈ। ਇਸ ਲਾਈਨ 'ਚ ਵੀ ਬਹੁਤ ਕੁਝ ਹੈ, ਆਪਾਂ ਇਹਦੀ ਵੀ ਅੱਜ ਗੱਲ ਕਰਨੀ ਆ। ਤੇ ਗੱਲਾਂ ਬਾਤਾਂ ਇੱਦਾਂ ਜੀ ਕਿ ਵੀ ਜਦੋਂ ਇਹ ਹਫ਼ਤੇ ਦਾ ਦਿਨ ਆ ਜਾਂਦਾ ਤੇ ਫਿਰ ਅਸੀਂ ਸੋਚਦੇ ਹੁੰਦੇ ਹਾਂ ਵੀ ਵਾਹ ਹਫ਼ਤੇ ਦੇ 7 ਦਿਨਾਂ ਤੋਂ 6 ਦਿਨ ਤਾਂ ਲੀਡਰਾਂ ਦੁਆਲੇ ਹੋਏ ਰਹੀਦਾ, ਇੱਕ ਦਿਨ ਤੇ ਕੋ ਆਪਣੇ ਤੇ ਲਾ ਲਈਏ ਫਿਰ ਹੀ ਤਾਂ ਲੋੜ ਪੈਂਦੀ ਆ। ਤੇ ਗੱਲਾਂ ਬਾਤਾਂ ਕਰਨ ਦੇ ਲਈ ਨਾਲ ਮੇਰੇ ਵੀਰ ਪਰਮਵੀਰ ਬਾਠ ਹੋਣੀ ਹੁੰਦੇ ਆ। ਬਾਠ ਸਾਹਿਬ ਕੀ ਹਾਲ ਨੇ ਫਿਰ? ਬਹੁਤ ਵਧੀਆ ਜੀ, ਚੜ੍ਹਦੀ ਕਲਾ, ਭਰਾਵਾਂ ਦਾ ਸਾਥ ਹੈ। ਦਰਸ਼ਕ ਪਰਿਵਾਰ ਦੇ ਮੈਂਬਰ ਜਿਹੜੇ ਹਮੇਸ਼ਾ ਨਾਲ ਲਾ ਕੇ ਰੱਖਦੇ ਆ ਕਿ ਭਾਈ ਤੁਸੀਂ ਸਾਡੇ ਬੰਦੇ ਹੋ, ਫਿਰ ਚੜ੍ਹਦੀ ਕਲਾ ਰਹਿੰਦੀ ਹੈ। ਤੇ ਆਹ ਜਿਹੜੀ ਗੱਲ ਤੁਸੀਂ ਕੀਤੀ ਨਾ ਕਿ ਹਫ਼ਤੇ ਦਾ ਇੱਕ ਦਿਨ ਅਸੀਂ ਆਪਣੀ ਜਿਹੜੀ ਹੈ ਉਹ ਪੁਨਰ ਵਿਚਾਰ ਪੜਚੋਲ ਕੀ ਕੀਤਾ, ਕਿਤੇ ਆਪਦੇ 'ਚ ਕੋਈ ਕਮੀ ਕੁਮੀ ਤਾਂ ਨਹੀਂ, ਇਹ ਬਹੁਤ ਚੰਗਾ ਕੀਤਾ। ਕਿਉਂਕਿ ਜਦੋਂ ਪੰਚਾਇਤ ਹੋਵੇ ਨਾ, ਸਾਰਾ ਪਿੰਡ ਇਕੱਠਾ ਹੋਇਆ ਹੁੰਦਾ, ਸਰਪੰਚ ਸਾਹਿਬ ਦੀ ਤੇ ਮੈਂਬਰ ਪੰਚਾਇਤ ਦੀ ਥੜੇ ਦੇ ਉੱਤੇ ਕੁਰਸੀ ਹੁੰਦੀ ਆ, ਬਾਕੀ ਪਿੰਡ ਇੱਧਰ ਉੱਧਰ ਮੰਜਿਆਂ ਦੇ ਉੱਤੇ ਬੈਠਾ ਹੁੰਦਾ। ਤੇ ਉਸ ਵੇਲੇ ਫਿਰ ਕਦੇ ਆਪਣੇ ਨਿਆਣੇ ਦਾ ਕਸੂਰ ਨਹੀਂ ਬੰਦੇ ਕੱਢਦੇ। ਉਦੋਂ ਹੁੰਦਾ ਨਾ ਸਾਡਾ ਨਿਆਣਾ ਕਦੇ ਇਦਾਂ ਨਹੀਂ ਕਰ ਸਕਦਾ, ਜਿਹੜਾ ਸਿਰ ਪਾੜਿਆ ਇਹ ਕਿਤੇ ਹੋਰ ਤਰੀਕੇ ਕਿਤੇ ਬੜਾ ਐਵੇਂ ਇਲਜ਼ਾਮ ਲਾਉਂਦੇ ਆ, ਇਹ ਤਾਂ ਪੁਰਾਣੀਆਂ ਦੁਸ਼ਮਣੀਆਂ ਕੱਢਦੇ ਆ, ਸਾਡਾ ਨਿਆਣਾ ਤਾਂ ਇਦਾਂ ਦਾ ਹੈ ਹੀ ਨਹੀਂ, ਇਹਨੇ ਤਾਂ ਕਦੇ ਇਦਾਂ ਦਾ ਕੁਛ ਕੀਤਾ ਹੀ ਨਹੀਂ, ਇਹ ਤਾਂ ਸਗੋਂ ਬਾਕੀਆਂ ਨੂੰ ਸਮਝਾਉਂਦਾ ਹੁੰਦਾ। ਸਾਰੀਆਂ ਪੰਚਾਇਤਾਂ ਅੱਜ ਹੋਈ, ਕੱਲ੍ਹ ਹੋਈ, ਪਰਸੋਂ ਹੋਈ, ਤੇ ਜਦੋਂ ਸਾਰਾ ਕੰਮ ਨਿਬੜ ਜਾਂਦਾ ਨਾ ਤਾਂ ਸੰਧਾਲੀਆ ਸਾਹਿਬ ਜਦੋਂ ਫਿਰ ਸਾਰਾ ਟੱਬਰ ਬੈਠਾ ਹੁੰਦਾ, ਰਜਾਈਆਂ ਘੁੱਟ ਕੇ ਐਨ ਇੱਧਰ ਰਜਾਈਆਂ ਘੁੱਟੀਆਂ ਹੁੰਦੀਆਂ, ਦੁੱਧ ਦਾ ਗਲਾਸ ਇੱਦਾਂ ਕੋਲੇ ਫੜਿਆ ਹੁੰਦਾ, ਫੂਕਾਂ ਮਾਰ ਕੇ ਪੀਂਦੇ ਹੁੰਦੇ ਆ। ਕਿਸੇ ਨੇ ਖੰਡ ਪਾ ਲਈ, ਕਿਸੇ ਨੇ ਫਿੱਕਾ, ਕਿਸੇ ਨੇ ਗੁੜ ਦੀ ਰੋੜੀ ਦੇ ਨਾਲ ਪੀਣਾ ਹੁੰਦਾ। ਉਦੋਂ ਫਿਰ ਕਹਿੰਦੇ ਹੁੰਦੇ ਆ ਨਾ, ਤੂੰ ਹੁਣ ਆ ਬਲੱਛਣੇ ਜਾਂ ਕੰਮ ਛੱਡਣੇ ਕਿ ਨਹੀਂ ਛੱਡਣੇ? ਤੇਰਾ ਉਦੋਂ ਵੀ ਉਲਾਮਾ ਆਇਆ ਸੀ, ਮਾਮਿਆਂ ਦੇ ਗਿਆ, ਤੇਰਾ ਉਦੋਂ ਉਲਾਮਾ ਆ ਗਿਆ। ਹੁਣ ਤੈਨੂੰ ਇੱਕ ਗੱਲ ਦੱਸ ਦਿੱਤੀ ਆ, ਜੇ ਐਤਕੀ ਤੂੰ ਬੰਦਾ ਨਾ ਬਣਿਆ, ਜੇ ਗਾਹਾਂ ਨੂੰ ਉਲਾਮਾ ਆ ਗਿਆ, ਦੇਖੀ ਤੂੰ ਮਿੰਨਤਾਂ ਸਾਡੀਆਂ ਕਰਾਉਣ ਦਾ ਠੇਕਾ ਲਿਆ, ਹੁਣ ਅਸੀਂ ਤੇਰੇ ਲਈ ਕਿੱਥੇ ਕਿਤੇ ਫਾਹੇ ਲੈਂਦੇ ਫਿਰੀਏ। ਉਹ ਜਿਹੜਾ ਕੰਮ ਆ ਨਾ ਉਹ ਅਸਲ ਤੁਸੀਂ ਤਾਂ ਐਵੇਂ ਰਜਾਈ ਦੇ ਵਿੱਚ ਬਿਠਾ ਲਿਆ। ਉਸ ਤੋਂ ਪਹਿਲਾਂ ਵੀ ਗੱਲ ਹੁੰਦੀ ਆ, ਆਉਂਦਿਆਂ ਸਾਰੇ ਵਿਹੜੇ 'ਚ ਬਾਹਰ ਲਾਰ ਲੱਜਿਆ ਲਾ ਕੇ ਨਾ, ਤੇ 2 ਛੱਤਰ ਜਿਹੜੇ ਪੈਰੀਂ ਪਾਏ ਉਹ ਬਾਪੂ ਨੇ ਘਮਾਉਂਦੇ ਹੀ ਸੁੱਟਦੇ ਨੇ ਉੱਤੇ, ਤੇ ਉਧਰੋਂ ਫਟਾਫਟ ਚੁੱਲ੍ਹੇ ਵੱਲੋਂ ਫਿਰ ਮਾਂ ਨੇ ਭੱਜ ਕੇ ਆਉਣਾ, ਹਾਏ ਕੀ ਹੋ ਗਿਆ ਹੁਣੇ, ਤੇ ਨਾਲੇ ਸਾਰਾ ਕੁਛ ਨਿਬੇੜ ਕੇ ਆਏ ਜੇ। ਕਹਿੰਦਾ ਉੱਥੇ ਹੁਣ ਮੈਂ ਪਰੇ 'ਚ ਥੋੜ੍ਹਾ ਕਹਿਣਾ ਹੈ ਵੀ ਇਹ ਮੇਰੇ ਜੂਠ 'ਚ ਨੁਕਸ ਆ, ਹੁਣ ਮੈਂ ਘਰੇ ਆ ਕੇ ਤੇ ਲਾਹਨਤੀ ਦੇ 2 ਛੱਡੂਗਾ ਨਾ, ਇਹਨੂੰ ਮੈਂ ਬਣਾਉਣਾ ਬੰਦੇ ਦਾ ਪੁੱਤ। ਫਿਰ ਅੰਦਰ ਸਬਾਤ 'ਚ ਖੜ ਕੇ ਤੇ ਆਖਣਾ ਵੀ ਗੁਆਂਢੀ ਵੀ ਨਾ ਸੁਣ ਲੈਣ, ਉੱਥੇ ਜਾ ਕੇ ਆਪਾਂ ਗੱਲ ਕਰ ਲੈਂਦੇ ਹਾਂ। ਸੋ ਮੇਰੇ ਖਿਆਲ ਨਾਲ ਉਹ ਵੀ ਜ਼ਰੂਰੀ ਹੁੰਦਾ ਵੀ ਘੱਟੋ ਘੱਟ ਜੇ ਮੁੰਡੇ ਨੂੰ ਪਤਾ ਲੱਗਿਆ ਵੀ ਬਾਪੂ ਨੇ ਉੱਥੇ ਕਿ ਜੇ ਬਚਾ ਰੱਖ ਲਿਆ ਮੇਰਾ, ਪਰ ਜਿਹੜੀ ਚੀਜ਼ ਦਾ ਬਾਪੂ ਨੂੰ ਗੁੱਸਾ ਉਹ ਵੀ ਤੇ ਕਰੂਗਾ ਅਗਲਾ। ਨਹੀਂ, ਬਹੁਤ ਜ਼ਰੂਰੀ ਆ। ਜਦੋਂ ਫਿਰ ਮੂਹਰੇ ਨਿਆਣੇ ਨੇ ਕਹਿਣਾ ਨਾ, ਉਹ ਮੇਰੇ ਵੱਲ ਨੂੰ ਦੇਖ ਕੇ ਐਂ ਕਰਦਾ ਸੀ, ਉਹ ਮੈਂ ਉਧਰ, ਉਹ ਕਹਿੰਦੇ ਜਦ ਤੈਨੂੰ ਕਿਹਾ ਤੂੰ ਉਸ ਗਲੀ ਜਾਣਾ ਹੀ ਨਹੀਂ, ਸਕੂਲ ਤੇਰਾ ਪਰਲੇ ਪਾਸੇ ਨੂੰ, ਕਾਲਜ ਤੇਰਾ ਪਰਲੇ ਪਾਸੇ ਨੂੰ, ਘਰ ਤੋਂ ਸੜਕ ਉਧਰਲੇ ਪਾਸੇ ਨੂੰ ਜਾਂਦੀ, ਤੂੰ ਤੀਜੇ ਪਾਸੇ ਗਿਆ ਕੀ ਕਰਨ ਨੂੰ ਸੀ? ਤੂੰ ਪਹਿਲਾਂ ਇਸ ਗੱਲ ਦਾ ਜਵਾਬ ਦੇ। ਉਹਨੇ ਤੈਨੂੰ ਦੇਖ ਕੇ ਮੁੱਛਾਂ ਮਰੋੜੀਆਂ, ਤੈਨੂੰ ਦੇਖ ਕੇ ਉਹਨੇ ਕੁਛ ਕਿਹਾ, ਤੈਨੂੰ ਦੇਖ ਕੇ ਉਹਨੇ ਖੰਗੂਰਾ ਮਾਰਿਆ, ਉਹ ਬਾਅਦ ਦੀਆਂ ਗੱਲਾਂ। ਤੂੰ ਇੱਕੋ ਹੀ ਗੱਲ ਦੱਸ, ਤੇਰੇ ਸਾਈਕਲ ਦਾ ਹੈਂਡਲ ਉਧਰਲੇ ਪਾਸੇ ਨੂੰ ਮੁੜਿਆ ਕਿਉਂ ਨਹੀਂ? ਮੈਂ ਤੈਨੂੰ ਪਰਸੋਂ ਕਿਹਾ ਸੀ ਕਿ ਨਹੀਂ ਕਿਹਾ ਸੀ? ਉਧਰੋਂ ਬਾਪੂ ਐ ਲਾਲ ਪੀਲਾ ਹੋਇਆ ਹੁੰਦਾ, ਉਹਨੇ ਮਗਰ ਦਾਦੀ ਦੇ ਹੋਲ ਕੋਲ ਹੋਈ ਜਾਣਾ, ਉਹਨੂੰ ਕਹਿਣਾ ਪੁੱਤ ਕੋਈ ਗੱਲ ਨਹੀਂ, ਤੂੰ ਵੀ ਇਦਾਂ ਹੀ ਕਰਦਾ ਹੁੰਦਾ ਸੀ, ਹੁਣ ਇਹਨੂੰ ਕੀ ਕਹੀਏ, ਤੂੰ ਕਿਹੜਾ ਉਦੋਂ ਸੁਣਦਾ ਸੀ? 20 ਗੱਲਾਂ ਹੁੰਦੀਆਂ, ਪਰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਜ਼ਰੂਰੀ ਹੁੰਦਾ। ਜੇ ਉਹ ਸੋਟਾ ਨਾ ਫੇਰੀਏ ਤਾਂ ਸੋਮਵਾਰ ਨੂੰ ਦੁਪਹਿਰ ਤੱਕ ਅਲਾਮਾ ਫੇ ਆਇਆ ਲਓ। ਹਾਂ, ਨਹੀਂ ਇਹ ਜ਼ਰੂਰੀ ਹੈ ਜੀ। ਇਸ ਕਰਕੇ ਅਸੀਂ ਆ ਸ਼ੁਰੂ 'ਚ ਹੱਥ ਬੰਨ੍ਹ ਕੇ ਬੇਨਤੀ ਨਾਲ ਹੀ ਕਰ ਦਿੰਦੇ ਹਾਂ ਵੀ ਜੇ ਤੁਹਾਨੂੰ ਕੋਈ ਗੱਲ ਸਾਡੀ ਕੌੜੀ ਕਸੈਲੀ ਲੱਗੇ ਤਾਂ ਉਹਦੇ ਲਈ ਮਾफ़ ਕਰ ਦਿਓ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰਾਈਮ ਏਸ਼ੀਆ ਟੀਵੀ ਦੀ, ਤੁਹਾਡਾ ਆਪਣਾ ਤੇ ਤੁਹਾਡੇ ਲਈ ਹੈ। ਸੋ ਜਦੋਂ ਆਪਾਂ ਆਪਣਿਆਂ ਦੀ ਗੱਲ ਕਰਨੀ ਆ, ਆਪਣੀ ਗੱਲ ਕਰਨੀ ਆ, ਤੇ ਫਿਰ ਆਪਾਂ ਨੂੰ ਆਪਣੀਆਂ ਕਮੀਆਂ ਕਮਜ਼ੋਰੀਆਂ ਵੀ ਪੜਚੋਲਣੀਆਂ ਪੈਣੀਆਂ ਨੇ। ਆਪਾਂ ਨੂੰ ਉਹਨਾਂ 'ਤੇ ਵੀ ਧਿਆਨ ਦੇਣਾ ਪੈਣਾ ਕਿ ਇਹ ਨਹੀਂ ਕਿ ਸਾਰਾ ਲਾਂਭਾ ਆਪਾਂ ਬਾਹਰਲਿਆਂ ਨੂੰ ਦੇਈ ਜਾਈਏ ਕਿ ਫਲਾਨਿਆਂ ਦਾ ਜਿਹੜਾ ਝੋਟਾ ਸੀਗਾ ਉਹ ਮੱਛਰ ਕੇ ਤੇ ਢੁੱਡ ਮਾਰ ਕੇ ਤੇ ਉੱਧਰੋਂ ਭਾਈ ਸਾਹਿਬ ਉਹ ਗਾਰੇ ਵਾਲੀ ਕੰਧ ਵਿੰਗੀ ਕਰ ਗਿਆ। ਪਤਾ ਇਹ ਵੀ ਕਰ ਲਈਏ ਵੀ ਗਾਰੇ ਵਾਲੀ ਕੰਧ ਕਦੋਂ ਦੀ ਟੇਢੀ ਸੀ ਜਿਹੜੀ ਆਪਾਂ ਅਜੇ ਤੱਕ ਸਿੱਧੀ ਕੀਤੀ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਵਿਚਾਰਨ ਦੀ ਲੋੜ ਹੈ, ਅਤੇ ਅੱਜ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਗੱਲਾਂ ਵਿਚਾਰ ਲਈਏ। ਪਾਠ ਸਾਹਿਬ, ਉਹਨਾਂ ਗੱਲਾਂ ਵੱਲ ਜਾਣ ਤੋਂ ਪਹਿਲਾਂ ਯਾਰ ਮੈਂ ਸੋਚਦਾ ਸੀ ਇੱਕ ਕਾਰੋਬਾਰ ਮੇਰੇ ਦਿਮਾਗ 'ਚ ਆਉਂਦਾ, ਕੋਈ ਹੈ ਤੁਹਾਡੇ ਕੈਨੇਡਾ 'ਚ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ, ਤੇ ਮੈਂ ਕੁਛ ਕਰ ਲਈਏ? ਨਹੀਂ, ਕਿਹੜਾ ਕਾਰੋਬਾਰ ਮਹਾਰਾਜ ਤੁਸੀਂ? ਕਿਉਂਕਿ ਸਾਡਾ ਇੱਥੇ ਮਸਲਾ ਇਹ ਹੁੰਦਾ, ਮੇਰੇ ਵਰਗਾ ਕੋਈ ਬੰਦਾ ਇੱਥੇ ਆ ਜਾਵੇ, ਵੀ ਕਿਤੇ ਫਾਰਮ ਦੇ ਵਿੱਚ ਕੰਮ ਮਿਲ ਜਾਵੇ, ਕਿਤੇ ਸਟੋਰ 'ਤੇ ਕੰਮ ਮਿਲ ਜਾਵੇ, ਚੀਜ਼ ਪਿੱਛੋਂ ਫੜਾ ਦਿਆ ਕਰਾਂਗੇ। ਤੁਹਾਡਾ ਕਾਰੋਬਾਰ ਜਿਹੜਾ ਮਸਲਾ ਆਉਂਦਾ ਕਿ ਸਟੋਰ ਖਰੀਦ ਲਈਏ, ਕਿਤੇ ਕੋਈ ਟੱਕ ਜਿਹੜਾ ਸੌਕ ਖੇਤ ਦਾ ਵਿਕਦਾ, ਉਹਦਾ ਹੁਣ ਮੈਚ ਨਹੀਂ ਨਾ ਕਰਦੀਆਂ ਚੀਜ਼ਾਂ। ਤੁਸੀਂ ਦੱਸੋ ਕਾਰੋਬਾਰ ਕਿਹੜਾ? ਮੈਂ ਕਰਨਾ ਨਹੀਂ ਆਉਣਾ, ਇਹੋ ਤੇ ਗੱਲ ਹੈ। ਜਦੋਂ ਮੈਂ ਗੱਲ ਛੇੜਨੀ ਆ, ਜਦੋਂ ਪਹਿਲਾਂ ਹੀ ਹੋਰ ਪਾਸੇ ਨੰਨਾ ਧਰ ਦੇਣਾ, ਤੇ ਫਿਰ ਮੈਂ ਹੁਣ ਕਾਹਦੀ ਗੱਲ ਛੇੜਨੀ? ਉਹ ਮੈਂ ਤੇ ਕੋਈ ਨਿੱਕੇ ਮੋਟੇ ਕਾਰੋਬਾਰ ਦਾ ਸੋਚਦਾ ਵੀ ਹੋਰ ਕੁਛ ਨਹੀਂ ਯਾਰ, ਗਾਵਾਂ ਹੀ ਪਾ ਲਈਏ, ਕਿਤੇ ਗੋਰਿਆਂ ਨੂੰ ਵੀ ਕਹੀਏ ਵੀ ਆਓ ਫਿਰ ਸ਼ੁੱਧ ਦੁੱਧ ਤੁਹਾਨੂੰ ਪੰਜਾਬ ਦਾ ਅਸੀਂ ਦਿਆ ਕਰਾਂਗੇ।
ਕੋਈ ਇੱਧਰੋਂ ਕੋਈ ਸਾਹੀਵਾਲ ਲੈ ਚੱਲੀਏ, ਕੋਈ ਰਾਠੀ ਗਾਂ ਲੈ ਚੱਲੀਏ, ਉਹਦਾ ਦੁੱਧ, ਕੋਈ ਦੇਸੀ ਗਾਂ ਦਾ ਦੁੱਧ। ਪਰ ਤੁਸੀਂ ਹੁਣ ਗੱਲ ਹੀ ਗੋਲ ਕਰਦੇ, ਹੁਣ ਮੈਂ ਦੱਸੋ ਕਾਹਦੀ ਗੱਲ ਛੇੜਾਂ। ਉਹ ਨਹੀਂ ਤੁਹਾਨੂੰ ਛੇੜਨਾ ਚਾਹੀਦਾ। ਮੈਨੂੰ ਤਾਂ ਐਂ ਲੱਗਾ ਜਦੋਂ ਤੁਸੀਂ ਕਿਹਾ ਕਿ ਤੂੰ ਫੇਰ ਛੋਟੀ ਗੱਲ ਕਰਤੀ, 1000 ਏਕੜ ਦੀ ਗੱਲ ਕਰ ਕੋਈ ਮਾੜੀ ਮੋਟੀ। ਦੇਖੋ ਇੱਥੇ ਮੈਨੂੰ ਲੱਗਦਾ ਕਿ ਧੰਦਾ ਤੁਹਾਡਾ ਚੌਪਟ ਹੋ ਜਾਣਾ। ਨਾ ਤੁਹਾਡੀ ਇੱਥੇ ਸੁਮੋ ਚੱਲਣੀ ਹੈ, ਨਾ ਤੁਹਾਡੀ ਇੱਥੇ ਮਿੰਨੀ ਬੱਸ ਚੱਲਣੀ ਹੈ, ਨਾ ਤੁਹਾਡਾ ਇੱਥੇ ਸੀਨੀਅਰ ਮੀਤ ਪ੍ਰਧਾਨ ਚੱਲਣਾ ਹੈ, ਨਾ ਤੁਹਾਡਾ ਆਹ ਗਾਵਾਂ ਮੱਝਾਂ ਦੇ ਦੁੱਧ ਵਾਲਾ ਕੰਮ ਚੱਲਣਾ। ਕਿਉਂਕਿ ਲੋਕ ਸਟੋਰ 'ਚ ਜਾਂਦੇ ਆ, ਉੱਥੇ ਪਤਾ ਨਹੀਂ ਇੱਕ ਪੀਲੇ ਜਾਂ ਢੱਕਣ ਵਾਲੀ, ਇੱਕ ਨੀਲੇ ਜਾਂ ਢੱਕਣ ਵਾਲਾ ਦੁੱਧ ਪਿਆ ਹੁੰਦਾ, ਇਹ ਫੈਟ ਫਰੀ ਹੈ, ਇਹ ਫਲਾਨਾ। ਆਪਾਂ ਨੂੰ ਤਾਂ ਉਹੀ ਪਤਾ ਨਾ ਕਿ ਚਾਹ ਬਣਾਈ ਪੁੱਤ, ਦਾਦੀ ਨੇ ਜਦੋਂ ਕਹਿਣਾ ਕਿ ਭਾਈ ਸੋਹਣੀ ਜੀ ਬਣਾਈ, ਜਰਾ ਦੁੱਧ ਜ਼ਿਆਦਾ ਪਾਈ, ਉੱਪਰੋਂ ਹੌਲੀ ਦੇਣੀ ਕਹਿ ਦੇਣਾ ਆ ਮਲਾਈ ਮਲੂਈ ਤਾਂ ਪਰੇ ਕਰ ਦਿੰਦੀ ਆ, ਪਾਣੀ ਜਿਹਾ ਪਾ ਦਿੰਦੀ ਆ, ਦੁੱਧ ਜਮਾ ਸਵਾਦ ਨਹੀਂ ਲੱਗਦੀ। ਜਦੋਂ ਆਪ ਬਣਾਉਣੀ ਹੁੰਦੀ ਆ ਮਲਾਈ ਸਾਰੀ ਪਾਉਂਦੀ ਆ। ਨਿਗਾਹ ਮੇਰੀ ਘੱਟ ਆ, ਪਰ ਮੈਨੂੰ ਦੁੱਧ ਡਿੱਗਦੇ ਤੋਂ ਪਤਾ ਲੱਗ ਜਾਂਦਾ ਮਲਾਈ ਤੋਂ ਬਿਨਾਂ ਵਾਲਾ ਡਿੱਗਿਆ ਚਾਹ ਦੇ ਵਿੱਚ ਕਿ ਦੂਜਾ ਡਿੱਗਿਆ। ਮਤਲਬ ਇਹ ਵੀ ਤੁਹਾਡੇ ਕੈਨੇਡਾ ਦੇ ਵਿੱਚ ਬੋਤਲ ਦੇ ਢੱਕਣ ਤੋਂ ਪਤਾ ਲੱਗਦਾ ਵੀ ਕਿਹੜਾ ਦੁੱਧ ਕਿਵੇਂ ਆ, ਤੇ ਸਾਡੇ ਪੰਜਾਬ 'ਚ ਇੱਥੋਂ ਪਤਾ ਲੱਗਦਾ ਵੀ ਕਾੜਨੀ 'ਚੋਂ ਪਾਇਆ, ਜੱਗ 'ਚੋਂ ਪਾਇਆ, ਪਤੀਲੇ 'ਚੋਂ ਪਾਇਆ, ਜਾਂ ਫਿਰ ਆ ਜਿਹੜਾ ਮੈਂ ਸਟੀਲ ਦੇ ਗਲਾਸ ਵਾਲਾ ਰਾਤ ਦਾ ਵਧਿਆ ਚੁੱਲ੍ਹੇ 'ਤੇ ਰੱਖਤਾ ਸੀ, ਇਹੋ ਹੀ ਪਾ ਦਿੱਤਾ ਹੀ ਕਿਤੇ, ਹੈ ਨਾ। ਸੋ ਫਰਕ ਹੈਗਾ। ਪਰ ਚਲੋ ਮੈਂ ਤਾਂ ਇਹ ਗੱਲ ਕਰਦਾ ਸੀ, ਮੈਂ ਕਿਹਾ ਵੀ ਦੇਖੋ ਜੇ ਕਾਰੋਬਾਰਾਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਇਹ ਲੱਗਦਾ ਹੈ ਕਿ ਵੀ ਪੰਜਾਬੀ ਦੁਨੀਆ ਦੇ ਕਿਹੜੇ ਮੁਲਕ ਦੇ ਵਿੱਚ ਹੈ ਨਹੀਂ, ਅਤੇ ਕਿਹੜੀ ਐਸੀ ਜਗ੍ਹਾ ਜਿੱਥੇ ਪੰਜਾਬੀਆਂ ਨੇ ਜਾ ਕੇ ਆਪਣੇ ਝੰਡੇ ਨਹੀਂ ਗੱਡੇ। ਹੁਣ ਹਰ ਥਾਂ 'ਤੇ ਜਾ ਕੇ ਆਪਾਂ, ਚਾਹੇ ਉਹ ਰਾਜਨੀਤੀ ਹੋਵੇ ਉੱਥੇ ਝੰਡੇ ਗੱਡਤੇ, ਚਾਹੇ ਉਹ ਕਾਰੋਬਾਰਾਂ ਦੀ ਗੱਲ ਹੋਵੇ, ਆਪਾਂ ਅਮੀਰੀਆਂ ਦੇ ਵਿੱਚ ਹੋਵੇ ਝੰਡੇ ਗੱਡਤੇ, ਚਾਹੇ ਆਪਾਂ ਲੋਕਾਂ ਦੇ ਭਲਾ ਕਰਨ ਵਾਲੇ ਪਾਸੇ ਕਿਉਂ ਨਾ ਹੋਵੇ। ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਪੰਜਾਬੀਆਂ ਦੀਆਂ ਦੁਨੀਆ ਭਰ 'ਚ ਮਸ਼ਹੂਰ ਨੇ ਇਸ ਚੀਜ਼ ਦੇ ਲਈ ਕਿ ਵੀ ਜਿੱਥੇ ਕਿਸੇ ਨੂੰ ਲੋੜ ਹੈ ਉੱਥੇ ਉਹ ਖੜ੍ਹਦੇ ਨੇ ਜਾ ਕੇ ਅਤੇ ਬਾਂਹ ਫੜਦੇ ਨੇ। ਹੁਣ ਜੇ ਆਪਾਂ ਇਹਨਾਂ ਚੀਜ਼ਾਂ ਲਈ ਮਸ਼ਹੂਰ ਹੈ, ਪੂਰੀ ਦੁਨੀਆ ਦੇ ਲੋਕ ਆਪਾਂ ਨੂੰ ਗੋਰੇ ਗੋਰੀਆਂ ਜਾਣਦੇ ਆ, ਅਤੇ ਫਿਰ ਪੰਜਾਬ ਵਾਲੇ ਪਾਸੇ ਆ ਕੇ ਆਪਾਂ ਕਾਹਦੇ ਲਈ ਮਿੰਨਤਾਂ ਤਰਲਾਈਆਂ 'ਤੇ ਆ ਜਾਂਦੇ ਵੀ ਯਾਰ ਨਹੀਂ ਯਾਰ ਇਹ ਸਾਡੇ ਨਾਲ ਐਂ ਕਰੀ ਜਾਂਦੇ, ਯਾਰ ਸਾਡੇ ਨਾਲ ਓਂ ਕਰੀ ਜਾਂਦੇ। ਇੰਨਾ ਵੱਡਾ ਪਾੜਾ ਕਿਉਂ ਆ ਵੀ ਜਿਹੜਾ ਬੰਦਾ ਬਾਹਰ ਹਿੱਟ ਹੋਵੇ ਅਤੇ ਆਪਣੇ ਘਰ 'ਚ ਆ ਕੇ ਮਿੰਨਤਾਂ 'ਤੇ ਆ ਜੇ। ਇਹ ਸੰਧਾਲੀਆ ਸਾਹਿਬ ਬਹੁਤ ਵਿਚਾਰਨ ਵਾਲੀ ਗੱਲ ਹੈ। ਦੇਖੋ ਪੰਜਾਬੀ ਜੁਝਾਰੂ ਰਹੇ ਆ ਸ਼ੁਰੂ ਤੋਂ, ਵੈਰੀ ਦਾ ਮੁਕਾਬਲਾ ਕਰਨ ਵਾਲੇ ਰਹੇ ਆ, ਜੰਗਜੂ ਰਹੇ ਆ। ਹੁਣ ਨਿੱਤ ਮੁਹਿੰਮਾਂ ਵਾਲੀ ਗੱਲ ਕੀਤੀ ਜਾਂਦੀ ਹੈ। ਅੱਜ ਵੀ ਇਹ ਕਹਿ ਦਿੱਤਾ ਜਾਂਦਾ ਕਿ ਭਾਈ ਪੰਜਾਬੀਆਂ ਦੇ ਵਿੱਚ ਉਹ ਖਾਸੀਅਤ ਹੈ ਅਤੇ ਸਾਡੇ 'ਚ ਰਹਿਣੀ ਵੀ ਹੈ। ਪਰ ਇਹ ਸੱਚੀ ਵਿਚਾਰਨਾ ਪਊਗਾ। ਅਸੀਂ ਇਕੱਲੇ ਬਹਾਦਰ ਹੀ ਨਹੀਂ ਸੀ, ਅਸੀਂ ਤਾਂ ਜੁਗਤੀ ਬੰਦੇ ਵੀ ਸੀਗੇ, ਬੜੇ ਜੁਗਤੀ ਸੀ ਅਸੀਂ। ਪਰ ਸਾਡਾ ਉਹ ਪਾਸਾ ਜਾਣ ਬੁੱਝ ਕੇ ਥੱਲੇ ਲਾਇਆ ਜਾ ਰਿਹਾ ਅਤੇ ਸਾਨੂੰ ਇਕੱਲੇ ਹੀ ਬਹਾਦਰ ਦੱਸਿਆ ਜਾ ਰਿਹਾ ਕਿ ਇਹ ਬਹਾਦਰ ਆ, ਇਹ ਵੈਰੀ ਨਾਲ ਜਾ ਕੇ ਭਿੜ ਜਾਂਦੇ ਆ। ਹੁਣ ਤੁਸੀਂ ਇਹ ਦੇਖੋ ਕਿ ਵੈਰੀ ਨਾਲ ਅਸੀਂ ਇਕੱਲੇ ਭਿੜਦੇ ਹੀ ਨਹੀਂ ਸੀ, ਅਸੀਂ ਜੁਗਤ ਨਾਲ ਭਿੜਦੇ ਸੀ ਅੱਜ ਤੱਕ। ਜਦੋਂ ਅਬਦਾਲੀ ਦੀ ਗੱਲ ਚੱਲਦੀ ਹੈ, ਜਾਣੀ ਅੱਜ ਸਮਾਂ ਇਹ ਮੰਗ ਕਰਦਾ ਕਿ ਪੰਜਾਬੀ ਜੁਗਤ ਨਾਲ ਭਿੜਨ। ਅਸੀਂ ਜ਼ੋਰ ਨਾਲ ਤਾਂ ਭਿੜਨਾ ਹੀ ਹੈ, ਹੌਸਲਾ, ਹਿੰਮਤ, ਬਹਾਦਰੀ, ਸਾਹਸ, ਉਹ ਤਾਂ ਸਾਰਾ ਕੁਝ ਸਾਡੇ ਪੱਲੇ ਹੈਗਾ ਹੀ ਹੈ। ਪਰ ਅਸੀਂ ਤਾਂ ਪਹਿਲੇ ਸਮੇਂ ਤੋਂ ਜੁਗਤ ਨਾਲ ਭਿੜਦੇ ਸੀ। ਹੁਣ ਤੁਸੀਂ ਦੇਖੋ, ਪਤਾ ਸੀ ਕਿ ਅਬਦਾਲੀ ਦੇ ਕੋਲੇ ਸੈਨਾ ਬਹੁਤ ਹੈ, ਧਾੜ ਵੀ ਆਉਂਦੇ ਆ, ਸੈਨਾ ਬਹੁਤ ਹੈ। ਅਸੀਂ ਜੇ ਸਿੱਧਾ ਮੁਕਾਬਲਾ ਕਰਦੇ ਕੀ ਹੋਣਾ ਸੀ? 5 ਮਿੰਟ ਮੁਕਾਬਲਾ ਕਰਦੇ, 5 ਘੰਟੇ ਕਰਦੇ, 5 ਦਿਨ ਕਰਦੇ, ਆਖਰਕਾਰ ਗਿਣਤੀ ਘੱਟ ਸੀ, ਮੁੱਕ ਜਾਣਾ ਸੀ ਕੰਮ। ਕੀਤਾ ਕੀ ਜਾਂਦਾ ਸੀ ਕਿ ਭਾਈ ਕੋਈ ਗੱਲ ਨਹੀਂ, ਅੱਧੀ ਕੁ ਰਾਤ ਨੂੰ ਹਮਲਾ ਕਰੋ ਅਤੇ ਜੁਗਤ ਨਾਲ ਉੱਥੇ ਕੁ ਹਮਲਾ ਕਰੋ ਜਿੱਥੋਂ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚੋਂ ਧੀਆਂ ਧਿਆਣੀਆਂ ਅਗਲੇ ਉੱਥੋਂ ਲਿਆਏ ਆ ਧੱਕੇ ਨਾਲ, ਅਤੇ ਉਹਨਾਂ ਨੂੰ ਛਡਾ ਲਓ। ਸਾਰੀ ਫੌਜ ਨਹੀਂ ਸੀ ਖਤਮ ਕਰ ਸਕਦੇ, ਜਾਣੀ ਉੱਥੇ ਇੱਕ ਵਾਰ ਕੀਤਾ ਜਾਂਦਾ ਸੀ ਜਿੱਥੇ ਬਹੁਤ ਜ਼ਰੂਰੀ ਸੀ। ਹਿੰਮਤ ਵੀ ਸੀ, ਹੌਸਲਾ ਵੀ ਸੀ, ਦ੍ਰਿੜਤਾ ਵੀ ਸੀ, ਬਹਾਦਰੀ ਵੀ ਸੀ, ਜਿਸਮਾਨੀ ਜ਼ੋਰ ਵੀ ਸੀ, ਅਤੇ ਨਾਲ ਦੀ ਨਾਲ ਜੁਗਤ ਸੀ। ਤਾਂ ਜੇ ਕਹਿੰਦੇ ਕਿ ਭਾਈ ਜਿੰਨੇ ਕੁ ਵੀ ਹੈਗੇ ਆ ਮੋਹਰਿਓਂ ਜਾ ਕੇ ਪੈ ਜਾਣਾ, ਨਾ ਤਾਂ ਉਹ ਕੁੜੀਆਂ ਛਡਾਈਆਂ ਜਾ ਸਕਣੀਆਂ ਸੀ, ਨਾ ਆਪਣਾ ਬਚਾਇਆ ਜਾ ਸਕਣਾ ਸੀ, ਉਹਨੇ ਫੇਰ ਗਾਂ ਨੂੰ ਤੁਰ ਪੈਣਾ ਸੀ। ਉਹ ਪਹਿਲੇ ਦਿਨ ਤੋਂ ਸਾਡੇ ਕੋਲੇ ਜੁਗਤ ਆ। ਹੁਣ ਸਾਨੂੰ ਕਿਉਂ ਕਿਹਾ ਜਾ ਰਿਹਾ ਕਿ ਭਾਈ ਇਹ ਇਕੱਲੇ ਜ਼ੋਰ ਵਾਲੀ ਆ? ਜੁਗਤ ਸਾਡੇ ਕੋਲੇ ਪੰਜਾਬ 'ਚ ਵੀ ਸੀ। ਜਿਨ੍ਹਾਂ ਲੋਕਾਂ ਨੇ ਮੱਕੀ ਬੀਜੀ ਹੈ, ਸੰਧਾਲੀਆ ਸਾਹਿਬ ਤੁਸੀਂ ਤਾਂ ਬਹੁਤ ਚੰਗੇ ਤਰੀਕੇ ਦੇਖੀ ਆ। ਅਸੀਂ ਪੰਜਾਬੀ 24 ਘੰਟੇ ਉੱਥੇ ਖੜ ਕੇ ਹੁਰਰ ਹੁਰਰ ਇੱਦਾਂ ਥੋੜ੍ਹੀ ਕਰਦੇ ਸੀ। ਅਸੀਂ ਡਰ ਨਾਲ ਗੱਡਦੇ ਸੀ। ਉੱਥੇ ਇੱਕ ਡੰਡਾ ਐ, ਇੱਕ ਨਾਲ ਡੰਡਾ ਐ ਬੰਨ੍ਹ ਕੇ ਉੱਪਰ ਕੱਪੜਾ ਪਾ ਦੇਣਾ ਕਿ ਭਾਈ ਉਹਨਾਂ ਨੂੰ ਲੱਗੇ ਕਿ ਇੱਥੇ ਬੰਦਾ ਖੜਾ ਹੈ। ਉਹ ਸਾਡੀ ਜੁਗਤ ਸੀ। ਜਾਂ ਡੰਡੇ ਦੇ ਉੱਤੇ ਅਸੀਂ ਇੱਕ ਮਿੱਟੀ ਦਾ ਉੱਥੇ ਰੱਖ ਕੇ ਢੱਕਣ ਜਿਹਾ ਅਤੇ ਉਹਦੇ ਉੱਤੇ ਅੱਖਾਂ ਜਿਹੀਆਂ ਬਣਾ ਦੇਣੀਆਂ, ਬੰਦਾ ਜਿਹਾ ਬਣਾ ਦੇਣਾ ਕਿ ਪੰਛੀ ਨੂੰ ਲੱਗੇ ਕਿ ਕਿਸਾਨ ਆਪ ਹੀ ਖੜਾ ਹੈ। ਅਸੀਂ ਤਾਂ ਸ਼ੁਰੂ ਤੋਂ ਜੁਗਤੀ ਹਾਂ। ਪਰ ਹੁਣ ਸਾਨੂੰ ਇੱਦਾਂ ਪੇਸ਼ ਕਿਉਂ ਕੀਤਾ ਜਾ ਰਿਹਾ ਅਤੇ ਅਸੀਂ ਇੱਦਾਂ ਕਰਨ ਕਿਉਂ ਲੱਗ ਪਏ ਕਿ ਭਾਈ ਸਾਡੇ 'ਚ ਹਿੰਮਤ, ਹੌਸਲਾ, ਦ੍ਰਿੜਤਾ ਹੈਗੀ, ਪਰ ਜੁਗਤ ਸਾਡੀ ਪਿੱਛੇ ਨੂੰ ਕਿਉਂ ਜਾਂਦੀ ਹੈ? ਅਤੇ ਜੁਗਤ ਤੋਂ ਬਿਨਾਂ ਕੰਮ ਨਹੀਂ ਜੇ ਚੱਲਣਾ। ਇਹ ਜੁਗਤ ਹੈਗੀ ਆ, ਭੱਟ ਸਾਹਿਬ ਹੈਗੀ ਆ, ਜੁਗਾੜ ਵੀ ਹੈਗਾ। ਪੰਜਾਬੀ ਹਰੇਕ ਚੀਜ਼ ਦਾ ਹੱਲ ਕੱਢਣਾ ਵੀ ਜਾਣਦੇ ਆ। ਪਰ ਮੁਸ਼ਕਿਲ ਇਹ ਹੈ ਕਿ ਜਿਹੜਾ ਪੰਜਾਬੀਆਂ ਦਾ ਉਹ ਵਾਲਾ ਖਾਸਾ ਹੈ,
ਉਹ ਵਾਲੀ ਜਿਹੜੀ ਸਿਆਣਪ ਵਾਲੇ ਜਿਹੜਾ ਪੱਖ ਹੈ ਉਸ ਚੀਜ਼ ਨੂੰ ਪਾਸੇ ਕਰਕੇ ਤੇ ਸਿਰਫ ਇਹੋ ਹੀ ਕਿਹਾ ਜਾਂਦਾ ਵੀ ਇਹਦੇ ਬਸ ਮੋਢੇ ਤੇ ਡਾਂਗ ਹੈ, ਜਾਂ ਫਿਰ ਤੁਸੀਂ ਰਫਲ ਫੜਾ ਦਿਓ, ਬਸ ਫਿਰ ਦੇਖਿਓ ਕਿੱਦਾਂ ਹਨੇਰੀ ਲਿਆਉਂਦਾ। ਹੁਣ ਕੀ ਇਹ ਇਸੇ ਤਰ੍ਹਾਂ ਹੀ ਆ, ਇਹਦੀ ਆਪਾਂ ਨੂੰ ਲੋੜ ਹੈ, ਜਾਂ ਫਿਰ ਜਿਹੜੇ ਬੰਦੇ ਨੇ ਪੰਪ ਆਪਾਂ ਨੂੰ ਰੱਖਿਆ ਉਹ ਇੱਕੋ ਟਾਇਰ 'ਚ ਹੀ ਹਵਾ ਭਰੀ ਜਾਂਦਾ ਵੀ ਇਹਦੀ ਆਹ ਵਾਲੀ ਟੂਪ ਮੈਂ ਪਾੜ ਕੇ ਹਟਣਾ, ਹੋਰ ਕੁਛ ਹੋਵੇ ਭਾਵੇਂ ਨਾ ਹੋਵੇ। ਸੋ ਇਹ ਅੱਜ ਵਿਚਾਰਨ ਦੀ ਲੋੜ ਹੈ। ਤੁਸੀਂ ਮਕਈ ਦੀ ਗੱਲ ਕੀਤੀ, ਮੈਨੂੰ ਯਾਦ ਆ ਗਿਆ, ਹੁਣ ਤਾਂ ਖੈਰ ਉਹ ਰੀਲਾਂ ਵਾਲਾ ਦੌਰ ਮੁੱਕ ਗਿਆ। ਰੀਲ ਜਿਹੜੀ ਹੁੰਦੀ ਨਾ, ਰੀਲ ਪੁਰਾਣੀ ਕੱਢ ਲੈਣੀ, ਤੇ ਜਦੋਂ ਇਹ ਜਾਪਣਾ ਵੀ ਯਾਰ ਇੱਥੇ ਹੁਣ ਛਟਾ ਦਿੱਤਾ, ਭਾਵੇਂ ਉਦੋਂ ਆਪਾਂ ਝੋਨੇ ਦੀ ਪਨੀਰੀ ਦੀ ਗੱਲ ਕਰ ਲਈਏ, ਜਾਂ ਕਿਸੇ ਨੇ ਕੋਈ ਵੈਸੇ ਛਟਾਲਾ ਬੀਜਿਆ, ਜਾਂ ਕੋਈ ਵੀ ਦਾਣੇ ਐਸੇ ਵੀ ਜਿਹੜੇ ਜਾਪਣਾ ਵੀ ਯਾਰ ਇਹ ਕਿਤੇ ਪੰਛੀ ਚੁਗ ਨਾ ਜਾਣ, ਤੇ ਉਹ ਰੀਲਾਂ ਦੋ ਦੇੜਨੀਆਂ, ਡੰਡੇ ਗੱਡ ਦੇਣੇ, ਤੇ ਉਹ ਰੀਲਾਂ ਦੇ ਨਾਲ ਉਹ ਸਾਰੀ ਪੈਲੀ ਦੇ ਉੱਪਰ ਜਾ ਕੇ ਤੇ ਉਹ ਜੇ ਤਾਣਾ ਜਿਹਾ ਤਣ ਦੇਣਾ ਇੱਦਾਂ। ਉਹ ਹੁਣ ਰੀਲ ਕਿਉਂਕਿ ਚਮਕਣੀ ਜਿਹੀ ਹੁੰਦੀ ਸੀ, ਨਾਲੇ ਉਹਨੇ ਹਿੱਲਣਾ, ਤੇ ਉਹਦੀ ਕਦੀ ਚਮਕ ਆਉਣੀ, ਕਦੀ ਲਿਸ਼ਕ ਹੋਰ ਆਉਣੀ। ਹੁਣ ਜਿੱਥੇ ਤਾਂ ਪਹਿਲਾਂ ਸਾਰਾ ਦਿਨ ਆਪ ਖੜ੍ਹ ਕੇ ਜਾਨਵਰ ਡਾਉਣੇ ਪੈਂਦੇ ਸੀ, ਉਹ ਕੰਮ ਇੱਕ ਟੁੱਟੀ ਰੀਲ ਨੇ ਕਰਤਾ। ਹੁਣ ਉਹ ਵਾਲੇ ਜੁਗਾੜ ਜਿਹੜੇ ਲਾਉਣ ਵਾਲੇ ਪੰਜਾਬੀ ਨੇ, ਉਹਨੂੰ ਇਹ ਆਖੀਏ ਵੀ ਇਹਦੇ ਮੋਢੇ 'ਤੇ ਹਮੇਸ਼ਾ ਰਫਲ ਹੀ ਰਹਿੰਦੀ ਹੈ, ਗੰਡਾਸਾ ਹੀ ਰਹਿੰਦਾ, ਬਸ ਇਹ ਵੈਰੀ ਦੇਖੋ ਵੱਢਦਾ ਕਿੱਦਾਂ, ਟੁੱਕਦਾ ਕਿੱਦਾਂ। ਇਹ ਵਿਚਾਰਨਾ ਪਊਗਾ ਵੀ ਇਹ ਹਵਾ ਪੰਪ ਇੱਕੇ ਟਾਇਰ 'ਚ ਹੀ ਹਵਾ ਕਿਉਂ ਭਰ ਰਿਹਾ ਪੰਜਾਬੀਆਂ ਦੀ। ਇਹ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ ਕਿ ਸਾਡਾ ਟਾਇਰ ਪਾੜਨ ਦੀ ਕੋਸ਼ਿਸ਼ ਕੌਣ ਕਰ ਰਿਹਾ, ਤੇ ਬਾਕੀ ਤਿੰਨਾਂ ਟਾਇਰਾਂ 'ਚ ਹਵਾ ਭੂਰਾ ਵੀ ਨਹੀਂ। ਉਹ ਜਿਹੜੀ ਪੰਪ ਵਾਲੀ ਟੂਟੀ ਕੱਢ ਕੇ ਤੇ ਮੀਟਰ ਗੇਜ ਜੀ ਲਾਉਣ ਕਿਉਂ ਨਹੀਂ ਦਿੰਦੇ ਕਿ ਭਾਈ ਚੈੱਕ ਕਰ ਲਓ, ਵੱਧ ਤਾਂ ਨਹੀਂ ਹੁੰਦੀ। ਹੁਣ ਤੁਸੀਂ ਦੇਖੋ ਕਿ ਸਾਨੂੰ ਕੀ ਪੇਸ਼ ਕੀਤਾ ਜਾਂਦਾ ਕਿ ਜੀ ਇਹ ਤਾਂ ਵਿਆਹਾਂ ਦੇ ਵਿੱਚ ਠਾ ਕਰਦੇ ਆ, ਇਹਨਾਂ ਦੇ ਵਿਆਹਾਂ ਦੇ ਵਿੱਚ ਤਾਂ 50 ਗੱਡੀਆਂ ਇੱਕੋ ਰੰਗ ਦੀਆਂ ਜਾਂਦੀਆਂ, ਇਹਨਾਂ ਦੇ ਵਿਆਹਾਂ ਦੇ ਵਿੱਚ ਤਾਂ 45 ਏਕੜਾਂ ਦੇ ਵਿੱਚ ਸ਼ਮਿਆਨਾ ਲੱਗਦਾ, ਫਲਾਨ ਧਮਕਾਣ। ਅਸੀਂ ਤਾਂ ਉਹ ਬੰਦੇ ਸੀ ਕਿ ਪਿੰਡ ਦੀ ਕਿਸੇ ਧੀ ਧਿਆਣੀ ਦਾ ਵਿਆਹ ਹੋਣਾ ਤੇ ਸਾਰਿਆਂ ਨੇ ਇਕੱਠੇ ਹੋ ਕੇ ਬਰਾਤ ਦੀ ਸੇਵਾ, ਭਾਵੇਂ ਉਹਨਾਂ ਨੂੰ ਚਾਹ ਪਿਆਉਣੀ ਹੈ ਤੇ ਭਾਵੇਂ ਰੋਟੀ ਖਾਣੀ, ਇਕੱਠੇ ਹੋ ਕੇ ਕਰਦੇ ਸੀ। ਬਿਸਤਰੇ ਵੀ ਇਕੱਠੇ ਕਰਦੇ ਸੀ। ਉਦੋਂ ਇਹ ਥੋੜ੍ਹੀ ਹੁੰਦਾ ਸੀ ਕਿ ਭਾਈ ਇਹਦਾ ਬੰਦੇ ਦਾ ਕੁੰਡਾ ਹੋ ਜਾਵੇ, ਇਹਦੇ ਨਾਲ ਹੱਥ ਨਹੀਂ ਪਾਉਣਾ, ਸਗੋਂ ਇਹਨਾਂ ਦੇ ਲੱਡੂਆਂ ਦੇ ਵਿੱਚ ਮਿੱਟੀ ਪਾਉਣੀ ਆ, ਕਦੇ ਹੁੰਦਾ ਸੀ, ਕਿਉਂਕਿ ਅਸੀਂ ਦਿਮਾਗ ਤੋਂ ਕੰਮ ਲੈਂਦੇ ਸੀ ਕਿ ਭਾਈ ਅੱਜ ਉਹਨੂੰ ਲੋੜ ਹੈ, ਇਕੱਠੇ ਹੋ ਕੇ ਉਹਦੇ ਨਾਲ ਹੋਈਏ, ਕੱਲ੍ਹ ਨੂੰ ਸਾਨੂੰ ਲੋੜ ਹੋਣੀ ਹੈ, ਇਕੱਠਾ ਹੋ ਕੇ ਪਿੰਡ ਸਾਡੇ ਨਾਲ ਆਊਗਾ। ਕਿਸੇ ਦੇ ਛੱਤ ਪਾਉਣੀ ਹੈ, ਮਿੱਟੀ ਲੈਣ, ਰੇਤਾ ਲੈਣ ਕੌਣ ਜਾਂਦਾ ਸੀ? ਅਸੀਂ ਲੇਬਰ ਥੋੜ੍ਹੀ ਕਰਦੇ ਸੀ, ਅਸੀਂ ਸਾਰੇ ਜਣੇ ਆਓ ਤੇ ਇਕੱਠੇ ਹੋ ਕੇ ਜਾਂਦੇ ਸੀ। ਕਿਸੇ ਦੀ ਕਣਕ ਬੀਜਣੀ ਹੈ, ਕਿਸੇ ਦੀ ਕਣਕ ਗਾਉਣੀ ਹੈ। ਪੰਜਾਬੀ ਤਾਂ ਸਿਆਣੇ ਹੀ ਬੜੇ ਆ, ਪਰ ਉਹ ਸਿਆਣਾਪਣ ਜਿਹੜਾ ਸਾਡਾ ਹੌਲੀ ਹੌਲੀ ਪਰੇ ਕਰੀ ਜਾਂਦੇ ਆ ਕਿ ਭਾਈ ਤੁਸੀਂ ਐ ਨਹੀਂ ਕਰਨਾ, ਤੁਸੀਂ ਤਾਂ ਯੋਧੇ ਆ, ਤੁਸੀਂ ਤਾਂ ਛਾਤੀ ਦੇ ਉੱਤੇ 2-2 3-3 ਤਲਵਾਰਾਂ ਇੱਕੋ ਵਾਰੀ ਤੜਾਉਣ ਵਾਲੇ ਆ ਕਿ ਫਲਾਨੇ ਦੀ ਛਾਤੀ ਤੇ ਕਈ ਟੁੱਟੀਆਂ ਤਲਵਾਰਾਂ। ਕਮਾਲ ਹੋਈ ਆ, ਜਦ ਉਹਦੇ ਕੋਲੇ ਢਾਲ ਹੈਗੀ ਆ, ਉਹ ਛਾਤੀ ਮੂਹਰੇ ਕਿਉਂ ਕਰੂਗਾ ਵੀ? ਹੁਣ ਤੁਸੀਂ ਦੇਖੋ ਅੱਜ ਹਰ ਇੱਕ ਕੰਮ ਜਿਹੜਾ ਪੰਜਾਬੀਆਂ ਦਾ, ਕੋਈ ਗੁੱਸਾ ਨਾ ਕਰੇ ਕਿ ਭਾਈ ਐਂ ਕਰੀ ਜਾਂਦੇ ਆ, ਅਸੀਂ ਤਾਂ ਇਹ ਕਹਿੰਦੇ ਆ ਕਿ ਭਾਈ ਕੰਮ ਜਿੱਧਰਲੇ ਪਾਸਿਓਂ ਹੋਣਾ ਚਾਹੀਦਾ, ਆਪਾਂ ਤਰੱਕੀ ਵਰਤਣੀ ਆ। ਹੁਣ ਕਬੱਡੀ ਖੇਡਦੇ ਆ ਪੰਜਾਬੀ, ਸੰਧਾਲੀਆ ਸਭ ਕਦੋਂ ਦੇ ਖੇਡਦੇ ਆ? ਤੁਸੀਂ ਕੋਈ ਖਿਡਾਰੀ ਦੇਖਿਆ ਜਿਹੜਾ ਕਹਿੰਦਾ ਹੋਵੇ ਕਿ ਨਹੀਂ ਮੈਂ ਦਮ ਪਾਉਣ ਚੱਲਿਆ, ਆ ਪੱਟ ਤੇ ਮਾਰੀ ਆ ਥਾਪੀ, ਮੈਂ ਸਿੱਧਾ ਜਾ ਕੇ ਉਹਨੂੰ ਪੈ ਜਾਣਾ ਮੋਰਲੇ ਨੂੰ? ਨਾ, ਮੋਰਲੇ ਨੂੰ ਪਾਉਂਗੇ, ਅਗਲਾ ਗੁੱਟ ਵੀ ਫੜੂਗਾ, ਅਗਲਾ ਕੈਂਚੀ ਵੀ ਮਾਰੂਗਾ, ਤੁਹਾਨੂੰ ਪਰਤਣ ਨਹੀਂ ਦਊ। ਕਿਤੇ ਇੱਕ ਅੱਧੀ ਵਾਰੀ ਆ ਜਾਓ ਗੱਲ ਵੱਖਰੀ ਹੈ। ਜਾਫੀ ਜਿਹੜਾ ਧਾਵੀ ਜਾਂਦਾ ਇੱਕ ਵਾਰੀ ਐਂ ਕਰਦਾ ਤੇ ਹੱਥ ਇੱਧਰਲੇ ਨੂੰ ਲਾਉਂਦਾ, ਉਹ ਜੁਗਤ ਆ, ਉਹਦੇ ਵਿੱਚ ਜਾਨ ਬਹੁਤ ਹੁੰਦੀ ਹੈ, ਸਰੀਰਕ ਜ਼ੋਰ ਬਹੁਤ ਹੁੰਦਾ, ਪਰ ਉਹ ਜੁਗਤ ਵਰਤਦਾ, ਦਿਮਾਗ ਵਰਤਦਾ ਕਿ ਭਾਈ ਮੈਂ ਝੁੱਕੀ ਐ ਨੂੰ ਦੇਣੀ ਆ ਤੇ ਹੱਥ ਇਹਨੂੰ ਲਾ ਕੇ ਤੇ ਇੱਧਰਲੇ ਪਾਸੇ ਨੂੰ ਦੌੜ ਆਉਣਾ। ਅੱਜ ਬਹੁਤ ਸਾਰੇ ਮਸਲੇ ਨੇ ਜਿਹੜੇ ਇਦਾਂ ਦੀ ਜੁਗਤ ਵਰਤ ਕੇ ਅਸੀਂ ਪੰਜਾਬ ਦੇ ਵਿੱਚ ਕਰਨ ਨੂੰ ਹਟ ਗਏ, ਪਰ ਆਪਾਂ ਅੱਜ ਤੋਂ ਸ਼ੁਰੂ ਕਰਨੇ ਆ, ਆਪਾਂ ਵਿਚਾਰਾਂ ਇੱਥੇ ਕਰਨੀਆਂ ਠੋਕ ਕੇ। ਬਿਲਕੁਲ ਸਹੀ। ਹੁਣ ਪੰਜਾਬੀ, ਤੁਸੀਂ ਇਹ ਗੱਲ ਕੀਤੀ ਕਬੱਡੀ ਦੀ, ਕਬੱਡੀ ਤਾਂ ਪੰਜਾਬੀਆਂ ਦੀ ਮਾਂ ਖੇਡ ਹੈ, ਤੇ ਅਜੇ ਵੀ ਆਪਾਂ ਨੂੰ ਕਈ ਵਾਰ ਗੱਡੀਆਂ ਤੇ ਲਿਖਿਆ ਮਿਲ ਜਾਂਦਾ ਵੀ ਨਾ ਗੇਂਦ ਨਾ ਬੱਲਾ, ਸਾਡੀ ਖੇਡ ਕਬੱਡੀ, ਇਕੱਲੇ ਨੂੰ ਇਕੱਲਾ। ਹੁਣ ਇਕੱਲੇ ਨੂੰ ਇਕੱਲਾ ਜਾਂ ਤਾਂ ਇਦਾਂ ਹੋ ਗਿਆ ਵੀ ਬਸ ਮੈਂ ਇਕੱਲੇ ਹੀ ਰਹਿਣਾ ਭਾਈ ਸਾਹਿਬ, ਤੇ ਮੈਨੂੰ ਕਿਸੇ ਨਾਲ ਮਿਲ ਕੇ ਚੱਲਣ ਦੀ ਲੋੜ ਹੀ ਨਹੀਂ। ਉਹਦਾ ਮਤਲਬ ਇਹ ਨਹੀਂ, ਉਹਦਾ ਮਤਲਬ ਇਹ ਸੀ ਵੀ ਇਕੱਲਾ ਬੰਦਾ ਜਾ ਕੇ ਜੁਗਤ ਦੇ ਨਾਲ ਉੱਥੋਂ ਅਗਲੇ ਪਾਲੇ 'ਚੋਂ ਮੁੜ ਕੇ ਆਊਗਾ ਤਰਕੀਬ ਦੇ ਨਾਲ ਕਿ ਮੈਂ ਅਗਲੇ ਨੂੰ ਹੱਥ ਵੀ ਲਾਉਣਾ, ਅਗਲੇ ਨੂੰ ਮੈਂ ਆਊਟ ਵੀ ਕਰਨਾ, ਤੇ ਉਦੋਂ ਬਾਅਦ ਮੈਂ ਢੇਰੀਆਂ 'ਤੇ ਵਾਪਸ ਭੱਜ ਕੇ ਵੀ ਆਉਣਾ। ਹੁਣ ਉਹ ਵਾਲੀ ਤਰਕੀਬ, ਉਹ ਵਾਲੀ ਖੇਡ ਜੇ ਕਬੱਡੀ ਖੇਡਦੇ ਆ ਪੰਜਾਬੀ, ਤੇ ਫਿਰ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਵੀ ਉਹਦੇ 'ਚ ਇਕੱਲਾ ਜ਼ੋਰ ਹੀ ਨਹੀਂ, ਉਹਦੇ 'ਚ ਸਿਆਣਪ ਵੀ ਚਾਹੀਦੀ ਆ, ਉਹਦੇ 'ਚ ਤਰਕੀਬ ਵੀ ਚਾਹੀਦੀ ਹੈ, ਉਹਦੇ 'ਚ ਪ੍ਰੈਕਟਿਸ ਵੀ ਚਾਹੀਦੀ ਹੈ, ਉਹਦੇ ਵਿੱਚ ਮਿਹਨਤ ਵੀ ਚਾਹੀਦੀ ਹੈ। ਸੋ ਹੁਣ ਆਪਣੀ ਮਿਹਨਤ, ਤਰਕੀਬ, ਜੁਗਤ, ਜੁਗਾੜ ਸਾਰੇ ਕੁਛ ਨੂੰ ਪਾਸੇ ਕਰਕੇ ਤੇ ਸਿਰਫ ਇਹੋ ਹੀ ਕੋ ਆਖੀ ਜਾਵੇ ਲੈ ਬੱਲੇ ਬੱਲੇ ਬੱਲੇ, ਲਿਆ ਤੇਰਾ ਭਲਾ ਜਾਏ, 18 ਇੰਚ ਦਾ ਡੌਲਾ ਤੂੰ ਕਮਲਿਆ, ਚੋਕੇ ਲੈ ਆਉਣੇ ਮੋਢਿਆਂ ਦੇ ਬੰਦੇ, ਤੂੰ ਕੀ ਕਰਨ ਡਿਆ, ਤਕੜਾ ਜਾ। ਹੁਣ ਐਸੇ ਪੰਪ 'ਚ ਜਾ ਕੇ ਜੇ ਅਗਲਾ ਬੰਦਾ ਸਿੱਧਾ ਅਗਲੇ ਨੂੰ ਪਵੇ ਤੇ ਉਦੋਂ ਬਾਅਦ ਕੱਛ ਧੌਣ ਦੇ ਲਵੇ ਅਗਲਾ ਬੰਦਾ, ਤੇ ਉਦੋਂ ਬਾਅਦ ਮਾਰ ਲਵੇ ਕੈਂਚੀ ਤੇ ਉੱਥੇ ਬਣਾ ਲਵੇ ਕੁੱਕੜ, ਤੇ ਫਿਰ ਵਾਪਸ ਮੁੜਿਆ ਨਾ ਜਾਵੇ, ਤੇ ਉਹ ਜਿਹੜਾ ਬੰਦਾ ਪਿੱਛੋਂ ਥਾਪੀ ਦੇ ਨਾਲ ਆਉਂਦਾ ਉਹ 2 ਬੰਦਿਆਂ ਦੇ ਉੱਲੇ ਹੋ ਜਾਂਦਾ। ਉਹ ਛੱਡ ਯਾਰ, ਐਵੇਂ ਗਾਲਾਂ ਨਾ ਕੱਢੇ ਕਿਤੇ। ਇਹ ਤੋਂ ਬਚਣ ਦੀ ਲੋੜ ਹੈ। ਇਸ ਵਕਤ ਹੋ ਪੰਜਾਬੀਆਂ ਨਾਲ ਆਹੀ ਗੁਜ਼ਰਿਆ ਨਹੀਂ।
ਨਹੀਂ ਇਦਾਂ ਹੀ ਆ ਜੀ, ਬਿਲਕੁਲ 100% ਇਦਾਂ ਹੀ ਆ। ਉਹ ਕਈ ਵਾਰੀ ਇਹ ਵੀ ਹੁੰਦਾ, ਉਹ ਜਿਹਨੇ ਭੇਜਿਆ ਹੁੰਦਾ ਨਾ ਉੱਥੋਂ ਦਾਜਾ ਲਾ ਕੇ ਉਹ ਜਾਫੀ ਵਾਲੇ ਪਾਸੇ ਖੜਾ ਹੁੰਦਾ, ਵਾਹ ਵਾਹ ਮੱਲਾ ਇਦਾਂ ਹੁੰਦਾ, ਕਿੱਡਾ ਵੱਡਾ ਭਲਵਾਨ ਰੋਕਿਆ, ਇਹ ਮੁੰਡਾ ਬਣੂ ਕੁਛ ਵੱਡਾ ਹੋ ਕੇ। ਉਹ ਇਦਾਂ ਕਹਿੰਦਾ ਹੁੰਦਾ, ਦੂਜੇ ਪਾਸੇ ਜਾ ਕੇ ਉਹ ਲੱਭਦਾ ਹੁੰਦਾ ਕਿ ਭਾਈ ਉਹ ਕਿੱਥੇ ਗਿਆ ਜਿਹਨੇ ਮੈਨੂੰ ਹੱਲਾਸ਼ੇਰੀ ਦੇ ਕੇ ਤੋਰਿਆ ਸੀ। ਉਹ ਮੁੜ ਕੇ ਨਹੀਂ ਲੱਭਦਾ। ਉਹ ਕਈ ਵਾਰੀ ਮੁੰਨਾ ਹੋਵੇ, ਉਹਨੇ ਸਿਰ ਤੇ ਮੇਰੇ ਵਾਂਗੂ ਰੁਮਾਲ ਬੰਨ ਲੈਣਾ, ਜੇ ਐਨਕਾਂ ਲਾਈਆਂ ਐਨਕਾਂ ਲਾ ਕੇ ਜੇਬ ਵਾਲੀਆਂ ਪਛਾਣ ਹੀ ਨਹੀਂ ਹੋਣਾ, ਕਿਉਂਕਿ 2000 ਬੰਦਾ ਖੜਾ, ਪਛਾਣਨਾ ਕਿਹੜਾ ਸੌਖਾ। ਉੱਦਾਂ ਵੀ ਵੈਸੇ ਅਗਲੇ ਨੇ ਜਦੋਂ ਮੂੰਹ 'ਚ ਮਿੱਟੀ 'ਚ ਜਿਹੜਾ ਮੂੰਹ ਦਿੱਤਾ ਹੋਣਾ, ਆਣ ਕੇ 15 ਕੁ ਮਿੰਟ ਤਾਂ ਬੰਦੇ ਨੂੰ ਲੱਭਦਾ ਹੀ ਨਹੀਂ ਹੁੰਦਾ ਕਿ ਭਾਈ ਕਿੱਧਰਲੇ ਪਾਸੇ ਨੂੰ ਜਾਣਾ। ਇਸ ਕਰਕੇ ਚੁੱਕਣਾ 'ਚ ਨਹੀਂ ਆਉਣਾ, ਜਿਹੜਾ ਅਸੀਂ ਕਦੇ ਕਦੇ ਆ ਜਾਂਦੇ ਹਾਂ। ਇਹ ਚੁੱਕਣਾ ਚਾਹੇ ਕਰਕੇ ਤੇ ਆਹ ਹਾਲਾਤ ਬਣ ਗਏ ਆ ਸਾਡੇ। ਹੁਣ ਦੇਖੋ, ਜਦੋਂ ਆਪਾਂ ਪੰਜਾਬੀ ਸੰਗੀਤ ਦੀ ਗੱਲ ਕਰਦੇ, ਇਹ ਮੈਂ ਹਰ ਵਾਰ ਥੋੜ੍ਹੀ ਜਿਹੀ ਗੱਲ ਛੇੜਦਾ ਹੁੰਦਾ ਇਸ ਕਰਕੇ ਕਿਉਂਕਿ ਉਹਨੂੰ ਆਪਾਂ ਦਬਾ ਲਿਆ। ਘੋੜੀਆਂ, ਸਿੱਠਣੀਆਂ, ਸੁਹਾਗ, ਇੱਕ ਦੂਸਰੇ ਦੇ ਉੱਪਰ ਬੋਲੀਆਂ ਜਾਂ ਗਿੱਧਿਆਂ ਦੇ ਵਿੱਚ ਇੱਕ ਦੂਸਰੇ ਨੂੰ ਬੋਲੀਆਂ ਦਾ ਕੰਪੀਟੀਸ਼ਨ ਕਰਨਾ, ਜਾਂ ਜੇ ਆਪਾਂ ਪੁਰਾਣੇ ਗੀਤਾਂ ਦੀ ਗੱਲ ਕਰ ਲਈ, ਉਹਨਾਂ ਗੀਤਾਂ ਦੇ ਵਿੱਚ ਰਿਸ਼ਤਿਆਂ ਦੀ ਗੱਲ ਹੋਣੀ, ਉਹਨਾਂ ਗੀਤਾਂ ਦੇ ਵਿੱਚ ਪੰਜਾਬੀਆਂ ਦੇ ਜੁੱਸੇ ਦੀ, ਹੌਸਲੇ ਦੀ, ਹਿੰਮਤ ਦੀ ਗੱਲ ਹੋਣੀ। ਢਾਡੀ ਵਾਰਾਂ ਦੀ ਗੱਲ ਕਰਨੀ ਤਾਂ ਉੱਥੇ ਫਿਰ ਜੋਸ਼ ਦੀ ਗੱਲ ਹੋਣੀ, ਪਿਆ ਵੀ ਜੋਸ਼ੀਲੀਆਂ ਵਾਰਾਂ ਦੀ ਆਪਾਂ ਗੱਲ ਕਰਦੇ, ਕਵੀਸ਼ਰਾਂ ਦੀ ਆਪਾਂ ਗੱਲ ਕਰ ਲਈਏ। ਉਹ ਸਾਰੀਆਂ ਰੰਗਣਾ ਜਿਹੜੀਆਂ ਕਿ ਪੰਜਾਬੀ ਸੰਗੀਤ ਦੀਆਂ ਵੱਖਰੀਆਂ ਵੱਖਰੀਆਂ ਸੀ, ਉਹ ਤਾਂ ਹੋ ਗਈਆਂ ਖਤਮ। ਇੱਕੋ ਚੀਜ਼ ਰਹਿ ਗਈ ਬਸ ਵੀ ਤੁਸੀਂ ਦਗੜ ਦਗੜ ਡੀਜੇ 'ਤੇ ਕਿੱਦਾਂ ਕਰਾਉਣੀ ਹੈ ਅਤੇ ਉਹਦੇ 'ਤੇ ਗਾਣਾ ਕਿਹੜਾ ਚੱਲਣਾ, ਜਿਹਦੇ 'ਚ ਬਹੁਤ ਹੀ ਕੋਈ ਗਾਂ ਦੇ ਕਿਸੇ ਟੈਂਕ ਦੀ, ਤੋਪ ਦੀ, ਰਿਵਾਲਵਰ ਦਾ ਵੀ ਕੋਈ ਗਾਂ ਪਿਓ ਦਾ ਪਿਓ ਹੋਵੇ ਅਤੇ ਉਹ ਵਾਲੇ ਮਾਡਲ ਦੀ, ਜਾਂ ਫਿਰ ਜੇ ਕੋਈ ਤੁਸੀਂ ਗੱਲ ਕਰਨੀ ਹੈ ਕੋਈ ਗੈਂਗਸਟਰ ਦੀ ਜਾਂ ਕੋਈ ਨਸ਼ੇ ਵੇਚਣ ਵਾਲੇ ਦੀ, ਅਤੇ ਉਹ ਵੀ ਕੋਈ ਪਾਬਲੋ ਸ਼ਾਬਲੋ ਦੀ ਕੱਢ ਕੇ ਲਿਆਓ, ਜਿਹਦੇ ਬਾਰੇ ਬਾਅਦ ਚੰਗੇ ਭਲੇ ਪੜ੍ਹੇ ਲਿਖੇ ਬੰਦੇ ਨੂੰ ਪਤਾ ਲੱਗੇ ਵੀ ਯਾਰ ਇਹ ਬੰਦਾ ਕੌਣ ਸੀ, ਕਿਹੜਾ ਮੈਕਸੀਕੋ ਸੀ ਅਤੇ ਕਿੱਥੇ ਕੀ ਕਹਾਣੀ ਸੀ, ਉਹ ਬੰਦਾ ਕੀ ਕੰਮ ਕਰਦਾ ਸੀ। ਉਹਨਾਂ ਦੇ ਨਾਲ ਜਿਹੜੀਆਂ ਤੁਲਨਾ ਕਰਨ ਵਾਲੇ ਸਾਡੇ ਵਧਾਈ ਦੇ ਪਾਤਰ ਨੇ, ਉਹ ਗੀਤਕਾਰ ਜਿਹੜੇ ਇੰਨੀ ਮਿਹਨਤ ਨਾਲ ਲਿਖ ਕੇ ਲੈ ਕੇ ਆਉਂਦੇ ਆ, ਉਹਨਾਂ ਨੂੰ ਇਹ ਨਹੀਂ ਆ ਵੀ ਜਿਹੜੇ ਅਸੀਂ ਪਹਿਲਾਂ ਆਲਰੇਡੀ ਪੰਜਾਬ ਦਾ ਐਡਾ ਸੋਹਣਾ ਵਿਰਸਾ ਵਿਰਾਸਤ ਹੈ ਉਹਨੂੰ ਅੱਗੇ ਤੋਰ ਲਈ, ਉਹ ਸਗੋਂ ਉਸ ਪਾਸੇ ਮਿਹਨਤ ਕਰ ਕਰਕੇ ਤੇ ਜਾਣ ਬੁੱਝ ਕੇ ਵਿੱਚ ਅੰਗਰੇਜ਼ੀ ਫਿੱਟ ਕਰ ਪਰੋਸਦੇ ਆ। ਉਹ ਕਿਉਂ ਪਰੋਸਣ ਲੱਗ ਪਏ? ਕਿਉਂਕਿ ਉਹਨੂੰ ਲੱਗਦਾ ਵੀ ਇਹ ਚੀਜ਼ ਵਿਕਦੀ ਹੈ, ਬਾਜ਼ਾਰ ਇਸ ਚੀਜ਼ ਨੂੰ ਵੇਚਦਾ, ਅਤੇ ਅਸੀਂ ਚੁੱਪਚਾਪ ਹੀ ਉਸ ਬਾਜ਼ਾਰ ਦੇ ਗਾਹਕ ਬਣੀ ਜਾਂਦੇ ਹਾਂ। ਨਹੀਂ, ਇਹ ਹੈਰਾਨੀ ਦੀ ਗੱਲ ਹੈ ਕਿ ਜਦੋਂ ਲੋੜ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਅਸੀਂ ਸਮੱਸਿਆ ਦੇਖ ਲਈਏ ਅਤੇ ਉੱਧਰਲੇ ਪਾਸੇ ਨੂੰ ਹੱਲ ਵੱਲ ਵਧਣ ਦੀ ਕੋਸ਼ਿਸ਼ ਕਰੀਏ, ਪਰ ਅਸੀਂ ਉੱਧਰਲੇ ਪਾਸੇ ਕਦੇ ਗਏ ਹੀ ਨਹੀਂ। ਸੰਧਾਲੀਆ ਸਾਹਿਬ ਦੇਖੋ, ਕਮਾਲ ਦੀ ਗੱਲ ਹੈ ਕਿ ਅੱਜ ਲੀਡਰਾਂ ਦਾ ਕਸੂਰ ਕੱਢਿਆ ਜਾ ਰਿਹਾ ਅਤੇ ਲੀਡਰ ਕਸੂਰਵਾਰ ਹੈਗੇ ਆ, ਐਵੇਂ ਨਹੀਂ ਕੱਢਿਆ ਜਾ ਰਿਹਾ। ਉਹਨਾਂ ਨੂੰ ਕੋਈ ਬੇਲੋੜਾ ਨਹੀਂ ਕਹਿੰਦਾ, ਕੋਈ ਇੱਦਾਂ ਦੀ ਗੱਲ ਨਹੀਂ ਕਿ ਭਾਈ ਉਹਨਾਂ ਨੂੰ ਉੱਦੀ ਛੱਜ 'ਚ ਪਾ ਕੇ ਪੰਜਾਬ ਦੇ ਲੋਕ ਛੱਟੀ ਜਾਂਦੇ ਆ, ਇੱਦਾਂ ਦੀ ਗੱਲ ਕੋਈ ਨਹੀਂ। ਕਸੂਰ ਉਹਨਾਂ ਦੇ ਹੈਗੇ ਆ ਤਾਂ ਕਸੂਰ ਨਿਕਲਦੇ ਆ, ਪਰ ਕੀ ਦਿੱਲੀ, ਚੰਡੀਗੜ੍ਹ, ਪਟਿਆਲਾ ਇੱਥੋਂ ਹੀ ਆ ਸਾਰਾ ਕਸੂਰ? ਸਾਡੇ ਵਾਲੇ ਪਾਸਿਓਂ ਕਿਤੇ ਢੰਗ ਤਰੀਕਾ ਜਿਹੜਾ ਟੇਢਾ ਤਾਂ ਨਹੀਂ ਹੋਇਆ? ਕੁਛ ਚੀਜ਼ਾਂ ਐਸੀਆਂ ਤਾਂ ਨਹੀਂ ਹੈਗੀਆਂ ਕਿ ਜਿਹੜੀਆਂ ਅਸੀਂ ਆਪਣੇ ਪੱਧਰ 'ਤੇ ਹੱਲ ਕਰ ਸਕਦੇ ਹਾਂ, ਜਦੋਂ ਨਹੀਂ ਕਰਦੇ ਤਾਂ ਅਗਲਿਆਂ ਨੂੰ ਮੌਕਾ ਮਿਲ ਜਾਂਦਾ। ਹੁਣ ਇੱਕ ਮੋਟੀ ਜਿਹੀ ਗੱਲ ਹੈ, ਪੰਜਾਬ ਦੇ ਵਿੱਚ ਆਪਾਂ ਸਾਰੇ ਜਣੇ ਕਹਿੰਦੇ ਆ ਕਿ ਭਾਈ ਨਿਆਣੇ ਕੀ ਆ, ਕੰਨਾਂ 'ਚ ਟੂੜੀਆਂ ਫਸਾ ਲੈਂਦੇ ਆ, ਪਤਾ ਨਹੀਂ ਕਿੱਦਾਂ ਦੇ ਗਾਣੇ ਸੁਣਦੇ ਰਹਿੰਦੇ ਆ, ਸਾਨੂੰ ਤਾਂ ਪਤਾ ਨਹੀਂ ਲੱਗਦਾ, ਨਾਲੇ ਐ ਮਾੜਾ ਮੋਟਾ ਹੱਥ ਹੁੱਥ ਹਿਲਾਈ ਜਾਂਦੇ ਆ। ਸਾਨੂੰ ਆਪਣੇ ਭੰਗੜੇ ਦੇ ਉੱਤੇ ਵੀ ਇਤਰਾਜ਼ ਹੋ ਗਿਆ ਕਿ ਨਿੱਕੇ ਨਿਆਣੇ ਜਿਹੜੇ ਆ ਉਹ ਹੁਣ ਭੰਗੜਾ ਵੀ ਇੱਦਾਂ ਹੀ ਦਾ ਪਾਉਂਦੇ, ਇੱਕ ਦੂਜੇ ਦੇ ਮਗਰ ਲੈਣ ਜੀ ਬੰਨ੍ਹ ਕੇ ਤੁਰੀ ਜਾਂਦੇ ਆ। ਪਹਿਲਾਂ ਭੰਗੜਾ ਕਿਸੇ ਹੋਰ ਤਰੀਕੇ ਦਾ ਹੁੰਦਾ ਸੀ। ਇਹ ਇਤਰਾਜ਼ ਬਹੁਤ ਸਾਰੇ ਆ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਨੂੰ ਇਤਰਾਜ਼ ਕਰਨੇ ਆ ਗਿਆ ਕਿ ਫਲਾਨਾ ਬੰਦਾ ਆਹ ਕੰਮ ਕਰਦਾ ਹੈ। ਹੁਣ ਪੰਜਾਬ ਦੇ ਵਿੱਚ ਸੰਧਾਲੀਆ ਸਾਹਿਬ, ਸਭ ਤੋਂ ਵੱਡੀ ਗੱਲ ਇਸ ਵੇਲੇ ਇਹ ਪੈਦਾ ਹੋ ਰਹੀ ਹੈ ਕਿ ਬੇਰੁਜ਼ਗਾਰੀ ਬੜੀ ਹੈ, ਕਿ ਸਰਕਾਰ ਨੌਕਰੀਆਂ ਨਹੀਂ ਕੱਢਦੀ। ਬਿਲਕੁਲ ਠੀਕ ਹੈ, ਅਸਾਮੀਆਂ ਖਾਲੀ ਪਈਆਂ, ਨਿੱਕੇ ਨਿਆਣੇ ਸਾਡੇ ਪੜ੍ਹੇ ਲਿਖੇ ਆ, ਕੋਈ ਕਹਿੰਦਾ ਮੈਂ B.Ed ਕੀਤੀ ਹੈ, ਕੋਈ ਕਹਿੰਦਾ ਮੈਂ ETT ਕੀਤੀ ਹੈ, ਕੋਈ ਕਹਿੰਦਾ ਮੈਂ ਬੈਂਕ ਦਾ ਪੇਪਰ ਕਲੀਅਰ ਕੀਤਾ, ਕੋਈ ਕਹਿੰਦਾ ਮੈਂ ਇੰਜੀਨੀਅਰਿੰਗ ਕੀਤੀ ਹੈ, ਕਿਸੇ ਨੇ ਕੋਈ ਹੋਰ ਡਿਪਲੋਮਾ ਜਾਂ ਡਿਗਰੀ ਕੀਤੀ ਹੈ। ਨੌਕਰੀ ਨਹੀਂ ਮਿਲਦੀ। ਹੁਣ ਕਿਉਂ ਨਹੀਂ ਮਿਲਦੀ? ਰੌਲਾ ਕਾਹਦਾ? ਕਿਉਂਕਿ ਬਹੁਤ ਸਾਰੇ ਪੇਪਰ ਇੱਦਾਂ ਦੇ ਆ, ਐਗਜ਼ਾਮ ਇੱਦਾਂ ਦੇ ਆ ਜਿਹਦੇ ਨਾਲ ਦੇਸ਼ ਭਰ ਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਲਈਆਂ ਜਾ ਸਕਦੀਆਂ, ਪਰ ਕਿਤੇ ਕੋਚਿੰਗ ਹੀ ਨਹੀਂ ਮਿਲਦੀ, ਕੋਈ ਦੱਸਣ ਵਾਲਾ ਹੀ ਨਹੀਂ। ਮੈਂ ਕਹਿੰਦਾ ਕਿ ਪਿੰਡਾਂ ਦੇ ਵਿੱਚ ਬਹੁਤ ਸਾਰੇ ਸਾਡੇ ਦਰਸ਼ਕ ਸੁਣਦੇ ਹੋਣਗੇ ਤੇ ਇਸ ਗੱਲ ਦੇ ਨਾਲ ਸਹਿਮਤ ਵੀ ਹੋਣਗੇ, ਲੱਖਾਂ ਰੁਪਈਆ ਸਰਪੰਚੀ ਤੇ ਖਰਚ ਹੁੰਦਾ। ਕਈ ਪਿੰਡਾਂ ਦੇ ਵਿੱਚ ਤਾਂ ਇੰਨਾ ਜ਼ਬਰਦਸਤ ਮੁਕਾਬਲਾ ਹੋ ਜਾਂਦਾ ਕਿ 40-40, 50-50 ਲੱਖ ਰੁਪਈਆ ਦੋਨਾਂ ਧਿਰਾਂ ਦਾ ਸਾਂਝੇ ਤੌਰ ਦੇ ਉੱਤੇ ਲੱਗ ਜਾਂਦਾ, ਤੇ ਬਣਦਾ ਕੀ ਆ? ਸਰਪੰਚ। ਜੇ ਮੇਰੀ ਗੱਲ ਗਲਤ ਹੈ ਤਾਂ ਦੱਸ ਦਿਓ, ਕਈ ਪਿੰਡਾਂ 'ਚ ਸਿਆਣੇ ਲੋਕ ਵੀ ਹੈਗੇ ਆ, ਨਹੀਂ ਵੀ ਖਰਚਦੇ। ਹੁਣ ਜੇ ਅਸੀਂ 40-50 ਲੱਖ ਰੁਪਈਆ ਸਰਪੰਚੀ ਦੀ ਇਲੈਕਸ਼ਨ ਤੇ ਲਾ ਸਕਦੇ ਹਾਂ, ਜਾਂ 5 ਤੋਂ ਲੈ ਕੇ 10 ਲੱਖ ਲਾ ਸਕਦੇ ਹਾਂ, ਸੰਧਾਲੀਆ ਸਾਹਿਬ ਸਾਲ 'ਚ ਇੱਕ ਵਾਰੀ ਕੀ ਅਸੀਂ ਗਾਈਡੈਂਸ ਤੇ ਕਾਉਂਸਲਿੰਗ ਦਾ 2 ਦਿਨ ਦਾ ਕੈਂਪ ਨਹੀਂ ਲਾ ਸਕਦੇ? 2 ਬੰਦੇ ਲਿਆਉਣੇ ਆ, ਉਹਨਾਂ ਨੂੰ ਪੈਸੇ ਦੇਣੇ ਆ ਕਿ ਭਾਈ ਤੁਸੀਂ ਸਾਡੇ ਬੱਚਿਆਂ ਨੂੰ ਗਾਈਡ ਕਰੋ, ਤੁਸੀਂ ਉਹਨਾਂ ਦੇ ਲਈ ਸਾਨੂੰ 50 ਕਿਤਾਬਾਂ ਵੀ ਦੇ ਕੇ ਜਾਓ ਜਿਹਦੇ ਤੇ ਲਿਖਿਆ ਹੋਵੇ ਕਿ 10ਵੀਂ ਜਮਾਤ ਤੋਂ ਬਾਅਦ ਬੱਚੇ ਆਹ ਕੁਝ ਕਰ ਸਕਦੇ ਆ,
ਆਹ ਤੁਸੀਂ ਸਬਜੈਕਟ ਲੈ ਸਕਦੇ ਹੋ, ਇਹ ਸਬਜੈਕਟ ਲੈ ਕੇ 12ਵੀਂ ਕੀਤੀ ਹੋਵੇ ਤਾਂ ਉਹਦੇ ਤੋਂ ਬਾਅਦ ਆਹ ਕੋਰਸ ਕੀਤੇ ਜਾ ਸਕਦੇ ਆ, ਜਾਂ 12ਵੀਂ ਤੋਂ ਬਾਅਦ ਆਹ ਐਗਜ਼ਾਮ ਦਿੱਤਾ ਜਾ ਸਕਦਾ ਹੈ, ਇਹਦਾ ਪੇਪਰ ਜਿਹੜਾ ਇੰਨੀ ਕੁ ਤਰੀਕ ਨੂੰ ਹੁੰਦਾ, ਫਾਰਮ ਇੱਥੋਂ ਮਿਲਦੇ ਆ, ਉਹਦੇ ਲਈ ਜੇ ਤੁਸੀਂ ਕੋਚਿੰਗ ਲੈਣੀ ਆ ਤੇ ਆਹ ਕਿਤਾਬਾਂ ਹੁਣ ਤੋਂ ਪੜ੍ਹਨੀਆਂ ਸ਼ੁਰੂ ਕਰੋ। ਜੇ ਤੁਸੀਂ IAS ਆਫੀਸਰ ਬਣਨਾ ਤਾਂ ਆਹ ਗੱਲ ਹੈ, ਫੋਰਨ ਸਰਵਿਸਿਜ਼ ਦੇ ਵਿੱਚ ਜਾਣਾ ਤਾਂ ਆਹ ਗੱਲ ਹੈ, ਪਾਇਲਟ ਬਣਨਾ ਤਾਂ ਆਹ ਗੱਲ ਹੈ, ਫੌਜ 'ਚ ਭਰਤੀ ਹੋਣਾ ਤਾਂ ਆਹ ਗੱਲ ਹੈ। ਕੋਈ ਦੱਸਦਾ ਹੀ ਨਹੀਂ। ਸਾਡੇ ਮਨ ਦੇ ਵਿੱਚ ਇਹ ਗੱਲਾਂ ਆਉਂਦੀਆਂ ਕਿਉਂ ਨਹੀਂ? ਜੇ ਅਸੀਂ ਸਰਪੰਚੀ ਤੇ ਲੰਬੜਦਾਰੀ ਤੇ ਕਿਸੇ ਹੋਰ ਚੀਜ਼ ਤੇ ਲੱਖਾਂ ਰੁਪਈਆ ਖਰਚ ਸਕਦੇ ਹਾਂ, ਮੁੜ ਕੇ 5-5 ਲੱਖ ਰੁਪਈਆ ਕਰਕੇ ਪਾਰਟੀਆਂ ਕਰ ਸਕਦੇ ਕਿ ਬਾਈ ਤੁਹਾਡਾ ਸਰਪੰਚ ਬਣ ਗਿਆ। ਸਾਲ ਤਾਂ 5 ਮਿਲਦੇ ਆ ਨਾ, ਤੇ 5 ਸਾਲਾਂ 'ਚ 5 ਦਿਨ ਆਪਦੇ ਪਿੰਡ ਦੇ ਨਿਆਣਿਆਂ ਨੂੰ ਦੇ ਦਿਓ ਕਿ ਉਹ ਭਟਕਦੇ ਨਾ ਕੱਲ੍ਹ ਨੂੰ ਫਿਰਨ। ਹੁਣ ਕਰਦੇ ਕੀ ਆ ਨਿਆਣੇ? ਜੀ ਕਿਸੇ ਵਿਸ਼ੇ ਨੂੰ ਮੈਂ ਮਾੜਾ ਨਹੀਂ ਕਹਿਣਾ, ਪੋਲੀਟੀਕਲ ਸਾਇੰਸ ਰੱਖ ਲਈ ਜੀ, ਹਿਸਟਰੀ ਰੱਖ ਲਈ ਜੀ, ਪੰਜਾਬੀ ਰੱਖ ਲਈ ਜੀ, ਅੰਗਰੇਜ਼ੀ ਰੱਖ ਲਈ ਜੀ, ਹੁਣ 3-4 ਸਬਜੈਕਟਾਂ ਦਾ 5 ਦਾ ਨਿਆਣਿਆਂ ਨੂੰ ਹੋਰ ਪਤਾ ਲੱਗਣ ਲੱਗ ਪਿਆ। ਕੀ ਸਾਡੀ ਡਿਊਟੀ ਨਹੀਂ ਕਿ ਜੇ ਸਰਕਾਰ ਨਹੀਂ ਦੱਸਦੀ ਤਾਂ 365 'ਚੋਂ 1 ਦਿਨ ਦੇਣਾ ਅਸੀਂ, ਜਾਂ 2 ਦਿਨ ਦੇਣੇ ਆ? ਜੋ ਵੀ ਨਹੀਂ ਦੇ ਸਕਦੇ ਫਿਰ ਤਾਂ ਕਮਾਲ ਹੈ। ਜਾਂ ਕਿ ਉਹ ਪੈਸੇ ਹੈ ਨਹੀਂ, ਤੇ ਜਾਂ ਕਿ ਉਹ ਕੰਮ ਕਰਨ ਵਾਲੇ ਬੰਦੇ ਹੈ ਨਹੀਂ। ਇਹ ਪੈਸੇ ਵੀ ਹੈਗੇ ਆ ਬਾਠ ਸਾਹਿਬ, ਪੈਸੇ ਹੈਗੇ, ਇਸੇ ਕਰਕੇ ਤਾਂ ਆਪਾਂ ਕਹਿੰਦੇ ਵੀ ਸਰਕਾਰੀ ਸਕੂਲ 'ਚ ਨਹੀਂ ਪੜ੍ਹਾਉਣਾ, ਨਿੱਕੇ ਸਕੂਲ 'ਚ ਨਹੀਂ ਪੜ੍ਹਾਉਣਾ। ਜਿਹੜਾ ਜਮਾ ਕੋਈ ਪਿਓ ਦਾ ਪਿਓ ਸਕੂਲ ਹੈ, ਉਹਦੇ ਵਿੱਚ ਜੇ ਕਿਤੇ ਮੰਨ ਲਓ ਤੁਸੀਂ ਗੇਟ 'ਤੇ ਖੜ੍ਹ ਕੇ ਵੀ ਕਿਤੇ ਪੰਜਾਬੀ ਬੋਲਤੀ ਤਾਂ ਵੀ ਅਗਲਾ ਜੁਰਮਾਨਾ ਕਰ ਲਿਆ, ਉਹਦੇ 'ਚ ਨਿਆਣਾ ਪਾਉਣਾ, ਭਾਵੇਂ ਕਨਾਲ ਆ ਥਾਂ ਆਪਾਂ ਨੂੰ ਗਹਿਣੇ ਕਰਨਾ ਪੈ ਜੇ। ਹੁਣ ਆਪਾਂ ਮਿਹਨਤ ਵਾਲੇ ਪਾਸੇ ਉੱਤੇ ਜਾਂਦੇ ਉਸ ਪਾਸੇ ਵੀ ਹਾਂ ਵੀ ਸਾਡੇ ਨਿਆਣੇ ਨੂੰ ਐਜੂਕੇਸ਼ਨ ਮਿਲ ਜੇ, ਪਰ ਇੱਕ ਬਹੁਤ ਸਾਦੇ ਢੰਗ ਨਾਲ ਇਸ ਸਾਰੀ ਚੀਜ਼ ਨੂੰ ਵਿਚਾਰਨ ਦੀ ਲੋੜ ਹੈ ਵੀ ਕੀ ਇਸ ਭਾਰਤ ਦੇਸ਼ ਮਹਾਨ 'ਚ, ਕੀ ਪੰਜਾਬ 'ਚ, ਕੀ ਦੁਨੀਆ 'ਚ ਸਾਰੀਆਂ ਨੌਕਰੀਆਂ ਪੜ੍ਹ ਕੇ ਹੀ ਮਿਲਦੀਆਂ ਨੇ? ਬਹੁਤ ਸਾਰੇ ਲੋਕ ਤੁਹਾਨੂੰ ਅੱਧ ਪੜ੍ਹੇ ਘੱਟ ਪੜ੍ਹੇ ਮਿਲ ਜਾਣਗੇ। ਜਿਹੜੇ ਲੋਕ ਮਿਹਨਤੀ ਨੇ, ਜਿਹੜੇ ਲੋਕ ਹੁਨਰਮੰਦ ਨੇ, ਉਹਨਾਂ ਨੇ ਹੁਨਰ ਕਿੱਥੋਂ ਸਿੱਖਿਆ? ਕਿਸੇ ਨਾਲ ਦੁਕਾਨ 'ਤੇ ਲੱਗ ਕੇ, ਕਿਸੇ ਨਾਲ ਕਾਰੋਬਾਰ 'ਚ ਲੱਗ ਕੇ, ਹੋਰ ਕੁਝ ਨਹੀਂ ਤੇ ਕੋਈ ਇੱਕ ਅੱਧੇ ਯਾਰ ਬੇਲੀ ਦੇ ਨਾਲ ਵੈਸੇ ਹੀ ਚੜ੍ਹ ਕੇ ਚੱਲ ਕੋਈ ਨਹੀਂ ਯਾਰ ਮੈਂ ਤੇਰੇ ਨਾਲ ਜਾਇਆ ਕਰਦਾ, ਮੈਂ ਸਿੱਖ ਲੈਣਾ। ਬਹੁਤ ਸਾਰੇ ਐਸੇ ਹੁਨਰ ਨੇ ਜਿਹੜੇ ਕਿ ਸਿੱਖੇ ਜਾ ਸਕਦੇ, ਜਿਨ੍ਹਾਂ ਦੇ ਲਈ ਉਸ ਲੈਵਲ ਦੀ ਪੜ੍ਹਾਈ ਦੀ ਲੋੜ ਨਹੀਂ ਹੁੰਦੀ, ਪਰ ਉਸ ਹੁਨਰਮੰਦ ਬੰਦੇ ਦੀ ਲੋੜ ਹੁੰਦੀ ਹੈ। ਇੱਕ ਮੈਂ ਉਦਾਹਰਨ ਦੇ ਦਿਆਂ ਤੁਹਾਨੂੰ, ਅੱਜ ਕੱਲ੍ਹ ਪਿੰਡਾਂ ਥਾਵਾਂ ਦੇ ਵਿੱਚ ਲਗਭਗ ਹਰੇਕ ਘਰ ਤੱਕ ਉਹ ਜਾਂਦੀ ਨਾ ਕੇਬਲ ਜੀ, ਆਮ ਹੀ ਕਿਹਾ ਜਾਂਦਾ ਜੀ ਇਹ ਜੀ ਫਾਈਬਰ ਜਾਂਦੀ ਹੈ। ਇਹ ਫਾਈਬਰ 'ਤੇ ਕੀ ਹੋ ਗਿਆ? ਉਹ ਨਾ ਯਾਰ ਰਾਤੀ ਟਰੱਕ ਲੰਘਿਆ ਅਤੇ ਉਹ ਕਿਤੇ ਤੋੜ ਗਿਆ। ਹੁਣ ਉਹ ਨਾ ਬੰਦਾ ਫਲਾਨੇ ਸ਼ਹਿਰ 'ਚੋਂ ਆਊਗਾ, ਉਹ ਫਲਾਨੀ ਤਰ੍ਹਾਂ ਦੀ ਮਸ਼ੀਨ ਨਾਲ ਆਊਗਾ ਅਤੇ ਫਿਰ ਉਹ ਟਾਂਕਾ ਲਾ ਕੇ ਜਾਊਗਾ। ਉਹ ਮਸ਼ੀਨ ਕਿੱਥੋਂ ਆਉਂਦੀ ਹੈ? ਉਹ ਬੰਦੇ ਕਿੱਥੋਂ ਦੇ ਚਲਾਉਣ ਵਾਲੇ ਨੇ? ਉਹ ਟਾਂਕਾ ਜੇ ਤੁਹਾਡੇ ਪਿੰਡ ਵਾਲੀ ਤਾਰ ਦਾ ਲਾਉਣ ਦੇ ਲਈ ਵੀ ਬਾਹਰੋਂ ਬੰਦਾ ਆਉਣਾ, ਤੇ ਕੀ ਗੱਲ ਆਪਾਂ ਨਹੀਂ ਸਿੱਖ ਸਕਦੇ ਵੀ ਉਹ ਤਾਰ ਕੀ ਹੈ ਅਤੇ ਕਿੱਦਾਂ ਟਾਂਕਾ ਲੱਗਦਾ ਅਤੇ ਕਿਹੜੀਆਂ ਚੀਜ਼ਾਂ ਉਹ ਸਿੱਖਣ ਦੀ ਲੋੜ ਹੈ? ਉਹਦੇ ਲਈ ਕੋਈ ਇਹ ਤਾਂ ਨਹੀਂ ਵੀ ਤੇਰੇ ਕੋਲੇ ਭਾਈ ਸਾਹਿਬ 3 MA ਦੀਆਂ ਡਿਗਰੀਆਂ ਹੋਣਗੀਆਂ ਅਤੇ ਫਿਰ ਹੀ ਤੂੰ ਟਾਂਕਾ ਲਾ ਸਕਦਾ ਤਾਰ ਨੂੰ। ਉਹ ਬੰਦੇ ਕਿੱਦਾਂ ਦੇ ਹੁੰਦੇ ਆਪਾਂ ਅਕਸਰ ਦੇਖਿਆ, ਉਹ ਕੰਮ ਕਿਵੇਂ ਕਰਦੇ ਨੇ, ਮਿਹਨਤੀ ਕਿਵੇਂ ਹੁੰਦੇ ਨੇ, ਜੁਗਾੜੀ ਕਿਵੇਂ ਹੁੰਦੇ ਨੇ, ਆਪਾਂ ਇਹ ਵੀ ਪਤਾ। ਇਹ ਚੀਜ਼ਾਂ ਆਪਾਂ ਨੂੰ ਸੋਚਣੀਆਂ ਪੈਣਗੀਆਂ। ਰਹੀ ਗੱਲ ਪੜ੍ਹਾਈ ਦੀ, ਤੇ ਮੇਰੇ ਖਿਆਲ ਨਾਲ ਪੜ੍ਹਾਈ ਵੀ ਆਪਾਂ ਨੂੰ ਜਿਹੜਾ ਇਹ ਹੈ ਕਿ ਵੀ ਮੈਂ ਹੁਣ ਆਹ 4 ਵਿਸ਼ੇ ਰੱਖ ਲਏ, ਫਿਰ ਮੈਂ ਹੁਣ 1 ਡਿਗਰੀ ਕਰ ਲਈ, ਫਿਰ ਮੈਂ ਦੂਜੀ ਕਰ ਲਈ, ਫਿਰ ਮੈਂ ਤੀਜੀ ਕਰ ਲਈ, ਉਹਨਾਂ ਦੀ ਲੋੜ ਨਹੀਂ। ਅੱਜ ਦੀ ਡੇਟ ਦੇ ਵਿੱਚ ਲੋੜ ਹੈ ਕੰਪੀਟੀਸ਼ਨ ਐਗਜ਼ਾਮਸ ਵਾਲੇ ਪਾਸੇ ਜਾਣ ਦੀ। ਕੋਈ ਲੋੜ ਨਹੀਂ ਹੈ ਕਿ ਵੀ ਆਪਣੇ ਕੋਲੇ ਫਲਾਨੀ ਤਰ੍ਹਾਂ ਦੀ ਡਿਗਰੀ ਹੈ। ਬਾਠ ਸਾਹਿਬ ਜੇ ਮੈਂ ਗਲਤ ਕਹਿੰਦਾ ਹੋਇਆ ਤਾਂ ਮੈਨੂੰ ਟੋਕ ਦਿਓ। ਮੇਰਾ ਮੰਨਣਾ ਇਹ ਹੈ ਕਿ ਜੇ ਟੋਕੂਗਾ ਜੀ IAS IPS ਵਾਲੇ ਪਾਸੇ ਨੂੰ ਆਪਾਂ ਤੁਰਦੇ ਹਾਂ, ਜਾਂ ਉਹਨਾਂ ਕੁਰਸੀਆਂ ਦੇ ਉੱਪਰ ਆਪਾਂ ਟਾਰਗੇਟ ਮਨ 'ਚ ਬਣਾ ਕੇ ਚੱਲਦੇ ਹਾਂ ਵੀ ਯਾਰ ਆਹ ਕੁਰਸੀਆਂ ਭਾਰਤ 'ਚ ਹੈਗੀਆਂ ਨੇ, ਪੱਕੀਆਂ ਨੇ, ਸਰਕਾਰ ਕੱਢਦੀ ਹੈ ਅਤੇ ਅਸੀਂ ਇਹਨਾਂ 'ਤੇ ਬਹਿਣਾ। ਜੇ ਮੰਨ ਲਓ ਵੀ ਮੈਂ ਇੰਨੀ ਮਿਹਨਤ ਕਰਕੇ ਉਹਦੇ ਪਹਿਲੇ, ਦੂਜੇ, ਤੀਜੇ ਨੰਬਰ ਦੀ ਲਾਈਨ 'ਚ ਖੜ੍ਹਾਂ ਕਿ ਲਾਈਨ ਹੀ ਮੇਰੇ ਤੋਂ ਸ਼ੁਰੂ ਹੋਵੇ, ਅਤੇ ਫਿਰ ਕਿਵੇਂ ਸਰਕਾਰ ਕਹਿ ਦੂਗੀ ਵੀ ਯਾਰ ਤੈਨੂੰ ਪੰਜਾਬ ਦਾ ਕਰਕੇ ਨੌਕਰੀ ਨਹੀਂ ਦੇਣੀ ਅਸੀਂ? ਹੁੰਦਾ ਇੱਦਾਂ? ਇਹ ਬਹੁਤ ਇੰਪੋਰਟੈਂਟ ਹੈ ਸੰਧਾਲੀਆ ਸਾਹਿਬ। ਹਰ ਬੱਚੇ ਦਾ ਕੈਲੀਬਰ ਵੱਖਰਾ। ਸਾਡਾ ਸਾਰਾ ਤੋੜਾ ਸਰਕਾਰ ਤੇ ਝੜਦਾ। ਸਰਕਾਰਾਂ ਹੱਥ ਖੜੇ ਕਰ ਗਈਆਂ, ਉਹ ਚਾਹੁੰਦੀਆਂ ਨਹੀਂ ਕਿ ਸਾਡੇ ਬੱਚੇ ਕਾਬਲ ਬਣਨ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਭੁੱਖੇ ਮਰਦੇ ਹੋ, ਤੁਸੀਂ ਅੱਧੇ ਭੁੱਖੇ ਮਰਦੇ ਹੋ, ਤੁਹਾਨੂੰ ਚੰਗੀ ਰੋਟੀ ਮਿਲਦੀ ਹੈ, ਤੁਹਾਨੂੰ ਮਾੜੀ ਮਿਲਦੀ ਹੈ। ਤੁਹਾਡਾ ਨਿੱਕਾ ਨਿਆਣਾ 15 ਸਾਲ ਬੇਰੁਜ਼ਗਾਰ ਰਹੇ, 5 ਸਾਲ ਰਹੇ, ਅਰਧ ਬੇਰੁਜ਼ਗਾਰ ਰਹੇ, ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ, ਇਹ ਸਾਡੇ ਤੁਹਾਡੇ ਸਰਕਦੀ ਹੈ। ਸੰਧਾਲੀਆ ਸਾਹਿਬ, ਪਹਿਲਾ ਸਵਾਲ ਤਾਂ ਇਹ ਦਰਸ਼ਕਾਂ ਤੋਂ ਵੀ ਆਪਾਂ ਪੁੱਛਣਾ ਹੈ ਕਿ ਜਿਹੜੇ ਬੱਚੇ ਪੜ੍ਹੇ ਨੇ, ਜਾਂ ਜਿਹੜੇ ਵੱਡੇ ਬੰਦੇ ਵੀ ਸਾਡੀ ਉਮਰ ਵਾਲੇ ਵੀ ਪੜ੍ਹੇ ਆ, ਤੁਸੀਂ ਇੱਕ ਗੱਲ ਜ਼ਰੂਰ ਦੱਸਿਓ ਕਿ ਕਿਹਦੇ ਤੋਂ ਪੁੱਛ ਕੇ ਵਿਸ਼ੇ ਰੱਖੇ ਸੀ, ਜਾਂ ਕਿਹਨੇ ਤੁਹਾਨੂੰ ਗਾਈਡ ਕੀਤਾ? ਕਿਸੇ ਦਾ ਜੇ ਮਾਮਾ ਪੜ੍ਹਿਆ ਲਿਖਿਆ ਤਾਂ ਉਹ ਦੱਸ ਦੂਗਾ, ਕਿਸੇ ਦੇ ਪਰਿਵਾਰ ਦੇ ਵਿੱਚ ਕੋਈ ਪੜ੍ਹਿਆ ਲਿਖਿਆ ਉਹ ਦੱਸ ਦੂਗਾ, ਕਿਸੇ ਨੂੰ ਚੰਗਾ ਅਧਿਆਪਕ ਮਿਲ ਗਿਆ, ਮਾੜਾ ਜਿਹਾ ਗਾਈਡ ਉਹਨੇ ਕਰ ਦਿੱਤਾ। ਸਾਡੇ ਕੋਲ ਸਿਸਟਮ ਨਹੀਂ ਹੈਗਾ, ਕੋਈ ਸਿਸਟਮ ਹੀ ਨਹੀਂ। ਹੁਣ ਮੰਨ ਲਓ ਕੋਈ ਬੱਚਾ ਡਰਾਇੰਗ ਦੇ ਵਿੱਚ ਚੰਗਾ ਆ, ਚਿੱਤਰਕਲਾ ਦੇ ਵਿੱਚ ਚੰਗਾ ਆ, ਕਿੱਥੋਂ ਟ੍ਰੇਨਿੰਗ ਲਵੇ? ਉਹ ਪੰਜਾਬ ਦੇ ਕਿਹੜੇ ਪਿੰਡ ਦੇ ਵਿੱਚ, ਕਿੰਨੇ ਪਿੰਡਾਂ ਦੇ ਵਿੱਚ ਉਹਨੂੰ ਕੋਈ ਦੱਸਣ ਵਾਲਾ ਹੈਗਾ ਕਿ ਭਾਈ ਤੂੰ ਆਹ ਡਿਪਲੋਮਾ ਕਰ? ਕੌਣ ਬੰਦਾ ਉਹਨੂੰ ਦੱਸਣ ਵਾਲਾ ਹੈਗਾ ਕਿ ਤੇਰਾ ਜਿਹੜਾ ਸਕੈਚ ਚੰਗਾ, ਉਹਦੇ ਵਿੱਚ ਰੁਜ਼ਗਾਰ ਦੀਆਂ ਅਪਾਰ ਸੰਭਾਵਨਾਵਾਂ ਨੇ, ਬਹੁਤ ਜ਼ਿਆਦਾ ਸੰਭਾਵਨਾਵਾਂ ਨੇ, ਪਰ ਕੋਈ ਦੱਸਣ ਵਾਲਾ ਹੈਗਾ? ਜਿਹੜਾ ਫਿਜ਼ੀਕਲ ਐਜੂਕੇਸ਼ਨ ਵਾਲਾ ਬੱਚਾ ਆ, ਉਹਨੂੰ ਜ਼ਰੂਰੀ ਨਹੀਂ ਹੈ ਕਿ ਉਹਨੇ BPEd DPEd ਉਹੀ ਕਰਨੀ ਹੈ, 20 ਚੀਜ਼ਾਂ ਹੋਰ ਨੇ, ਪਰ ਦੱਸੂਗਾ ਕੌਣ? ਸਾਡੇ ਕੋਲ ਇੱਕ ਪਲੇਟਫਾਰਮ ਹੀ ਨਹੀਂ ਹੈਗਾ।
ਉਹ ਕ੍ਰੀਏਟ ਕਿਹਨੇ ਕਰਨਾ? ਜੇ ਸਰਕਾਰਾਂ ਨਹੀਂ ਕਰਦੀਆਂ ਤਾਂ ਅਸੀਂ ਹੱਥ ਤੇ ਹੱਥ ਰੱਖ ਕੇ ਥੋੜੀ ਬਹਿਣਾ ਨਾ, ਨਹੀਂ ਬਹਿ ਸਕਦੇ। ਕੋਈ ਬੱਚੇ ਦੇ ਵਿੱਚ ਕੈਲੀਬਰ ਆ ਕਿ ਉਹ PhD ਕਰ ਸਕਦਾ, ਕਿਸੇ ਬੱਚੇ ਦੇ ਵਿੱਚ ਕੈਲੀਬਰ ਆ ਕਿ ਭਾਈ ਉਹ M.Com ਕਰ ਸਕਦਾ, ਕੋਈ ਬੱਚਾ ਚੰਗਾ ਸਾਇੰਸ ਦਾ ਵਿਸ਼ਾ ਪੜ੍ਹ ਸਕਦਾ, ਉਹ ਕਹਿੰਦਾ ਜੀ ਮੇਰੇ ਕੋਲੇ ਤਾਂ ਟਿਊਸ਼ਨ ਵਾਲਾ ਹੀ ਹੈ ਨਹੀਂ, ਮੈਂ ਪੜ੍ਹਾਂ ਕਿੱਥੇ, ਮੈਨੂੰ ਪਤਾ ਹੀ ਨਹੀਂ, ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਭਾਈ ਯੂਪੀ ਦੇ ਜਾਂ ਮੱਧ ਪ੍ਰਦੇਸ਼ ਦੇ ਕਿਹੜੇ ਸ਼ਹਿਰ ਦੇ ਵਿੱਚ ਚੰਗਾ ਇੰਸਟੀਚਿਊਟ ਹੈ। ਕੀ ਅਸੀਂ ਇੰਨਾ ਕੁ ਮਾਹੌਲ ਵੀ ਨਹੀਂ ਪੈਦਾ ਕਰ ਸਕਦੇ? ਕੋਈ 365 ਦਿਨ ਦਾ ਕੰਮ ਨਹੀਂ। ਤੁਸੀਂ ਇੱਕ ਵਾਰੀ ਉਹ ਬੰਦੇ ਲੱਭੋ, ਭਾਰਤ ਸਰਕਾਰ ਦੇ ਵੀ ਅਦਾਰੇ ਹੈਗੇ ਆ, ਉਹ ਪਿੰਡਾਂ ਦੇ ਵਿੱਚ ਵੀ ਆ ਸਕਦੇ ਆ, ਪਰ ਉਹਨਾਂ ਨੂੰ ਕਹਿਣ ਜਾਣਾ ਪਊਗਾ ਕਿ ਸਾਡੇ ਬੱਚਿਆਂ ਨੂੰ ਆ ਕੇ ਦੱਸੋ। 2 ਦਿਨ ਦਾ ਕੈਂਪ ਹੋਵੇ ਸੰਧਾਲੀਆ ਸਾਹਿਬ, ਬੱਚੇ ਨੂੰ ਪਤਾ ਲੱਗੂਗਾ। ਪਹਿਲੀ ਗੱਲ ਹੈ ਕਿ ਉਹਦੀ ਆਇਡੈਂਟੀਫਿਕੇਸ਼ਨ ਹੀ ਨਹੀਂ ਹੁੰਦੀ, ਪਹਿਚਾਣ ਹੀ ਨਹੀਂ ਹੁੰਦੀ। ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਪਲੰਬਰ ਬਣਨ ਦੇ ਵਿੱਚ ਮੇਰੀ ਰੁਚੀ ਹੈ, ਚਿੱਤਰਕਲਾ 'ਚ ਰੁਚੀ ਹੈ, ਖੇਡਣ 'ਚ ਰੁਚੀ ਹੈ, ਮੈਨੂੰ ਸਾਇੰਸ ਚੰਗੀ ਲੱਗਦੀ ਹੈ, ਕਿ ਮੈਂ ਭਾਸ਼ਾ ਦਾ ਵਿਦਿਆਰਥੀ ਚੰਗਾ ਬਣ ਸਕਦਾ, ਜਾਂ ਖੇਤੀ 'ਚ ਰੁਚੀ ਹੈ। ਕਿਉਂਕਿ ਨਾ ਕੋਈ ਪੁੱਛਦਾ, ਨਾ ਸਾਨੂੰ ਦੱਸਣਾ ਆਉਂਦਾ। ਤੇ ਜੇ ਸਾਨੂੰ ਪੁੱਛਣ ਵਾਲੇ ਇੱਕ ਦਿਨ 'ਚ ਪੁੱਛ ਲੈਣ, ਦੂਸਰੇ ਦਿਨ ਸਾਨੂੰ ਇੱਕ ਗਾਈਡੈਂਸ ਦੀ ਜਿਹੜੀ ਇੱਕ ਕਾਪੀ ਦੇ ਦੇਣ ਕਿ ਭਾਈ ਆਹ ਦੇਖੋ ਇੱਕ ਟਰੀ ਬਣਿਆ ਕਿ 12ਵੀਂ ਤੋਂ ਬਾਅਦ ਆਹ ਹੋ ਸਕਦਾ, ਉਹਦੇ ਲਈ ਆਹ ਕਾਲਜ ਆ, ਆਹ ਯੂਨੀਵਰਸਿਟੀ ਆ, ਆਹ ਐਡਰੈਸ ਆ, ਆਹ ਟੈਲੀਫੋਨ ਨੰਬਰ ਆ, ਉਹਦੇ ਲਈ ਐਂਟਰੈਂਸ ਟੈਸਟ ਜਿਹੜਾ ਉਹ ਤੁਹਾਡੇ +2 ਦੇ ਪੇਪਰਾਂ ਤੋਂ ਪਹਿਲਾਂ ਹੀ ਹੋ ਜਾਣਾ, ਉਹਦੇ ਫਾਰਮ ਇੰਨੇ ਕੁ ਤਰੀਕ ਨੂੰ ਆ ਜਾਂਦੇ ਆ, ਉਹਦੇ 'ਚ ਇੰਨੇ ਕੁ ਨੰਬਰ ਤੁਹਾਨੂੰ ਚਾਹੀਦੇ ਆ, ਉਹਦੇ ਤੋਂ ਬਾਅਦ ਆ ਭਾਰਤ ਲੈਵਲ ਦੀਆਂ ਨੌਕਰੀਆਂ, ਆ ਪੰਜਾਬ ਲੈਵਲ ਦੀਆਂ ਨੌਕਰੀਆਂ, ਤੇ ਆ ਤੁਸੀਂ ਪ੍ਰਾਈਵੇਟ ਕੰਮ ਕਰ ਸਕਦੇ ਹੋ। 20 ਚੀਜ਼ਾਂ ਨੇ ਜੇ ਉਧਰਲੇ ਪਾਸੇ ਨੂੰ ਹੋ ਜਾਵੇ, ਪਰ ਕੋਈ ਦੱਸਣ ਵਾਲਾ ਨਹੀਂ। ਮੈਨੂੰ ਉਮੀਦ ਹੈ ਕਿ ਬਹੁਤ ਸਾਰੇ ਦਰਸ਼ਕ ਇਸ ਮੁੱਦੇ ਤੇ ਟਿੱਪਣੀਆਂ ਕਰਨਗੇ ਕਿ ਭਾਈ ਸਾਨੂੰ ਉਦੋਂ ਪਤਾ ਲੱਗਾ ਜਦੋਂ ਅਸੀਂ ਵਿਸ਼ੇ ਰੱਖ ਚੁੱਕੇ ਸੀ, ਜਦੋਂ ਸਾਲ 2 ਸਾਲ ਸਾਨੂੰ ਕਾਲਜ ਯੂਨੀਵਰਸਿਟੀ 'ਚ ਪੜ੍ਹਦਿਆਂ ਨੂੰ ਹੋ ਗਿਆ ਸੀ, ਪਰ ਜੇ ਅਸੀਂ ਆਪਣੇ ਪਸੰਦੀਦਾ ਵਿਸ਼ੇ 'ਚ ਹੁੰਦੇ ਤਾਂ ਸ਼ਾਇਦ ਸਾਡਾ ਅੱਜ ਰਹਿਣ ਸਹਿਣ ਦਾ ਪੱਧਰ, ਸਾਡਾ ਕੰਮ ਕਰਨ ਦਾ ਪੱਧਰ ਕੁਝ ਹੋਰ ਹੁੰਦਾ। ਇਹਦੇ 'ਚ ਮੈਂ ਇੱਕ ਚੀਜ਼ ਹੋਰ ਐਡ ਕਰਦਾ WhatsApp, ਦੇਖੋ ਕਿਸੇ ਵੇਲੇ ਹੁੰਦਾ ਕਿ ਮੰਨ ਲਓ ਵੀ ਮੈਨੂੰ ਪਹਿਲਾਂ ਗਾਈਡੈਂਸ ਨਹੀਂ ਮਿਲੀ, ਮੈਂ ਇੱਕ ਵੱਖਰਾ ਟਰੈਕ, ਵੱਖਰੀ ਪੜ੍ਹਾਈ ਚੂਜ਼ ਕਰ ਲਈ ਜਾਂ ਪੜ੍ਹਾਈ ਕਰ ਵੀ ਲਈ। ਮੰਨ ਲਓ ਮੇਰੇ ਕੋਲੇ ਕੋਈ ਡਿਪਲੋਮਾ ਆ ਗਿਆ, ਮੇਰੇ ਕੋਲੇ ਡਿਗਰੀ ਆ ਗਈ, ਪਰ ਉਹ ਡਿਗਰੀ ਕਰਦਿਆਂ, ਡਿਪਲੋਮਾ ਕਰਦਿਆਂ ਜਾਂ ਉਸ ਤੋਂ ਬਾਅਦ ਵੀ ਮੈਨੂੰ ਜੇ ਸਮਝ ਲੱਗ ਗਈ ਯਾਰ ਆਹ ਇੱਕ ਕੰਮ ਹੈ ਜਿਹਦੇ 'ਚ ਮੇਰਾ ਇੰਟਰਸਟ ਹੈ, ਜਾਂ ਜਿਹੜਾ ਮੇਰਾ ਦਿਮਾਗ ਹੈ ਉਹ ਇਸ ਢੰਗ ਨਾਲ ਕੁਝ ਕੰਮ ਕਰ ਸਕਦਾ, ਤੇ ਤੁਸੀਂ ਉਹਦੇ ਲਈ ਕਿਸੇ ਦੇ ਨਾਲ ਲਾ ਕੇ ਸਿੱਖ ਲਓ। ਕੀ ਫਰਕ ਪੈਂਦਾ ਜੇ ਆਪਾਂ ਕੋਈ ਕਿੱਤਾ ਬਿਨਾਂ ਪੜ੍ਹਾਈ ਤੋਂ ਵੱਖਰੀ ਤਰ੍ਹਾਂ ਦਾ ਸਿੱਖ ਵੀ ਲਵਾਂਗੇ? ਬਹੁਤ ਸਾਰੇ ਲੋਕਾਂ ਨੂੰ ਮੈਂ ਜਾਣਦਾ, ਪਰਸਨਲੀ ਜਾਣਦਾ, ਜਿਹੜੀ ਲੋਕਾਂ ਦੀ ਨਾ ਤਾਂ ਉਸ ਵਿਸ਼ੇ ਦੀ ਪੜ੍ਹਾਈ ਹੈ, ਨਾ ਉਹਨਾਂ ਨੇ ਉਸ ਤੋਂ ਪਹਿਲਾਂ ਉਹ ਚੀਜ਼ ਦੇਖੀ ਜਾਣੀ ਸੀ ਕਿ ਇਹ ਤਕਨੀਕ ਕੀ ਹੈ, ਇਹ ਕਾਢ ਕਿਵੇਂ ਚੱਲਦੀ ਹੈ, ਚੱਲਦੀ ਕਿਵੇਂ ਹੈ, ਤੇ ਇਹਦੇ 'ਚ ਹੁੰਦਾ ਕੀ ਹੈ। ਪਰ ਕਿਸੇ ਦੇ ਨਾਲ ਲੱਗ ਕੇ 2-3 ਮਹੀਨੇ, 6 ਮਹੀਨੇ ਦੇ ਵਿੱਚ ਉਹ ਲੋਕ ਇੰਨੇ ਮਾਸਟਰ ਤੇ ਕਾਬਲ ਬਣ ਗਏ ਉਸ ਚੀਜ਼ ਦੇ ਕਿ ਅੱਜ ਦੀ ਡੇਟ ਦੇ ਵਿੱਚ 5-5 ਹਜ਼ਾਰ ਰੁਪਈਆ ਦਿਹਾੜੀ ਕਮਾਉਂਦੇ ਆ। ਹੁਣ ਤੁਸੀਂ ਇਹ ਸੋਚੋ ਕਿ ਜੇ ਬੰਦਾ ਜਿਹਨੂੰ ਉਹਦੇ ਬਾਰੇ ਪਤਾ ਨਹੀਂ ਸੀ, ਉਹ 5000 ਰੁਪਈਆ ਦਿਹਾੜੀ ਕਿਉਂ ਕਮਾਉਣ ਲੱਗ ਪਿਆ? ਕਿਉਂਕਿ ਉਹਨੇ ਉਹ ਹੁਨਰ ਸਿੱਖ ਲਿਆ। ਉਹ ਹੁਨਰ ਪੰਜਾਬੀਆਂ ਦੇ ਕੋਲ ਹੈਗਾ। ਪੰਜਾਬੀਆਂ ਨੂੰ ਇਕੱਲੇ ਉਸੇ ਪੰਪ ਦੀ ਲੋੜ ਨਹੀਂ ਵੀ ਲੈ ਵੀ ਬੱਲੇ ਮੁੰਡਿਆ ਹੁਣ ਨਾ ਤੇਰੇ ਮੋਢੇ ਤੇ ਦਨਾਲੀ, ਤੂੰ ਤਾਂ ਬਸ ਚੱਕ ਦੇਂਗਾ, ਦਿੱਲੀ ਨੂੰ ਤੂੰ ਹਿਲਾ ਦੇਂਗਾ। ਉਹ ਦਿੱਲੀ ਹਿਲਾਉਣ ਦੀ ਲੋੜ ਨਹੀਂ ਹੈਗੀ। ਦਿੱਲੀ ਜਿਨ੍ਹਾਂ ਨੇ ਹਿਲਾਉਣੀ ਉਹ ਹਿਲਾਈ ਜਾਣ। ਆਪਾਂ ਨੂੰ ਪਹਿਲਾਂ ਜਿਹੜੀਆਂ ਹਿਲਦੀਆਂ ਆਪਣੇ ਘਰ ਦੀਆਂ ਕੰਧਾਂ ਨੇ ਉਹਨਾਂ ਨੂੰ ਨਵੇਂ ਸਿਰਿਓਂ ਕੱਢ ਕੇ, ਪਿਲਰ ਕੱਢ ਕੇ, ਤੇ ਮਾਤਾ ਨੂੰ ਇੱਕ ਚੰਗੀ ਸਾਫ਼ ਸੁਥਰੀ ਰਸੋਈ ਤੇ ਬਾਪੂ ਦਾ ਜਿਹੜਾ ਕੋਈ ਕਰਜ਼ਾ ਉਹ ਲਾਉਣ ਦੀ ਲੋੜ ਆ। ਦਿੱਲੀ ਆਪਾਂ ਬਾਅਦ 'ਚ ਹਿਲਾ ਲਵਾਂਗੇ। ਸੋ ਇਹ ਜ਼ਰੂਰ ਤੁਸੀਂ ਇਸ ਵਕਤ ਨੋਟ ਕਰਿਓ ਕਿ ਸਲਾਹਾਂ ਕੀ ਦਿੱਤੀਆਂ ਜਾ ਰਹੀਆਂ ਨੇ, ਪੰਪ ਕਿਹੜੇ ਟਾਇਰ 'ਚ ਮਾਰਿਆ ਜਾ ਰਿਹਾ, ਤੇ ਕਿਹੜੇ ਟਾਇਰ ਦੀ ਟੂਪ ਇਸ ਵੇਲੇ ਜਮਾਂ ਬੈਠੀ ਪਈ ਹੈ ਜਿੱਧਰ ਆਪਾਂ ਕੰਮ ਕਰ ਸਕਦੇ ਹਾਂ ਤੇ ਆਪਾਂ ਨੂੰ ਤੁਰਨ ਨਹੀਂ ਦਿੱਤਾ ਜਾ ਰਿਹਾ। ਜੀ ਬਾਠ ਸਾਹਿਬ। ਜੀ ਬਿਲਕੁਲ ਸੰਧਾਲੀਆ ਸਾਹਿਬ, ਮੈਂ ਇੱਕ ਇੱਥੇ ਬੇਨਤੀ ਹੋਰ ਜ਼ਰੂਰ ਕਰਦੇ ਹਾਂ ਕਿ ਤੁਹਾਡੇ ਬੱਚੇ ਚਾਹੇ ਕੰਪਿਊਟਰ ਦੀ ਪੜ੍ਹਾਈ 'ਚ ਆ, ਚਾਹੇ ਆਟੋਮੋਬਾਈਲ ਵਾਲੇ ਪਾਸੇ ਆ, ਚਾਹੇ ਮੋਟਰ ਮਕੈਨਿਕ ਵਾਲੇ ਪਾਸੇ ਆ, ਚਾਹੇ ਕਿਸੇ ਪਾਸੇ ਆ, ਉਹ ਸਰਕਾਰੀ ਪ੍ਰਾਈਵੇਟ ਜਿੱਥੇ ਮਰਜ਼ੀ ਪੜ੍ਹਦੇ ਆ, ਜੇ 4 ਘੰਟੇ ਦੀਆਂ ਕਲਾਸਾਂ ਜਾਂ 5 ਘੰਟੇ ਦੀਆਂ ਕਲਾਸਾਂ, ਤਾਂ ਪੜ੍ਹਾਈ ਦੇ ਨਾਲ ਹੀ ਉਹਨੂੰ ਕਿਸੇ ਐਕਸਪਰਟ ਬੰਦੇ ਦੇ ਨਾਲ ਜ਼ਰੂਰ ਲਾ ਦਿਓ। ਕਿਉਂਕਿ ਸਾਡੇ ਕੋਲੇ ਅਜੇ ਵੀ ਪ੍ਰੈਕਟੀਕਲ ਪੜ੍ਹਾਈ ਨਹੀਂ ਹੈਗੀ। ਉਹ ਥਿਊਰੀ 'ਚ ਦੱਸ ਦੇਣਗੇ ਕਿ ਭਾਈ ਉਹਦੇ ਵਿੱਚ 5 ਨਟ ਹੁੰਦੇ ਆ, ਤੇ ਜੇ ਉਹ ਮੋਟਰ ਖਰਾਬ ਹੋ ਜਾਵੇ ਤਾਂ ਉਹਨੂੰ ਇੱਦਾਂ ਹੀ ਦਾ ਕਰਕੇ ਬੰਨਿਆ ਜਾਂਦਾ, ਪਰ ਉਹਦੇ ਗੇੜੇ ਪੁੱਠੇ ਆ ਕਿ ਸਿੱਧੇ ਆ। ਇਹ ਪਤਾ ਉਦੋਂ ਹੀ ਲੱਗਣਾ ਜਦੋਂ ਮੋਟਰ ਬੰਨ੍ਹਦਾ ਬੰਦਾ ਅਸੀਂ ਕੋਲ ਖੜ ਕੇ ਦੇਖਿਆ ਤੇ ਉਹਨੇ 1-2 ਵਾਰੀ ਕਿਹਾ ਕਿ ਹੁਣ ਤੈਨੂੰ ਪਤਾ ਲੱਗ ਗਿਆ, ਹੁਣ ਤੂੰ ਮੋਟਰ ਆਪ ਬੰਨ੍ਹ ਕੇ ਦੇਖ। ਕਿਉਂਕਿ ਬੱਚੇ ਦੇ ਕੋਲੇ ਡਿਗਰੀ ਕਈ ਵਾਰੀ ਹੁੰਦੀ ਆ, ਬੱਚੇ ਦਾ ਕਸੂਰ ਨਹੀਂ ਹੁੰਦਾ, ਸਾਡੇ ਸਿਸਟਮ ਦਾ ਕਸੂਰ ਹੈ, ਸਾਡੇ ਪੜ੍ਹਾਈ ਵਾਲੇ ਢਾਂਚੇ ਦਾ ਕਸੂਰ ਹੈ। ਪਰ ਜੇ ਅਸੀਂ ਕਹਾਂਗੇ ਕਿ ਭਾਈ ਪਹਿਲਾਂ 3 ਸਾਲ ਦੀ ਡਿਗਰੀ ਕਰਨੀ ਹੈ, ਉਹਦੇ ਤੋਂ ਬਾਅਦ ਸਾਲ ਕ ਅਸੀਂ ਬਾਅਦ ਵਿੱਚ ਲਾ ਲਵਾਂਗੇ ਕਿ ਪ੍ਰੈਕਟੀਕਲ ਸਿੱਖ ਲਵਾਂਗੇ, ਨਹੀਂ, ਤੁਸੀਂ ਨਾਲੋਂ ਨਾਲ, ਕਿਉਂਕਿ ਸ਼ਹਿਰ ਤਾਂ ਪੜ੍ਹਨ ਜਾਣਾ ਹੀ ਆ, 2 ਵਜੇ ਤੁਹਾਨੂੰ ਛੁੱਟੀ ਹੋ ਜਾਂਦੀ ਹੈ, ਤੁਸੀਂ 3 ਤੋਂ 5 ਕਿਤੇ ਦੁਕਾਨ ਤੇ ਲੱਗੋ, ਉੱਥੇ ਕਿਸੇ ਦਾ ਮਿੰਤ ਤਰਲਾ ਕਰਕੇ ਉੱਥੇ ਨਾਲ ਸਿੱਖੋ। ਪੈਸੇ ਟਕੇ ਦੀ ਉਹਦੇ ਤੋਂ ਆਸ ਨਾ ਰੱਖੋ, ਤਾਂ ਜੋ ਜਦੋਂ ਤੁਸੀਂ ਆਪਣੀ ਡਿਗਰੀ ਮੁਕੰਮਲ ਕਰਕੇ ਨਿਕਲੋ, ਇੱਕ ਤਾਂ ਤੁਹਾਨੂੰ ਤੁਹਾਡਾ ਅਦਾਰਾ ਕਹੇ ਜੀ ਇਹਨੇ 72% ਨੰਬਰ ਲੈ ਕੇ ਪਾਸ ਕੀਤਾ, ਉਹਦੇ ਤੋਂ ਬਾਅਦ ਤੁਹਾਨੂੰ ਕੌਨਫੀਡੈਂਸ ਹੋਵੇ ਕਿ ਮੈਂ ਜਦੋਂ ਇੰਟਰਵਿਊ ਦੇਣ ਜਾਣਾ ਤੇ ਅਗਲੇ ਨੇ ਮੇਰੇ ਸਾਹਮਣੇ ਮੋਟਰ ਰੱਖੀ ਤਾਂ ਮੈਂ ਖੋਲ ਕੇ ਉਹਨੂੰ ਦੁਬਾਰਾ ਬੰਨ੍ਹ ਕੇ
ਜਿਹੜਾ ਉਹਨਾਂ ਨੂੰ ਦਿਖਾਉਣ ਦੀ ਸਮਰੱਥਾ ਰੱਖਦਾ। ਤਾਂ ਜੇ ਮੈਂ ਇਕੱਲਾ ਪੇਪਰ ਦੇ ਉੱਤੇ ਲਿਖਣਾ, ਜਿਹਨੇ ਏਸੀ ਠੀਕ ਕਰਾਉਣਾ ਉਹਨੇ ਤੁਹਾਡੇ ਤੋਂ ਕਰਾ ਕੇ ਦੇਖਣਾ ਹੈ, ਉਹਨੇ ਕਾਗਜ਼ ਤੇ ਲਿਖਾ ਕੇ ਨਹੀਂ ਦੇਖਣਾ ਹੈ। ਜਿਹਨੇ ਕੰਮ ਤੁਹਾਡੇ ਕੋਲੋਂ ਸੀਏ ਦਾ ਕਰਾਉਣਾ ਉਹਨੇ ਕਰਾ ਕੇ ਦੇਖਣਾ ਹੈ, ਉਹਨੇ ਤੁਹਾਡੇ ਇਕੱਲੇ ਸਰਟੀਫਿਕੇਟ ਨੂੰ, ਡਿਗਰੀ ਨੂੰ ਨਹੀਂ ਦੇਖਣਾ। ਬੱਚੇ ਦਾ ਕਸੂਰ ਕੋਈ ਨਹੀਂ ਹੁੰਦਾ, ਪਰ ਸਾਨੂੰ ਇਹ ਬਦਲ ਦੇਣਾ ਪਊਗਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਦਾ ਅਸੀਂ ਰੋਣ ਹੱਕਾ ਮੂੰਹ ਨਾ ਦੇਖੀਏ, ਉਹ ਡਿਗਰੀਆਂ ਲੈ ਕੇ ਸਵੇਰੇ ਜਾਵੇ ਤਾਂ ਸ਼ਾਮ ਨੂੰ ਚੁੱਪ ਚਪੀਤਾ ਖਾਲੀ ਹੱਥ ਘਰ ਆਵੇ। ਉਹ ਜੇ ਰਵਾਇਤ ਬਦਲਣੀ ਆ ਤਾਂ ਸਾਨੂੰ ਇੱਧਰ ਤੁਰਨਾ ਪਊਗਾ। ਸਰਕਾਰਾਂ ਦੀ ਮੂੰਹ ਵੱਲ ਦੇਖਿਆ ਕੱਖ ਨਹੀਂ ਬਣਨਾ। ਬਾਠ ਸਾਹਿਬ, ਪੰਜਾਬੋਂ ਬਾਹਰ ਕਿੰਨੀਆਂ ਕੁ ਕੋਠੀਆਂ ਪਈਆਂ ਆਪਾਂ ਕਿਤੇ ਪਹਿਲੀਆਂ ਵੇਖੀਆਂ ਸੀ। ਪੰਜਾਬ ਦੇ ਵਿੱਚ ਬਹੁਤ ਕੋਠੀਆਂ ਅੱਜ ਦੀਆਂ ਨਹੀਂ, ਕਈ ਦਹਾਕੇ ਪਹਿਲਾਂ ਤੋਂ ਪੈਣ ਲੱਗ ਪਈਆਂ, ਅੱਜ ਵੀ ਆਪਾਂ ਪਾਈ ਜਾਂਦੇ ਹਾਂ। ਪਰ ਤੁਸੀਂ ਜਾਂ ਮੈਂ ਜਾਂ ਹੋਰ ਵੀ ਕਿਸੇ ਆਪਣੇ ਦਰਸ਼ਕ ਨੇ ਜੇ ਕਿਤੇ ਉਹ ਵੇਖੀ ਹੋਵੇ ਚੀਜ਼, ਤੇ ਜ਼ਰੂਰ ਤੁਸੀਂ ਆਪਣੀ ਟਿੱਪਣੀ ਕਰ ਦਿਓ ਕਿ ਪੱਥਰ ਲਾਉਣ ਵਾਲੇ ਤੇ ਟਾਈਲਾਂ ਲਾਉਣ ਵਾਲੇ ਕਾਰੀਗਰ ਕਿੰਨੇ ਕੁ ਤੁਸੀਂ ਪੰਜਾਬੀ ਵੇਖਿਆ। ਦਹਾਕਿਆਂ ਤੋਂ ਇਹ ਕੰਮ ਪੰਜਾਬ 'ਚ ਹੋ ਰਿਹਾ, ਪੰਜਾਬ ਦੀ ਲੋੜ ਹੈ, ਆਪਾਂ ਨੂੰ ਪਤਾ ਹੈ। ਜਿਹੜੇ ਬੰਦੇ ਨੂੰ ਅੱਜ ਵੀ ਸੋਚ ਲਓ, ਉਹ ਵੀ ਇਹ ਸੋਚਦਾ ਵੀ ਯਾਰ ਆਪਾਂ ਮਕਾਨ ਬਣਾਉਣਾ, ਆਪਾਂ ਕੋਠੀ ਪਾਉਣੀ ਆ, ਫਿਰ ਕੀ ਲਾਉਣਾ, ਆਪਾਂ ਪੱਥਰ, ਗ੍ਰੇਨਾਈਟ ਜਾਂ ਫਿਰ ਆਪਾਂ ਲਾਉਣੀਆਂ ਟਾਈਲਾਂ। ਪਰ ਉਹ ਜਿਹੜਾ ਕੰਮ ਹੈ ਉਹ ਅੱਜ ਦੀ ਡੇਟ ਦੇ ਵਿੱਚ ਵੀ ਪੰਜਾਬ ਦੇ ਵਿੱਚੋਂ ਆਪਾਂ ਨੂੰ ਕਾਰੀਗਰ ਕਿਉਂ ਨਹੀਂ ਲੱਭਦਾ, ਆਪਾਂ ਨੂੰ ਬਾਹਰ ਵਾਲਾ ਕਾਰੀਗਰ ਕੋਲ ਦੇਖਣਾ ਪੈਂਦਾ। ਇਹ ਗੱਲ ਆਪਾਂ ਨੂੰ ਸੁਣਨ ਨੂੰ ਮਿਲਦੀ ਹੈ ਕਿ ਵੀ ਮੈਂ ਜੀ ਉਹ ਫਲਾਨੀ ਪ੍ਰਾਈਵੇਟ ਨੌਕਰੀ ਕਰਦਾ ਭਾਜੀ, ਉਹ 6500 ਰੁਪਈਆ ਦਿੰਦੇ ਆ, ਦੱਸੋ ਉਹਦੇ 'ਚ ਕੀ ਹੁੰਦਾ, ਮੇਰੇ ਕੋਲ ਆਹ ਡਿਗਰੀ। ਪਰ ਉਹੀ ਬੰਦਾ ਜਦੋਂ 4 ਦਿਨ ਪੈਸੇ ਜੋੜ ਕੇ ਤੇ ਜੇ ਭਾਵੇਂ 2 ਕਮਰੇ ਵੀ ਪਾ ਲਵੇ, ਤੇ ਉਹ ਜਿਹੜਾ ਠੇਕੇਦਾਰ ਪੱਥਰ ਵਾਲਾ ਤੇ ਟਾਈਲਾਂ ਵਾਲਾ ਤੁਹਾਡੇ ਕੋਲੋਂ ਕਿੰਨੇ ਪੈਸੇ ਲਾ ਕੇ ਲੈ ਕੇ ਜਾਂਦਾ, ਕਦੀ ਹਿਸਾਬ ਲਾਇਆ ਉਸ ਚੀਜ਼ ਦਾ? ਤੁਸੀਂ ਬਾਠ ਸਾਹਿਬ ਸਮਝ ਪਾ ਰਹੇ ਹੋ ਮੈਂ ਕੀ ਕਹਿ ਰਿਹਾ? ਸ਼ਾਇਦ ਆਪਾਂ ਨੂੰ ਇਹ ਲੱਗਦਾ ਵੀ ਉਹ ਕੰਮ ਨਿੱਕਾ ਵੱਡਾ। ਜੀ 200% ਦੀ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਸੰਧਾਲੀਆ ਸਾਹਿਬ। 200% ਦੀ ਮੈਂ ਇਸ ਕਰਕੇ ਕਿਹਾ ਕਿਉਂਕਿ ਘਰ ਬਣਨੇ ਆ, ਛੋਟੇ ਬਣਨ ਵੱਡੇ ਬਣਨ ਦਰਮਿਆਨੇ ਬਣਨ, ਕਿਸੇ ਦੀ ਹੈਸੀਅਤ ਹੋਵੇ ਨਾ ਹੋਵੇ, ਜਦੋਂ ਛੱਤ ਚੋਣ ਲੱਗਦੀ ਆ ਫਿਰ ਉਹਦੀ ਮਜਬੂਰੀ ਬਣ ਜਾਂਦੀ ਆ ਕਿ ਭਾਈ ਮੈਂ ਛੱਤ ਪਾ ਲਾਂ। ਅੱਜ ਆਪਾਂ ਪੰਜਾਬ 'ਚ ਦੇਖਦੇ ਕੀ ਆ? ਮੈਂ ਕਹਿੰਦਾ ਕਿ ਠੀਕ ਹੈ, ਅਸੀਂ ਮਿੱਟੀ ਦੇ ਨਾਲ ਲਿਬੜੇ ਬੰਦੇ ਨੂੰ ਚੰਗਾ ਸਮਝਣੋਂ ਹਟ ਗਏ, ਕਮਾਲ ਹੋ ਗਈ ਹੈ। ਇੱਥੇ ਤਾਂ ਸਾਡੇ ਗੁਰੂ ਸਾਹਿਬਾਨ ਵੀ ਉਹ ਹੋਏ ਆ ਜਿਹੜੇ ਚਿੱਟੇ ਕੱਪੜੇ ਪਾ ਕੇ ਬਹਿੰਦੇ ਸੀ, ਉਹਨਾਂ ਦੀ ਜਗ੍ਹਾ ਦੇ ਉੱਤੇ ਪ੍ਰੈਫਰੈਂਸ ਉਹਨਾਂ ਨੂੰ ਦਿੱਤੀ ਗਈ ਸੀ ਜਿਹੜੇ ਮਿਹਨਤ ਕਰਦੇ ਸੀ, ਜਿਹੜੇ ਉੱਥੇ ਜਾ ਕੇ ਜਿੱਥੇ ਪਸ਼ੂ ਬੰਨੇ ਹੁੰਦੇ ਸੀ ਗੁਰੂ ਘਰ ਦੇ, ਜਿੱਥੇ ਸੇਵਾ ਚੱਲਦੀ ਸੀ, ਜਿਹੜੇ ਉੱਥੇ ਕੰਮ ਕਰਦੇ ਸੀ, ਉਹਨਾਂ ਦੀ ਸੇਵਾ ਨੂੰ ਸਭ ਤੋਂ ਅਹਿਮ ਮੰਨਿਆ ਗਿਆ ਕਿ ਭਾਈ ਇਹ ਕਿਰਤ ਕਰਨ ਵਾਲੇ ਆ, ਸਮਰਪਣ ਭਾਵ ਵਾਲੇ ਆ। ਤੇ ਅੱਜ ਅਸੀਂ ਕਿੱਧਰ ਨੂੰ ਤੁਰ ਪੈ, ਲੈ ਉਹ ਯਾਰ ਸਾਰੀ ਦਿਹਾੜੀ ਲਿਬੜਿਆ ਰਹਿੰਦਾ, ਹਾਂ ਉਹ ਥੋੜੋ, ਉਹ ਕੁਰਸੀ ਤੇ ਵਿਆਹ ਦੇ ਵਿੱਚ ਲਾਗੇ ਆ ਕੇ ਬਹਿ ਜਵੇ, ਉਹ ਨਹੀਂ ਯਾਰ ਕਿੱਥੋਂ ਆ ਗਿਆ ਪਤਾ ਨਹੀਂ ਸਵੇਰ ਦਾ ਕੀ ਕੰਮ ਕਰਦਾ। ਉਹੀ ਤਾਂ ਬਾਬੇ ਨਾਨਕ ਦਾ ਬੰਦਾ ਹੈ, ਉਹੀ ਤਾਂ ਕਿਰਤੀ ਹੈ, ਉਹੀ ਤਾਂ ਸਤਿਕਾਰਯੋਗ ਹੈ, ਉਹੀ ਤਾਂ ਹੀਰੋ ਹੈ, ਉਹੀ ਤਾਂ ਆਦਰਸ਼ ਹੈ। ਉਹਨੂੰ ਅਸੀਂ ਚੱਕ ਕੇ ਪਰੇ ਕਰਤਾ ਕਿ ਨਹੀਂ ਯਾਰ ਇਹ ਨਹੀਂ, ਉਹ ਜਿਹਨਾਂ 4 ਬੰਦੇ ਤੁਰੇ ਫਿਰਦੇ ਚਿੱਟੇ ਕੁੜਤੇ ਪਜਾਮੇ ਵਾਲੇ ਨਾ, ਉਹ ਚਾਹੀਦਾ। ਉਹਦੇ ਲਾਗੇ ਅਸੀਂ ਮੇਰੇ ਵਰਗਾ ਬੰਦਾ ਜਿਹੜਾ 15 ਇੰਚ ਵਾਲਾ ਹੁੰਦਾ, ਉਹ ਵੀ 25 ਇੰਚ ਦਾ ਹੋ ਕੇ ਆਇਆ ਬੈਠਣ ਦੀ ਕੋਸ਼ਿਸ਼ ਕਰਦਾ ਕਿ ਲੈ ਆਹ ਫੋਟੋ ਮਰਜੀ ਫੋਟੋ ਖਿੱਚੀ, ਉੱਦਾਂ ਹੀ ਉਹਨੂੰ ਇਸ਼ਾਰੇ ਕਰੀ ਜਾਣੇ ਫੋਟੋਗ੍ਰਾਫਰ ਨੂੰ, ਆ ਮਰਜੀ ਇਹਦੇ ਨਾਲ ਫੋਟੋ ਖਿੱਚੀ। ਸਾਡੀ ਕਦੇ ਘਰ ਦੇ ਵਿੱਚ ਫੋਟੋ ਕਦੇ ਇਮਾਨਦਾਰ ਮਿਸਤਰੀ ਨਾਲ ਲੱਗੀ ਦੇਖੀ? ਇਮਾਨਦਾਰ ਮਿਸਤਰੀ ਨੂੰ ਅਸੀਂ ਸਭ ਤੋਂ ਪਹਿਲਾਂ ਕਦੇ ਸੱਦਾ ਪੱਤਰ ਦੇਣ ਗਏ ਆ ਕਿ ਭਾਈ ਕੁੜੀ ਦਾ ਜਾਂ ਮੁੰਡੇ ਦਾ ਵਿਆਹ ਰੱਖਿਆ, ਤੂੰ ਆਈ ਜ਼ਰੂਰ? ਕਦੇ ਉਹਦੇ ਲਈ ਮੋਹਰਲੀ ਕੁਰਸੀ ਖਾਲੀ ਕਰਾਈ ਆ? ਨਾ, ਵਿਹਲੜਾਂ ਲਈ ਕਰਾਉਣੀਆਂ ਅਸੀਂ, ਜਿਹੜਾ 4 ਦਿਨ ਪਹਿਲਾਂ ਤੋਂ ਉਹਨੂੰ ਕਹਿਣਾ ਤੁਸੀਂ ਜ਼ਰੂਰ ਆਉਣਾ ਜੀ। ਸੰਧਾਲੀਆ ਸਾਹਿਬ ਇਸ ਵੇਲੇ ਘਰ ਦੇ ਵਿੱਚ ਜਿਹੜਾ ਜਦੋਂ ਘਰ ਬਣਦਾ, ਮੈਂ ਕਹਿੰਦਾ ਕਿ ਕੰਮ ਭਾਵੇਂ 8 ਘੰਟੇ ਕਰੋ, 12 ਘੰਟੇ ਕਰਨ ਦੀ ਲੋੜ ਨਹੀਂ, ਪਰ ਠੋਕ ਕੇ ਕਰੋ। ਬਾਅਦ ਵਿੱਚ 4 ਘੰਟੇ ਭਾਵੇਂ ਤੁਸੀਂ ਚਿੱਟਾ ਕੁੜਤਾ ਪਜਾਮਾ ਪਾ ਕੇ ਸ਼ਾਮ ਨੂੰ ਸੱਥ 'ਚ ਵੀ ਬੈਠੋ। ਹੁਣ ਕਾਰੀਗਰ ਜੇ ਲਿਆਉਣਾ ਹੋਵੇ ਰਾਜ ਮਿਸਤਰੀ, ਉਹ ਬਹੁਤੇ ਸਾਡੇ ਪ੍ਰਵਾਸੀ ਕਿਰਤੀ ਬੰਦੇ, ਜੇ ਪੱਥਰ ਲਾਉਣ ਵਾਲੇ, ਪੱਥੇ ਰਗੜਨ ਵਾਲੇ, ਉਹ ਵੀ ਉਹ ਬੰਦੇ। ਇਹਦੇ ਤੋਂ ਇਲਾਵਾ ਜਦੋਂ ਜਾਲ ਬੰਨਣ ਆਉਂਦੇ, ਮੈਂ ਨਹੀਂ ਕਹਿੰਦਾ ਕਿ ਪੰਜਾਬੀ ਕੰਮ ਨਹੀਂ ਕਰਦੇ, ਹਜ਼ਾਰਾਂ ਕਰਦੇ ਹੋਣਗੇ, ਪਰ ਸਾਡੇ ਕੋਲੇ ਸੰਭਾਵਨਾਵਾਂ ਸੀ, ਪਰ ਉਹ ਕਿਸੇ ਹੋਰ ਨੇ ਆ ਕੇ ਹਾਸਲ ਕੀਤੀਆਂ। ਜਾਲ ਬੰਨਣਾ ਕਿਹਨੇ ਹੈ, ਪਲੰਬਰ ਦਾ ਕੰਮ ਕਿਹਨੇ ਕਰਨਾ ਹੈ, ਬਾਕੀ ਸਾਰੇ ਕੰਮ ਕਰ ਕਿਹਨੇ ਕਰਨੇ ਆ, ਭਰਤੀ ਕਿਹਨੇ ਪਾਉਣੀ ਹੈ, ਗਟਰ ਵਾਲਾ ਟੋਆ ਕਿਹਨੇ ਪੱਟਣਾ ਹੈ, ਸਾਰੇ ਹੀ ਕੰਮ ਤਾਂ ਆਪਾਂ ਉਹਨਾਂ ਨੂੰ ਦੇ ਦਿੱਤੇ। ਅਸੀਂ ਕਹਿੰਦੇ ਕੀ ਆ ਜੀ ਉਹ ਕੰਮ ਛੇਤੀ ਕਰ ਦਿੰਦੇ ਆ, ਉਹ ਜੀ ਕੰਮ ਮਿਹਨਤ ਨਾ ਕਰਦੇ ਆ। ਅਸੀਂ ਕਾਹਤੋਂ ਨਹੀਂ ਮਿਹਨਤ ਨਾ ਕਰਦੇ? ਅਸੀਂ ਤਾਂ ਮਿਹਨਤੀ ਬੰਦੇ ਆ ਭਾਈ, ਅਸੀਂ ਤਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਸਾਰੇ ਕੰਮ ਸਾਂਭੇ ਹੋ ਆ। ਉਹ ਅਗਲੇ ਕਹਿੰਦੇ ਕਿ ਭਾਈ ਆਪਣੇ ਬੰਦੇ ਲਾਉਣੇ ਆ, ਕਮਾਲ ਨਾਲ ਤੜਕੇ ਆਉਂਦੇ ਆ, ਦੇਰ ਰਾਤ ਤੱਕ ਕੰਮ ਕਰਕੇ ਠਾ ਜਾਂਦੇ ਆ, ਬਾਕੀ ਬੰਦੇ ਤਾਂ 4-4 ਦਿਨ ਲਾਉਂਦੇ ਆ। ਉਹ ਖਾਸੀਅਤ ਪੰਜਾਬ ਦੇ ਵਿੱਚ ਸਾਨੂੰ ਤਬਦੀਲ ਕਰਨੀ ਪਊਗੀ। ਇਹ ਬਿਲਕੁਲ ਬਹੁਤ ਜ਼ਰੂਰੀ ਹੈ। ਇੱਥੇ ਮੈਂ ਇੱਕ ਚੀਜ਼ ਇਹ ਵੀ ਐਡ ਕਰ ਦਵਾਂ ਕਿ ਆਪਾਂ ਇਹ ਨਾ ਸਮਝੀਏ ਕਿ ਅਸੀਂ ਚਾਹੁੰਦੇ ਹਾਂ ਕਿ ਵੀ ਯਾਰ ਹੋ ਸਕਦਾ ਕਿਸੇ ਬੰਦੇ ਦੇ ਦਿਮਾਗ 'ਚ ਆਉਂਦਾ ਹੋਵੇ ਵੀ ਯਾਰ ਇਹ ਤਾਂ ਟੈਲੀਵਿਜ਼ਨ 'ਤੇ ਬੈਠੇ ਐਵੇਂ ਗੱਲਾਂ ਮਾਰਦੇ ਮਾਮੇ, ਇਹ ਚਾਹੁੰਦੇ ਆ ਵੀ ਅਸੀਂ ਵੀ ਇੱਥੇ ਘੱਟੇ ਨਾ ਘੱਟਾ ਹੋ ਜਾਈਏ। ਆ ਬਾਠ ਕੈਨੇਡਾ ਬੈਠਾ, ਇਹਨੂੰ ਇਹ ਲੱਗਦਾ ਵੀ ਜੇ ਅਸੀਂ ਕੈਨੇਡਾ ਚੱਲ ਗਏ ਤਾਂ ਸਾਨੂੰ ਤੰਗੀ ਹੈ। ਅਸੀਂ ਉਸ ਗੱਲ ਵੱਲ ਬਿਲਕੁਲ ਨਹੀਂ ਆਉਂਦੇ। ਅਸੀਂ ਸਿਰਫ ਇਹ ਕਹਿੰਦੇ ਹਾਂ ਕਿ ਵੀ ਇਹ ਜੋ ਕੁਛ ਇਸ ਵਕਤ ਚੱਲ ਰਿਹਾ ਹੈ, ਤੇ ਆਪਾਂ ਨੂੰ ਖੁਦ ਆਪਣਾ ਘਰ ਵੀ ਦੇਖਣਾ ਪਊਗਾ, ਆਪਣਾ ਪਰਿਵਾਰ ਦੇਖਣਾ ਪਊਗਾ, ਆਪਣੀ ਜੇਬ ਵੇਖਣੀ ਪਊਗੀ, ਆਪਣੀ ਸਮਰੱਥਾ ਵੇਖਣੀ ਪਊਗੀ, ਅਤੇ ਹਿਸਾਬ ਲਾਉਣਾ ਪਊਗਾ ਕਿ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਹਦੇ 'ਚੋਂ ਸਾਨੂੰ ਕੀ ਮਿਲਦਾ, ਅਤੇ ਜਿਹੜੀਆਂ ਸਾਡੇ ਕੋਲ ਸੰਭਾਵਨਾਵਾਂ ਨੇ ਜਿਹੜੀਆਂ ਕਿ ਅਸੀਂ ਕਰ ਸਕਦੇ ਹਾਂ ਉਹਦੇ 'ਚੋਂ ਸਾਨੂੰ ਕੀ ਮਿਲਦਾ।
ਹੁਣ ਤੱਕ ਬਾਠ ਸਾਹਿਬ ਪੰਜਾਬੀਆਂ ਨੂੰ ਇਹ ਕਿਹਾ ਜਾਂਦਾ ਜੀ ਪੰਜਾਬੀਆਂ ਨੇ ਦੇਸ਼ ਆਜ਼ਾਦ ਕਰਾਇਆ, ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਗੋਰੇ ਭਜਾਤੇ, ਅਸੀਂ ਉਹ ਲੋਕ ਹਾਂ ਜਿਹੜੇ ਅਸੀਂ ਬਾਰਡਰਾਂ 'ਤੇ ਹਿੱਕਾਂ ਡਾਹ ਕੇ ਖੜੇ ਹਾਂ। ਇਹ ਠੀਕ ਹੈ ਜੀ, ਇਹ ਫੀਤੀਆਂ ਨੇ, ਇਹ ਵਾਕਿਆ ਹੀ ਉਹ ਮਾਣ ਹੈ ਜਿਹੜਾ ਕਿ ਪੰਜਾਬੀਆਂ ਨੂੰ ਹਾਸਲ ਹੈ। ਪਰ ਕਿਉਂ ਅੱਜ ਦੀ ਡੇਟ ਦੇ ਵਿੱਚ ਪੰਜਾਬ 'ਚੋਂ ਕੋਈ ਅਬਾਨੀ ਨਹੀਂ ਪੈਦਾ ਹੁੰਦਾ? ਅੱਜ ਦੀ ਡੇਟ 'ਚੋਂ ਕੀ ਗੱਲ ਪੰਜਾਬ 'ਚੋਂ ਅਡਾਨੀ ਨਹੀਂ ਬਣ ਸਕਦਾ? ਅੱਜ ਅਸੀਂ ਧਰਨੇ ਲਾਉਣ ਡਿਆ ਵੀ ਕਾਰਪੋਰੇਟ ਹਾਊਸ ਕੋਈ ਵੱਡਾ ਅਮੀਰ ਸਾਡੇ ਪੰਜਾਬ 'ਤੇ ਨਾ ਆ ਜਾਵੇ। ਯਾਰ ਉਹ ਵੀ ਤਾਂ ਇਸੇ ਮੁਲਕ 'ਚ ਉੱਠੇ ਨੇ, ਪੰਜਾਬੀ ਕਿਉਂ ਨਹੀਂ ਉਹੋ ਜਿਹਾ ਵਪਾਰ ਕਰ ਸਕਦੇ ਵੀ ਕੱਲ੍ਹ ਨੂੰ ਇਹ ਕਹਿਣ ਵੀ ਯਾਰ ਫਲਾਨਾ ਵਪਾਰੀ ਜਾਂ ਫਲਾਨਾ ਘਰਾਣਾ ਫਲਾਨਾ ਕਾਰਪੋਰੇਟ ਹਾਊਸ ਪੰਜਾਬੀਆਂ ਦਾ ਹੈ, ਵੀ ਉਹ ਪੰਜਾਬ ਦੇ ਲੋਕ ਨੇ। ਆਪਾਂ ਨੂੰ ਉਸ ਪਾਸੇ ਤੁਰਨ ਤੋਂ ਕਿਉਂ ਰੋਕਿਆ ਜਾ ਰਿਹਾ? ਇਹ ਆਪਾਂ ਨੂੰ ਸੋਚਣਾ ਪਊਗਾ, ਦਿਮਾਗ 'ਚ ਠੰਡਾ ਪਾਣੀ ਪਾ ਕੇ, ਭਾਵੇਂ ਠੰਡ ਹੀ ਹੋਊਗੀ ਹੁਣ। ਦੇਖੋ, ਜਿਹੜਾ ਬੰਦਾ ਕਿਰਤ ਕਰਦਾ, ਜਿਹੜਾ ਬੰਦਾ ਰਲ ਮਿਲ ਕੇ ਰਹਿੰਦਾ, ਉਹਨੂੰ ਸਤਿਕਾਰ ਦੇਣਾ ਚਾਹੀਦਾ। ਚਾਹੇ ਉਹ ਗੁਜਰਾਤੀ ਹੈ, ਚਾਹੇ ਉਹ ਅਮਰੀਕੀ ਹੈ, ਚਾਹੇ ਉਹ ਕੈਨੇਡੀਆਈ ਹੈ, ਚਾਹੇ ਉਹ ਅਫਰੀਕੀ ਬੰਦਾ, ਕੋਈ ਬੰਦਾ ਉਹਨੂੰ ਸਤਿਕਾਰ ਦਈਏ। ਪਰ ਨਾਲ ਅਸੀਂ ਸੋਚੀਏ, ਸੰਧਾਲੀਆ ਸਾਹਿਬ ਕੋਈ ਗੁੱਸਾ ਨਾ ਕਰੇ। ਮੈਂ ਕਹਿੰਦਾ ਕਿ ਇਹ ਤਾਂ ਵਿਚਾਰਾਂ ਹੀ ਨੇ, ਸਹਿਮਤੀ ਹੋ ਸਕਦੀ ਹੈ। ਅਸੀਂ ਤਾਂ ਭਾਈ ਤੁਹਾਡੇ ਤੋਂ ਛੋਟੇ ਆ, ਬੁੱਧੀ ਦੇ ਵਿੱਚ ਵੀ, ਵਿਵੇਕ ਦੇ ਵਿੱਚ ਵੀ, ਕਈਆਂ ਤੋਂ ਉਮਰ ਦੇ ਵਿੱਚ ਵੀ, ਤਾਂ ਤੁਸੀਂ ਸਾਨੂੰ ਮਾਫ ਕਰੋਗੇ ਜ਼ਰੂਰ। ਅੱਜ ਅਸੀਂ ਕਹਿੰਦੇ ਆ ਕਿ ਫਲਾਨੇ ਬੰਦਿਆਂ ਨੇ, ਕਿ ਗੁਜਰਾਤੀ ਬੰਦਾ ਕੋ ਬਾਹਰ ਚਲੇ ਜਾਏ ਸਹੀ, ਫਲਾਨੇ ਭਾਈਚਾਰੇ ਦਾ ਕੁਝ ਯਹੂਦੀਆਂ ਦਾ ਚਲੇ ਜਾਏ ਸਹੀ, ਉਹ ਬੰਦੇ ਉਹਨੂੰ ਪੈਸਾ ਟਕਾ ਵੀ ਦਿੰਦੇ ਆ, ਉਹਨੂੰ ਰੱਖਦੇ ਵੀ ਆ, ਉਹਦਾ ਕਾਰੋਬਾਰ ਵੀ ਸੈੱਟ ਕਰਾਉਂਦੇ ਆ, ਫਿਰ ਉਹਦੇ ਤੋਂ ਗਾਹਾਂ ਕਿਸੇ ਹੋਰ ਦੀ ਮਦਦ ਕਰਾਉਂਦੇ ਆ। ਆਖੇ ਜੀ ਉਹਨਾਂ ਦੇ ਕਾਰਪੋਰੇਟ ਹਾਊਸਸ ਜਿਹੜੇ ਬਹੁਤ ਵਧੀਆ, ਕੋਆਪਰੇਟਿਵ ਹਾਊਸਸ ਉਹਨਾਂ ਦੇ ਬਹੁਤ ਵਧੀਆ, ਸੁਸਾਇਟੀਆਂ ਬੜੀ ਵਧੀਆ। ਅਸੀਂ ਕੀ ਕਰਦੇ ਹਾਂ? ਕਦੇ ਤੁਸੀਂ ਸੋਚ ਵਿਚਾਰ ਕੇ ਦੇਖਿਓ, ਜਿਹੜਾ ਬੰਦਾ ਮਾਝੇ ਦੇ ਵਿੱਚ ਰਹਿੰਦਾ ਉਹ ਦੁਆਬੀਏ ਦੇ ਬਾਰੇ ਕੀ ਸੋਚਦਾ? ਜਿਹੜਾ ਦੁਆਬੇ 'ਚ ਰਹਿੰਦਾ ਉਹ ਮਾਲਵੇ ਦੇ ਬੰਦੇ ਬਾਰੇ ਕੀ ਸੋਚਦਾ? ਜਿਹੜਾ ਮਾਲਵੇ ਦੇ ਵਿੱਚ ਰਹਿੰਦਾ ਉਹ ਮਝੈਲ ਬੰਦੇ ਦੇ ਬਾਰੇ ਤੇ ਦੁਆਬੀ ਦੇ ਬਾਰੇ, ਦੋਨਾਂ ਦੇ ਬਾਰੇ ਕੀ ਸੋਚਦਾ? ਮਾੜਾ ਜਿਹਾ ਵੈਸੇ ਹੀ ਗੱਲ ਹੀ ਕਰਦੇ ਹਾਂ ਆਪਾਂ। ਇਹ ਨਹੀਂ ਕਹਿੰਦੇ ਕਿ ਤੁਸੀਂ ਗਲਤ ਹੋ ਜਾਂ ਅਸੀਂ ਗਲਤ ਹਾਂ, ਵੈਸੇ ਹੀ ਇੱਕ ਗੱਲ ਆ, ਜਾਣੀ ਲੋੜ ਇਕੱਠੇ ਹੋਣ ਦੀ ਹੈ। ਅਸੀਂ ਉਧਰਲੇ ਪਾਸੇ ਨੂੰ, ਹਾਂ ਉਹ ਤਾਂ ਲੁਧਿਆਣੇ ਦਾ, ਲੁਧਿਆਣੇ ਵਾਲਾ ਕਹੂ ਉਹ ਤਾਂ ਜਲੰਧਰ ਦਾ, ਜਲੰਧਰ ਵਾਲਾ ਕਹੂ ਉਹ ਯਾਰ ਉਹ ਤਰਨ ਦਾ। ਕਮਾਲ ਹੋ ਗਈ ਆ, ਇੰਨਾ ਕੁ ਪੰਜਾਬ ਛੋਟਾ ਜਿਹਾ, ਅਸੀਂ 136 ਹਿੱਸਿਆਂ ਦੇ ਵਿੱਚ ਛਿੱਲ ਦਿੱਤਾ। ਉਹ ਨਾ ਉਹਨਾਂ ਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ, ਉਹ ਨਹੀਂ ਉਹਨਾਂ ਨੇ ਤਾਂ ਤੂੜੀ ਪਰਲੇ ਕਮਰੇ 'ਚ ਰੱਖੀ ਹੁੰਦੀ ਆ। ਫੇ ਤੂੜੀ ਰੱਖੀ ਹੁੰਦੀ ਹੈ, ਕੋਈ ਫੀਮ ਦਾ ਨਹੀਂ ਰੱਖੀ ਹੁੰਦੀ, ਕੋਈ ਚਿੱਟਾ ਦਾ ਨਹੀਂ ਰੱਖਿਆ ਹੁੰਦਾ, ਹੋਰ ਉਹ ਤੂੜੀ ਕਿੱਥੇ ਰੱਖਣ? ਕੋਈ ਕੁੱਪ ਬੰਦਾ ਹੋਊਗਾ, ਕੋਈ ਸ਼ੈੱਡ 'ਚ ਰੱਖ ਲੈਂਦਾ ਹੋਊਗਾ। ਆਹ ਜਿਹੜਾ ਸਾਡੇ 'ਚ ਇੱਕ ਅੰਸ਼ ਆ ਗਿਆ ਨਾ, ਕਿ ਜਿਹੜੇ ਇਲਾਕੇ ਦੇ ਵਿੱਚ ਮੈਂ ਰਹਿਣਾ ਉਹਦੇ ਤੋਂ ਵਧੀਆ ਇਲਾਕਾ ਹੀ ਕੋਈ ਨਹੀਂ। ਜੇ ਕੋਈ ਬੰਦਾ ਮੜ ਜਾ ਡਿਫਰੈਂਟ ਢੰਗ ਦੇ ਨਾਲ, ਵੱਖਰੇ ਢੰਗ ਦੇ ਨਾਲ ਬੋਲਦਾ, ਫਲਾਨਾ ਲੱਗਦਾ ਹੀ। ਅਸੀਂ ਫਿਰ ਕੋਆਪਰੇਟਿਵ ਸੁਸਾਇਟੀਆਂ ਬਣਾਉਣੀਆਂ। ਸਾਡਾ ਪੰਜਾਬ ਦਾ ਵੱਡਾ ਅਦਾਰਾ ਕਿੱਦਾਂ ਬਣ ਜੂਗਾ ਜੇ ਅਸੀਂ ਇਹੀ ਕੁਝ ਜਾਣਾ? ਯਾਰ ਸਾਡੇ ਜ਼ਿਲ੍ਹੇ ਦਾ ਬੰਦਾ ਚਾਹੀਦਾ, ਫਿਰ ਸਾਡੇ ਪਿੰਡ ਦਾ ਚਾਹੀਦਾ, ਫਿਰ ਮਹੱਲੇ ਦਾ ਚਾਹੀਦਾ, ਫਿਰ ਘਰ ਦਾ ਚਾਹੀਦਾ, ਫਿਰ ਮੈਂ ਚਾਹੀਦਾ। ਬਾਕੀ ਆਪਣਾ ਤਾਂ ਹੋਈ ਨਾ, ਸਾਂਝੀਵਾਲਤਾ ਤਾਂ ਹੋਈ ਨਾ ਜੇ ਮੈਂ ਤੇ ਆ ਗਿਆ ਤਾਂ। ਇਹ ਤਾਂ ਤੁਸੀਂ ਪੰਜਾਬ ਸਾਹਿਬ, ਬਾਠ ਸਾਹਿਬ ਅਜੇ ਪੰਜਾਬ ਦੀ ਉਦਾਹਰਨ ਦੇ ਦਿੱਤੀ ਨਾ, ਕਿ ਵੀ ਮਾਝਾ, ਮਾਲਵਾ, ਦੁਆਬਾ ਗਾਣਿਆਂ 'ਚ ਅਸੀਂ ਇਕੱਠਾ ਕਰ ਲੈਂਦੇ ਹਾਂ, ਸਾਡਾ ਇੱਕ ਪੰਜਾਬ। ਪਰ ਇਹ ਗੱਲਾਂ ਜਿਹੜੇ ਵੱਖਰੇਵੇਂ ਆਪਣੇ ਅੰਦਰ ਨੇ, ਇਹਨਾਂ ਦੇ ਉੱਪਰ ਜ਼ਰੂਰ ਪੜਚੋਲ ਕਰਨ ਦੀ ਲੋੜ ਹੈ। ਆਪਾਂ ਤਾਂ ਪਿੰਡ 'ਚ ਪੱਤੀਆਂ ਦੇ ਬੰਦੇ ਨਹੀਂ ਰਲਦੇ। ਉਹ ਯਾਰ ਉਹ ਤਾਂ ਫਲਾਨੀ ਪੱਤੀ ਕੇ ਹੈ ਯਾਰ, ਉਹ ਕਿੱਥੇ, ਉਹ ਨਹੀਂ, ਉਹ ਤਾਂ ਸ਼ੁਰੂ ਤੋਂ ਹੀ ਆਪਣੇ ਬਾਬੇ ਹੁਣੀ ਦੱਸਦੇ ਹੁੰਦੇ ਸੀ, ਉਹ ਇੱਦਾਂ ਦੇ ਨਹੀਂ ਹੈਗੇ। ਅਸੀਂ ਤਾਂ ਪੱਤੀਆਂ 'ਚ ਇਕੱਠੇ ਨਹੀਂ ਹੋ ਸਕੇ, ਤੇ ਪੰਜਾਬ 'ਚੋਂ ਕਿੱਥੋਂ ਇਕੱਠੇ ਹੋ ਜਾਵਾਂਗੇ? ਇਹ ਗੱਲਾਂ ਉਹ ਨੇ ਜਿਹੜੀਆਂ ਆਪਾਂ ਨੂੰ ਕਰਨੀਆਂ ਪੈਣੀਆਂ, ਅਸੀਂ ਤਾਂ ਕਰਦੇ ਹਾਂ। ਜੇ ਤੁਹਾਨੂੰ ਐਂ ਲੱਗੇ ਵੀ ਯਾਰ ਅਸੀਂ ਵੀ ਬਾਕੀਆਂ ਦੇ ਵਾਂਗੂ ਤੁਹਾਨੂੰ ਇਹੀ ਆਖੀਏ ਵੀ ਆਪਾਂ ਹੁਣ ਇੱਟ ਨਾਲ ਇੱਟ ਖੜਕਾ ਦੇਣੀ ਆ, ਆਪਾਂ ਢਿੱਲੇ ਨਹੀਂ ਜੇ ਪੈਣਾ, ਦਿੱਲੀ ਪੰਜਾਬ ਆਊ ਚੱਲ ਕੇ ਪੰਜਾਬ, ਇਹ ਗੱਲ ਸੁਣਨ ਨੂੰ ਬਹੁਤ ਵਧੀਆ ਲੱਗਦੀ ਹੈ। ਹੋ ਸਕਦਾ ਸ਼ਾਮਾਂ ਜਿਹੀਆਂ ਨੂੰ ਤੁਸੀਂ ਸੁਣਦੇ ਹੋ, ਅੱਖਾਂ 'ਚ ਲਾਲ ਡੋਰੇ ਜਿਹੇ ਆਏ ਹੋਣ, ਥੋੜ੍ਹਾ ਜਿਹਾ ਸਰੂਰ ਜਿਹਾ ਹੋਵੇ, ਅਤੇ ਫਿਰ ਆਹ ਬੱਲੇ ਸ਼ਰਾਕ ਕੀਤੀ ਉਹ ਗੱਲ, ਫਿਰ ਹੋ ਸਕਦਾ ਆਪਾਂ ਸਵਾਦ ਲੈ ਲਈਏ। ਤਾਈਓ ਆਪਾਂ ਨੂੰ ਗਾਣੇ ਵੀ ਇਹੋ ਜਿਹੇ ਚੰਗੇ ਲੱਗਦੇ, ਲੈ ਚੱਕ ਤਾਈ, ਲੈ ਥਲ ਤਾਈ, ਲੈ ਚਾੜ੍ਹ ਤਾਈ ਚੰਨ। ਉਹ ਪੰਜਾਬੀ ਜੇ ਆਪਾਂ ਐਂ ਹੀ ਕਰਨਾ, ਅਤੇ ਫਿਰ ਜਿਹੜੀਆਂ ਚੀਜ਼ਾਂ ਇਸ ਵਕਤ ਜਿਹੜੀਆਂ ਮੁਸ਼ਕਿਲਾਂ ਆਪਣੇ ਸਨਮੁਖ ਨੇ, ਇਹਨਾਂ ਦਾ ਹੱਲ ਨਹੀਂ ਹੋ ਸਕਦਾ। ਇਹ ਆਪਾਂ ਨੂੰ ਮੰਨਣਾ ਪੈਣਾ। ਇਹ ਅਸੀਂ ਤਾਂ ਕਰਦੇ ਹਾਂ ਵੀ ਹੋ ਸਕਦਾ ਤੁਸੀਂ ਗਾਲਾਂ ਹੀ ਕੱਢਦੇ ਹੋ, ਯਾਰ ਇਹ ਕੋਈ ਵੱਖਰਾ ਹੀ ਚੈਨਲ ਚਲਾ ਕੇ ਬਹਿ ਗਏ, ਬਾਕੀ ਮੀਡੀਆ ਦਾ ਕਹਿੰਦਾ ਇਹ ਸਾਨੂੰ ਅਕਲ ਦੇਣ ਲੱਗ ਪੈਂਦੇ। ਅਸੀਂ ਅਕਲ ਨਹੀਂ ਦਿੰਦੇ, ਅਸੀਂ ਸਿਰਫ ਪਰਿਵਾਰ 'ਚ ਬਹਿ ਕੇ ਗੱਲ ਕਰਦੇ ਹਾਂ ਵੀ ਆਪਾਂ ਦੇਖ ਲਈਏ ਵੀ ਜੇ ਕੋਠਾ ਆਪਣਾ ਚਾਹੁੰਦਾ ਅਤੇ ਬਾਹਰੋਂ ਆ ਕੇ ਕਿਸੇ ਨੇ ਮਿੱਟੀ ਨਹੀਂ ਪਾਉਣੀ, ਬਾਲੇ ਕੱਢ ਕੇ ਗਲੇ ਆਪਾਂ ਨੂੰ ਹੀ ਬਦਲਣੇ ਪੈਣੇ ਜੀ। ਸੰਧਾਲੀਆ ਸਾਹਿਬ, ਮੈਂ ਇੱਥੇ ਇੱਕ ਪੁਆਇੰਟ ਹੋਰ ਰੱਖਣਾ। ਇੱਕ ਮੁੱਦਾ, ਵੈਸੇ ਗੱਲਾਂ ਹੀ ਨੇ, ਘਰ ਦੇ ਵਿੱਚ ਬੈਠੇ ਆ ਤਾਂ ਗੱਲਾਂ ਕਰਨੀਆਂ ਬਣਦੀਆਂ। ਕਈ ਵਾਰੀ ਬੀਬੀਆਂ ਦੋ ਹੋਣਗੀਆਂ, ਇੱਧਰਲੇ ਪਾਸੇ ਇੱਕ ਬੀਬੀ ਮੱਝ ਚੋ ਕੇ ਹਟੀ ਆ, ਦੂਜੇ ਪਾਸੇ ਕੰਧਾਂ ਤਾਂ ਕਈ ਵਾਰੀ ਹਵੇਲੀਆਂ ਦੀਆਂ ਅੱਧੀਆਂ ਢਿੱਠੀਆਂ ਹੀ ਹੁੰਦੀਆਂ, ਦੂਜੇ ਪਾਸੇ ਦੂਜੀ ਬੀਬੀ ਅਜੇ ਉਹ ਪਾਣੀ ਉਹਨੇ ਬਾਲਟੀ ਦੇ ਵਿੱਚ ਪਾਇਆ, ਢੱਕਣ ਉੱਪਰ ਦਿੱਤਾ, ਅਜੇ ਮੱਝ ਨੂੰ ਜਿਹੜਾ ਉਹ ਸਿੱਧਾ ਪੁੱਠਾ ਜਿਹਾ ਕਰਨੀ ਲੱਗਦੀ ਆ ਕਿ ਭਾਈ ਇਹਦੀ ਮੱਝ ਜਿਹੜੀ ਆਪਾਂ ਚੋਈਏ। ਇੱਧਰਲੀ ਬੀਬੀ ਨੇ ਇੱਧਰ ਹੋਰ ਭੈਣੇ ਕੀ ਗੱਲ ਆ, ਉਹਨੇ ਕਹਿਣਾ ਹਾਂ ਭੈਣੇ ਕੀ ਗੱਲ ਆ, ਅੱਜ ਤਾਂ ਭੋਲੇ ਦਾ ਡੈਡੀ ਜਿਹੜਾ ਉਹ ਰਾਤ ਦਾ ਗਿਆ ਆ, ਇਹਨਾਂ ਦੇ ਨਾਨਕਿਆਂ ਦੇ ਗਿਆ, ਉੱਥੇ ਉਹਨਾਂ ਨੂੰ ਕੰਮ ਸੀ। ਇੱਦਾਂ ਦੀਆਂ ਗੱਲਾਂ ਹੀ ਆਪਾਂ ਕਰਦੇ ਹਾਂ ਬੈਠ ਕੇ। ਹੁਣ ਤੁਸੀਂ ਦੇਖੋ, ਅਸੀਂ ਕਹਿੰਦੇ ਪੰਜਾਬ ਤੇ ਹਮਲਾ ਹੋ ਗਿਆ ਜੀ, ਪੰਜਾਬ ਨੂੰ ਤਬਾਹ ਕਰਨ ਦੀ ਸਾਜ਼ਿਸ਼ ਜੀ, ਸਾਡੀ ਭਾਸ਼ਾ ਜੀ, ਸਾਰਾ ਕੁਝ ਠੀਕ ਹੈ, ਸਾਰੇ ਸਵਾਲ ਜਾਇਜ਼ ਨੇ। ਪਰ ਜਦੋਂ ਅਸੀਂ ਕਹਿੰਦੇ ਆ ਨਾ
ਕਿ ਸਾਡੇ ਪੰਜਾਬ ਤੇ ਤਾਂ ਕੀ ਅਸੀਂ ਪੰਜਾਬੀ ਇਕਮੁੱਠਤਾ ਦਾ ਕਦੇ ਸਬੂਤ ਦੇ ਚੁੱਕੇ ਹਾਂ? ਕਿੰਨੇ ਹੀ ਪਿੰਡਾਂ 'ਚ ਕਿੰਨੇ ਪਿੰਡਾਂ ਦੇ ਵਿੱਚ ਇਸ ਗੱਲ ਦੇ ਝਗੜੇ ਡੀਸੀ ਸਾਹਿਬ ਤੱਕ, ਐਸਡੀਐਮ ਸਾਹਿਬ ਤੱਕ, ਨਾਇਬ ਤਹਿਸੀਲਦਾਰ ਤੱਕ, ਬੀਡੀਪੀਓ ਤੱਕ, ਅਦਾਲਤਾਂ 'ਚ, ਹਾਈ ਕੋਰਟਾਂ ਤੱਕ ਚੱਲਦੇ ਆ ਕਿ ਪਿੰਡ ਦਾ ਨਾਲੀ ਦਾ ਪਾਣੀ ਕਿੱਧਰ ਨੂੰ ਕੱਢਣਾ ਹੈ। ਹੋ ਸਕਦਾ ਕੋਈ ਬਿਰਲਾ ਟਾਵਾਂ ਸਰਪੰਚ ਜਾਂ ਪੰਚਾਇਤ ਮੈਂਬਰ ਧੱਕੇ ਨਾਲ ਵੀ ਕਿਸੇ ਹੋਰ ਪਾਸੇ ਨੂੰ ਕਢਾਉਣਾ ਚਾਹੁੰਦਾ ਹੋਵੇ। ਅਸੀਂ ਬਹੁਤੀ ਵਾਰੀ ਇਹ ਨਹੀਂ ਸੋਚਦੇ ਕਿ ਪਿੰਡ ਦੇ ਘਰਾਂ ਦੇ ਵਿੱਚ ਪਾਣੀ ਦੀ ਵਰਤੋਂ ਕੀਤੀ ਜਾਣੀ ਹੈ, ਪਾਣੀ ਨੇ ਨਾਲੇ 'ਚ ਆਉਣਾ, ਨਾਲੇ ਜਾਂ ਨਾਲੀ ਦੇ ਪਾਣੀ ਨੇ ਕਿਸੇ ਪਾਸੇ ਜਾਣਾ ਹੈ। ਸਭ ਤੋਂ ਸਹੀ ਸਥਿਤੀ ਕੀ ਹੈ? ਉਹ ਪਾਣੀ ਕਿੱਥੇ ਜਾਵੇ? ਨਾ ਹੁਣ ਸਾਰੇ ਪਿੰਡ ਦਾ ਗੰਦਾ ਪਾਣੀ ਸਾਡੇ ਘਰ ਦੇ ਮੂਹਰ ਦੀ ਜਾਊਗਾ, ਨਾ ਹੁਣ ਉਹ ਪਰਲੇ ਪਾਸੇ ਦਾ ਪਾਣੀ ਰੇੜ ਤਾਂ ਉਧਰਲੇ ਪਾਸੇ ਨੂੰ ਹੈ, ਉਹਨਾਂ ਵਾਲੇ ਪਾਸੇ ਕਿਹੜਾ ਛੱਪੜ ਨਹੀਂ ਹੈਗਾ, ਇੱਧਰ ਨੂੰ ਮੈਂ ਨਹੀਂ ਆਉਣ ਦਿੰਦਾ। ਚੱਲ ਬੀਡੀਪੀਓ ਸਾਹਿਬ ਕੋ, ਚੱਲ ਐਸਡੀਐਮ ਸਾਹਿਬ ਕੋ, ਚੱਲ ਡੀਸੀ ਸਾਹਿਬ ਕੋ, ਅਦਾਲਤਾਂ 'ਚ ਚੱਕਰ, ਰੁਪਈਆ ਧੇਲਾ, ਡਾਂਗਾ ਸੋਟੇ ਸਿਰ ਪਾਟਦੇ ਆ, ਬੰਦੇ ਮਾਰੇ ਜਾਂਦੇ ਆ। ਕਈ ਵਾਰੀ ਉਹ ਨਾਲੀ ਦਾ ਪਾਣੀ 15-15 ਸਾਲ ਸੜਕਾਂ ਦੇ ਉੱਤੇ ਰੁਲਦਾ ਰਹਿੰਦਾ। ਅਸੀਂ ਪਿੰਡ ਵਾਲੇ ਹੀ ਹੁੰਨੇ ਆ, ਸਾਰਿਆਂ ਨੂੰ ਜਾਣਦੇ ਆ। ਕਦੇ ਇੰਟੈਂਸ਼ਨ ਇਦਾਂ ਦੀ ਹੋਈ ਹੈ ਕਿ ਭਾਈ ਪਿੰਡ ਦਾ ਪਾਣੀ ਤਾਂ ਜਾਣਾ ਆ, ਚਲੋ ਉਹਦਾ ਨਿਕਾਸ ਆਪਾਂ ਚੰਗੇ ਤਰੀਕੇ ਕਰੀਏ ਕਿੱਥੇ ਜਿੱਥੇ ਕਿਸੇ ਨੂੰ ਵੀ ਨਾ ਦਿੱਕਤ ਕੋਈ ਹੋਵੇ। ਪਰ ਜੇ ਅਸੀਂ ਇਹਨਾਂ ਗੱਲਾਂ ਦੇ ਉੱਤੇ ਲੜਾਂਗੇ ਨਾ, ਇਹ ਕਹਿਣ ਦਾ ਹੱਕ ਗਵਾ ਲਾਂਗੇ ਕਿ ਪੰਜਾਬ ਤੇ ਹਮਲਾ, ਆਹ ਤਾਂ ਪਿੰਡ ਦੇ ਵਿੱਚ ਨਹੀਂ ਅਸੀਂ ਇੱਕ ਹੁੰਦੇ, ਫਿਰ ਪੰਜਾਬ ਇੱਕ ਕਿੱਥੋਂ ਹੋ ਗਿਆ ਭਾਈ? ਸੋ ਇਹ ਜ਼ਰੂਰੀ ਆ, ਕਿਉਂਕਿ ਜਦ ਤੱਕ ਆਪਣੇ 'ਚ ਇਕੱਠ ਨਹੀਂ ਹੈਗਾ ਨਾ, ਉਨੀ ਦੇਰ ਤੱਕ ਆਪਣੀ ਸੁਣਵਾਈ ਹੈ ਨਹੀਂ। ਅੱਜ ਅਸੀਂ ਉਲਾਂਭਾ ਦਿੰਦੇ ਹਾਂ ਵੀ ਸਰਕਾਰਾਂ ਤਾਂ ਭਾਈ ਵੱਡਿਆਂ ਦੇ ਹੱਥਾਂ 'ਚ ਨੇ, ਸਰਕਾਰਾਂ ਤਾਂ ਕਾਰਪੋਰੇਟ ਘਰਾਣੇ ਚਲਾਉਂਦੇ ਆ। ਵੀ ਕਾਰਪੋਰੇਟ ਘਰਾਣੇ ਕਿਉਂ ਚਲਾਉਂਦੇ ਆ? ਕਿਉਂ ਸਰਕਾਰਾਂ ਉਹਨਾਂ ਦੀ ਗੱਲ ਸੁਣਦੀਆਂ ਨੇ? ਕੋਈ ਤਾਂ ਕਾਰਨ ਹੋਏਗਾ, ਕੋਈ ਤਾਂ ਕਲਾ ਹੋਏਗੀ ਉਹਨਾਂ ਦੇ ਵਿੱਚ ਵੀ ਅਗਲਿਆਂ ਨੇ ਇੱਥੋਂ ਤੱਕ ਗੱਲ ਲੈ ਆਂਦੀ ਵੀ ਅੱਜ ਜੇ ਅਗਲਾ ਬੰਦਾ ਕਿਸੇ ਮੰਤਰੀ ਸੰਤਰੀ ਨੂੰ ਕਹਿੰਦਾ ਵੀ ਭਾਈ ਅਸੀਂ ਸਮਾਂ ਲੈਣਾ ਮਿਲਣ ਲਈ, ਤੇ ਅਗਲਾ ਬੰਦਾ ਸਮਾਂ ਦੇਣ ਦੀ ਬਜਾਏ ਕਹਿੰਦਾ ਜੀ ਸਰ ਮੈਂ ਆਪ ਆ ਜਾਊਂਗਾ ਚੱਲ ਕੇ ਤੁਹਾਡੇ ਕੋਲੇ। ਤੇ ਫਿਰ ਜਿਹੜੇ ਪੰਜਾਬੀ ਨੇ ਜੇ ਉਹ ਦੁਨੀਆ ਭਰ 'ਚ ਝੰਡੇ ਗੱਡ ਸਕਦੇ, ਅੱਜ ਜੇ ਤੁਸੀਂ ਫੋਟੋਆਂ ਗੂਗਲ 'ਤੇ ਜਾ ਕੇ ਸਰਚ ਕਰਨ ਲੱਗੀਏ ਤੇ ਬਹੁਤ ਸਾਰੇ ਪੰਜਾਬੀ ਆਪਾਂ ਨੂੰ ਮਿਲ ਜਾਣਗੇ ਜਿਹੜੇ ਵੱਡੇ ਵੱਡੇ ਅਹੁਦਿਆਂ 'ਤੇ ਨੇ, ਵੱਡੇ ਵੱਡੇ ਨੀਤੀ ਘਾੜੇ ਨੇ ਤੇ ਬਹੁਤ ਵੱਡੀਆਂ ਥਾਵਾਂ ਪੋਸਟਾਂ ਦੇ ਉੱਪਰ ਉਹ ਰਹੇ ਨੇ ਜਾਂ ਇਸ ਵੇਲੇ ਕੰਮ ਕਰਦੇ ਨੇ। ਉਹ ਪੰਜਾਬੀ ਵੀ ਪੰਜਾਬ 'ਚੋਂ ਨੇ। ਤੇ ਫਿਰ ਜੇ ਸਾਰਾ ਕੁਝ ਹੋ ਸਕਦਾ, ਅਸੀਂ ਕਾਬਲ ਲੋਕ ਹਾਂ, ਤੇ ਫਿਰ ਸਾਡੀ ਕਾਬਲੀਅਤ ਜਿਹੜੀ ਹੈ ਉਹਨੂੰ ਸਿਰਫ ਇੱਕੇ ਤਰ੍ਹਾਂ ਨਾਲ ਹੀ ਵੀ ਇਹ ਜਿੱਦਾਂ ਹੁੰਦਾ ਵੀ ਇਨਸਾਨਾਂ ਦਾ ਭੇਡ ਕਰਾਉਣਾ ਤੇ ਆਹ ਵਾਲਾ ਕੁੱਕੜ ਜੇ ਲੜਾਉਣਾ ਤੇ ਆਹ ਕੁੱਕੜ ਲੜਦਾ ਬੜਾ ਹੀ, ਇਹਨੂੰ ਅੱਗੇ ਕਰ ਦਿਓ। ਅਸੀਂ ਉਹ ਲੜਨ ਵਾਲੇ ਕੁੱਕੜ ਕਿਉਂ ਬਣਦੇ ਜਾ ਰਹੇ ਹਾਂ ਜਾਂ ਸਾਨੂੰ ਕਿਉਂ ਬਣਾਇਆ ਜਾ ਰਿਹਾ ਹੈ ਬਦੋ ਬਦੀ? ਆਪਾਂ ਇਸ ਚੀਜ਼ ਦੇ ਉੱਪਰ ਸੋਚੀਏ। ਅਸੀਂ ਵਾਰ-ਵਾਰ ਇਹ ਬੇਨਤੀ ਤਾਂ ਕਰ ਰਹੇ ਹਾਂ ਵੀ ਆਪਾਂ ਨੂੰ ਆਪਣੇ ਨਿਆਣਿਆਂ ਦੇ ਬਾਰੇ 'ਚ ਉਹਨਾਂ ਦਾ ਕੀ ਭਵਿੱਖ ਚਾਹੀਦਾ, ਉਹਨਾਂ ਨੂੰ ਕਿਹੜੀ ਮਿਹਨਤ ਦੀ ਲੋੜ ਹੈ, ਸਾਡੇ ਕੋਲੇ ਕਿਹੜੇ ਐਸੇ ਕੰਮ ਕਾਰੋਬਾਰ ਨੇ ਜਿਹੜੇ ਕਿ ਹੋਰ ਲੋਕ ਆ ਕੇ ਬੜੇ ਆਸਾਨੀ ਨਾਲ ਕਰ ਰਹੇ ਨੇ, ਜਾਂ ਉਹ ਕਿਵੇਂ ਜਜ਼ਬ ਹੋ ਗਏ ਇਹਦੇ ਵਿੱਚ ਵੀ ਸਾਨੂੰ ਹੁਣ ਮਹਿਸੂਸ ਹੀ ਨਹੀਂ ਹੁੰਦਾ ਵੀ ਯਾਰ ਆਹ ਕੰਮ ਤਾਂ ਸਾਡੇ ਨਿਆਣੇ ਵੀ ਕਰ ਸਕਦੇ ਸੀ, ਫਲਾਨਾ ਕਿਉਂ ਕਰ ਰਿਹਾ? ਤਾਂ ਫਿਰ ਉਹ ਜਿਹੜੀਆਂ ਚੀਜ਼ਾਂ ਗਵਾਉਣ ਤੋਂ ਬਾਅਦ ਆਪਾਂ ਇਹ ਉਲਾਂਭੇ ਦੇਈ ਜਾਈਏ ਕਿ ਸਾਡੇ ਲਈ ਕੰਮ ਨਹੀਂ, ਸਾਡੇ ਲਈ ਨੌਕਰੀਆਂ ਨਹੀਂ, ਤਾਂ ਇੱਕ ਵਾਰ ਆਪਾਂ ਨੂੰ ਪਿੱਛੇ ਹਟ ਕੇ ਸੋਚਣਾ ਵੀ ਪਏਗਾ ਕਿ ਜਿਹੜਾ ਪਿੰਡ ਅਸੀਂ ਲੰਘ ਆਏ ਹਾਂ ਉਸ ਪਿੰਡ 'ਚ ਖੁਦ ਤੇ ਨਹੀਂ ਅਸੀਂ ਕੁਝ ਇਹੋ ਜਿਹੇ ਕੰਡੇ ਬੀਜ ਲਏ ਜਿਹੜੇ ਸਾਡੇ ਹੀ ਪੈਰਾਂ 'ਚ ਚੁੱਭਦੇ ਆ। ਇਹ ਬਹੁਤ ਜ਼ਰੂਰੀ ਹੈ ਜੀ, ਸੋਚਣਾ ਵਿਚਾਰਨਾ ਪਊਗਾ। ਅੱਜ ਜੇ ਪੰਜਾਬੀ ਬੱਚੇ ਅਸੀਂ ਉਹਨਾਂ ਨੂੰ ਚੰਗੀ ਕੋਚਿੰਗ ਦਈਏ, ਘੱਟੋ ਘੱਟ ਜ਼ਿਲ੍ਹਾ ਪੱਧਰ ਦੇ ਉੱਤੇ ਹੀ ਇੱਕ ਅੱਧਾ ਸੈਂਟਰ ਇੱਦਾਂ ਦਾ ਹੋਵੇ, ਡਿਫੈਂਸ ਦੇ ਵਿੱਚ ਵੱਡੇ ਅਹੁਦਿਆਂ ਤੇ ਸਾਡੇ ਪੰਜਾਬੀ ਹੋਣ, ਕੇਂਦਰ ਸਰਕਾਰ ਦੇ ਬਹੁਤੇ ਅਹੁਦਿਆਂ 'ਚ ਅਫਸਰ ਸਾਡੇ ਪੰਜਾਬੀ ਹੋਣ। ਕਈ ਕਹਿੰਦੇ ਜੀ ਬੂਹੇ ਲਾਤੇ ਹੋਣੇ ਆ, ਪਹਿਲਾਂ ਸਾਡੇ 5 ਭਰਤੀ ਹੁੰਦੇ ਸੀ, ਉਹਨਾਂ ਨੇ 2 ਰਹਿਣ ਦਿੱਤੇ ਹੋਣੇ ਆ। ਕੀ ਅਸੀਂ ਉਹ 2 ਜੋਗੇ ਵੀ ਹੋਏ ਆ? ਹਰ ਇੱਕ ਬੰਦੇ ਦੀ ਹੈਸੀਅਤ ਨਹੀਂ ਹੁੰਦੀ ਸੰਧਾਲੀਆ ਸਾਹਿਬ ਕਿ ਉਹ ਕੋਟਾ ਸ਼ਹਿਰ ਰਾਜਸਥਾਨ 'ਚ ਆਪਣੇ ਬੱਚੇ ਨੂੰ ਕੋਚਿੰਗ ਲਈ ਭੇਜ ਦੇਵੇ, ਚੰਡੀਗੜ੍ਹ ਭੇਜ ਦੇਵੇ, ਦਿੱਲੀ ਭੇਜ ਦੇਵੇ। ਉਹ ਤਾਂ ਆਪੋ ਆਪਣੇ ਜ਼ਿਲ੍ਹਿਆਂ 'ਚ ਮਸੀਂ ਭੇਜ ਸਕਦੇ ਆ। ਕੀ ਅਸੀਂ ਇਹ ਪ੍ਰਬੰਧ ਕਰਕੇ ਦਿੱਤੇ ਆ? 20 ਸਕੀਮਾਂ ਹੁੰਦੀਆਂ ਕੇਂਦਰ ਸਰਕਾਰ ਦੀਆਂ, 20 ਸਕੀਮਾਂ ਹੁੰਦੀਆਂ ਵਰਲਡ ਬੈਂਕ ਦੀਆਂ। ਸਿੱਧੇ ਪਿੰਡਾਂ ਵਾਲੇ ਲਾਹਾ ਲੈ ਸਕਦੇ ਆ, ਸ਼ਹਿਰਾਂ ਵਾਲੇ ਕਸਬਿਆਂ ਵਾਲੇ ਲੈ ਸਕਦੇ ਆ, ਪਰ ਸਾਨੂੰ ਦੱਸੇ ਕੌਣ? ਉੱਥੇ ਤਾਂ ਸਾਰੇ ਬੈਠੇ ਆ ਦੱਖਣ ਭਾਰਤ ਦੇ, ਉੱਥੇ ਤਾਂ ਸਾਰੇ ਬੈਠੇ ਆ ਹੋਰਨਾਂ ਸੂਬਿਆਂ ਦੇ। ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ, ਲਿਆਕਤ ਦੇ ਸਿਰ ਤੇ ਬੈਠੇ ਆ। ਅਸੀਂ ਆਪਣੇ ਬੱਚਿਆਂ ਨੂੰ ਪਲੇਟਫਾਰਮ ਦਿੱਤਾ। ਅਸੀਂ ਅੱਜ ਤੋਂ ਕੋਸ਼ਿਸ਼ ਤਾਂ ਕਰੀਏ ਨਾ। ਜਦੋਂ ਅਸੀਂ ਕਹਿੰਦੇ ਆ ਕਿ ਫਲਾਣੇ ਮਾੜੇ ਸਾਡੇ ਨਾਲ ਧੱਕਾ ਕਰਦੇ ਆ, ਉੱਥੋਂ ਜੇ ਧੱਕਾ ਹੋਣ ਲੱਗੇ ਸਾਨੂੰ ਕੋਈ ਦੱਸਣ ਵਾਲਾ ਹੋਵੇ ਕਿ ਭਾਈ ਆਹ ਕੰਮ ਆ ਚੱਲਿਆ ਜੋ, ਤੁਸੀਂ ਮਾੜਾ ਜਿਹਾ ਤਿਆਰ ਹੋ ਜਾਓ। ਅਸੀਂ ਅੱਜ ਕਹਿੰਦੇ ਆ ਕਿ ਸਾਡੇ ਪੰਜਾਬ ਦੇ ਲੀਡਰ ਧੱਕਾ ਕਰਦੇ ਆ ਜੀ, ਫਲਾਨਾ ਕਰਕੇ ਕੰਮ ਨਹੀਂ ਕਰਦੇ ਜੀ। ਉਹ ਬੰਦਿਆਂ ਦਾ ਅਸਲ ਦੇ ਵਿੱਚ ਰੂਪ ਕਿਹੜਾ ਹੈ, ਕਿੱਥੋਂ ਗੱਲ ਚੱਲਦੀ ਹੈ? ਕਿਉਂਕਿ ਅਫਸਰਾਂ ਦੇ ਹੱਥ ਬਹੁਤ ਕੁਝ ਹੁੰਦਾ। ਹੁਣ ਡਿਫੈਂਸ ਦੇ ਵਿੱਚ ਸਾਡੇ ਬੰਦੇ ਹੋਣ, ਫਾਈਨਾਂਸ ਵਾਲੇ ਜਿਹੜੀਆਂ ਪੋਸਟਾਂ ਨੇ ਉਹ 'ਚ ਸਾਡੇ ਬੰਦੇ ਹੋਣ, ਬੈਂਕਾਂ ਦੇ ਵਿੱਚ ਸਾਡੇ ਬੰਦੇ ਹੋਣ, ਬੜੇ ਡਿਪਾਰਟਮੈਂਟ ਨੇ, ਖੇਤੀਬਾੜੀ ਡਿਪਾਰਟਮੈਂਟ ਕੇਂਦਰ ਸਰਕਾਰ ਦਾ, ਉੱਥੇ ਆਪਣੇ ਬੱਚੇ ਜੇ ਹੋਣਗੇ ਤਾਂ ਭੜਕ ਨੂੰ ਕੋਈ ਨਾ ਕੋਈ ਸਕੀਮ ਲੈ ਕੇ ਆਉਣਗੇ। ਪਾਣੀ ਨੂੰ ਸਾਫ਼ ਕਰਨ ਦੀਆਂ ਸਕੀਮਾਂ ਨੇ, ਬਾਇਓਮਾਸ ਪਲਾਂਟ ਲਾਉਣ ਦੀਆਂ ਸਕੀਮਾਂ ਹੋਣਗੀਆਂ, 20 ਸਕੀਮਾਂ ਆਉਂਦੀਆਂ, ਸਾਨੂੰ ਪਤਾ ਹੀ ਨਹੀਂ ਲੱਗਦਾ। ਸਮਾਰਟ ਸਿਟੀ ਪ੍ਰੋਜੈਕਟ ਦੇ ਪੈਸੇ ਦੱਖਣ ਭਾਰਤ ਦੇ ਕਿੰਨੇ ਸੂਬੇ ਲੈ ਗਏ, ਸਾਡੇ ਕੋਲ ਨਹੀਂ ਆਇਆ। ਕਿਉਂ ਨਹੀਂ ਆਇਆ ਬਈ? ਅਸੀਂ ਦੂਜੀ ਕਿਸ਼ਤ ਕਿਉਂ ਨਹੀਂ ਲੈ ਸਕੇ? ਸੰਧਾਲੀਆ ਸਾਹਿਬ ਇੱਕ ਗੱਲ ਪੱਕੀ ਹੈ, ਇਸ ਵੇਲੇ
ਜੇ ਪੁਲੇਲਾ ਗੋਪੀ ਚੰਦ ਜਿਹੜਾ ਬੈਡਮਿੰਟਨ ਦਾ ਬਹੁਤ ਵੱਡਾ ਖਿਡਾਰੀ ਹੈ, ਉਹ ਬਹੁਤ ਵੱਡੀ ਇੱਕ ਅਕੈਡਮੀ ਬਣਾ ਕੇ ਉੱਥੋਂ ਇੱਕ ਬੱਚਿਆਂ ਦੀ ਪੂਰੀ ਪਨੀਰੀ ਪੈਦਾ ਕਰ ਸਕਦਾ ਦੱਖਣ ਭਾਰਤ ਚੋਂ, ਤੇ ਉਹ ਬੱਚੇ ਸਫਲ ਵੀ ਹੁੰਦੇ ਆ ਗਾਂਹ ਤੋਂ ਗਾਂਹ। ਸਾਡੇ ਪੰਜਾਬ 'ਚ ਅਸੀਂ ਕਰੋੜਾਂ ਰੁਪਈਆ ਹਰ ਸਾਲ ਖੇਡਾਂ ਤੇ ਖਾਸ ਤੌਰ ਤੇ ਕਬੱਡੀ ਤੇ ਖਰਚਦੇ ਆ, ਸਾਡੇ ਨਿਆਣੇ ਭਰਤੀ ਕਿਉਂ ਨਹੀਂ ਹੁੰਦੇ? ਕੀ ਅਸੀਂ ਜਦੋਂ ਪਿੰਡ ਦੇ ਵਿੱਚ ਟੂਰਨਾਮੈਂਟ ਆ, ਟੂਰਨਾਮੈਂਟ ਦੇ ਉੱਤੇ ਮੰਨ ਲਓ 10 ਲੱਖ ਰੁਪਈਆ ਖਰਚਣਾ ਹੈ, 1 ਲੱਖ ਰੁਪਈਆ ਜਾਣੀ ਕਿ ਉਹਦਾ 10ਵਾਂ ਹਿੱਸਾ, ਬਾਬੇ ਨਾਨਕ ਦੇ ਦਸਵੰਧ ਵਾਲਾ ਹਿੱਸਾ, ਕੀ 1 ਲੱਖ ਰੁਪਈਆ ਜੇ 10 ਲੱਖ ਦਾ ਬਜਟ ਹੈ ਤਾਂ ਅਸੀਂ ਨਹੀਂ ਰੱਖ ਸਕਦੇ? ਉਸ 1 ਲੱਖ ਦੇ ਵਿੱਚੋਂ ਕੀ ਅਸੀਂ 8,000 ਰੁਪਈਆ ਮਹੀਨੇ ਤੇ ਜਾਂ 5,000 ਮਹੀਨੇ ਤੇ ਇੱਕ ਕੋਚ ਨਹੀਂ ਰੱਖ ਸਕਦੇ ਕਿ ਭਾਈ ਤੂੰ ਕਬੱਡੀ ਦੀ ਟ੍ਰੇਨਿੰਗ ਵੀ ਦੇਣੀ ਹੈ, ਤੂੰ ਮੁੰਡੇ ਕੁੜੀਆਂ ਨੂੰ ਇੱਥੇ ਐਥਲੈਟਿਕਸ ਦੀ ਟ੍ਰੇਨਿੰਗ ਵੀ ਦੇਣੀ ਹੈ, 100 ਮੀਟਰ ਦੌੜ, 200 ਮੀਟਰ ਦੌੜ, ਲੰਬੀ ਛਾਲ, ਉੱਚੀ ਛਾਲ, ਕਿਸੇ ਨੇ ਗੋਲਾ ਸੁੱਟਣਾ, ਹੈਮਰ ਥਰੋ ਸੁੱਟਣਾ, ਨੇਜਾ ਸੁੱਟਣਾ, ਪਾਤੀ 20 ਚੀਜ਼ਾਂ ਹੁੰਦੀਆਂ ਜਿਹਦੇ ਵਿੱਚ ਨੌਕਰੀਆਂ ਵੀ ਹੈਗੀਆਂ। ਕਬੱਡੀ ਦੇ ਵਿੱਚ ਤਾਂ ਪੰਜਾਬ ਸਰਕਾਰ ਨੇ ਕੋਈ ਨੌਕਰੀ ਦੇਣੀ ਕਿ ਨਹੀਂ ਦੇਣੀ? ਕੀ ਅਸੀਂ ਬੱਚਿਆਂ ਦੇ ਲਈ ਉਹ ਪਲੇਟਫਾਰਮ ਕ੍ਰੀਏਟ ਕੀਤਾ? ਜੇ ਅਸੀਂ 10 ਲੱਖ ਟੂਰਨਾਮੈਂਟ ਤੇ ਖਰਚ ਕਰਨ ਜੋਗੇ ਆ ਤੇ ਉਹ 9 ਕਰ ਦਿਓ, ਪਰ 1 ਲੱਖ ਉੱਥੇ ਝਾੜੀਆਂ ਨਾ ਉੱਗਣ ਮੁੜ ਕੇ 3 ਦਿਨ ਦੇ ਟੂਰਨਾਮੈਂਟ ਤੋਂ ਬਾਅਦ। ਸਾਡੇ ਬੱਚੇ ਸਿਹਤੋਂ ਵੀ ਚੰਗੇ ਰਹਿਣਗੇ, ਸਾਡੇ ਬੱਚੇ ਨੌਕਰੀ ਲਈ ਕਿਤੇ ਐਲੀਜੀਬਲ ਵੀ ਹੋ ਪਾਉਣਗੇ, ਸਾਡੇ ਬੱਚੇ ਸਰੀਰਕ ਤੌਰ ਤੇ ਵੀ ਰਿਸ਼ਟ-ਪੁਸ਼ਟ ਹੋਣਗੇ, ਕੱਲ ਨੂੰ ਕੋਈ ਜਾਨ ਤੇ ਆ ਬਣੂਗੀ, ਆਪਣੀ ਰੱਖਿਆ ਕਰਨ ਜੋਗੇ ਹੋਣਗੇ। ਕੀ ਕਹਿੰਦੇ ਹੋ? ਬਿਲਕੁਲ ਠੀਕ ਆ ਬਾਟ ਸਾਹਿਬ, ਇਹ ਉਹ ਚੀਜ਼ਾਂ ਨੇ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਅਸੀਂ ਤਾਂ ਇਹ ਬੇਨਤੀ ਕਰ ਰਹੇ ਹਾਂ ਵੀ 7 ਦਿਨਾਂ ਚੋਂ 6 ਦਿਨ ਹੋ ਸਕਦਾ ਅਸੀਂ ਲੀਡਰਾਂ ਦੁਆਲੇ ਹੋ ਜਾਈਏ, ਪਰ ਇੱਕ ਦਿਨ ਅਸੀਂ ਆਪਣੀ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਸਾਨੂੰ ਵੀ ਬਹੁਤ ਕੁਝ ਬਦਲਣ ਦੀ ਲੋੜ ਹੈ। ਅੱਜ ਦੀ ਡੇਟ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਫਲਾਨਾ ਬੰਦਾ, ਉਹਦੇ ਕੋਲੇ ਫਲਾਨੀ ਗੱਡੀ ਹੈ, ਚਿੱਟਾ ਕੁੜਤਾ ਪਜਾਮਾ, ਕੋਠੀ ਉਹਨੇ ਪਾ ਲਈ ਹੈ, ਕੰਮ ਉਹ 1.5, 2, 2.5 ਨੰਬਰ ਦਾ ਕਰੀ ਜਾਂਦਾ, ਜਾਂ ਫਿਰ ਉਹ ਫਲਾਨੇ ਦੇ ਨਾਲ ਲੱਗਾ, ਇਸ ਕਰਕੇ ਉਹਦਾ ਕੰਮ ਚੱਲੀ ਜਾਂਦਾ। ਐਂਡ ਆਪਾਂ ਨੇ ਅੰਦਰ ਕੀ ਆਉਂਦਾ ਯਾਰ ਕਿਸੇ ਨਾ ਕਿਸੇ ਨਾਲ ਸਾਂਝ ਗਾਂਢ ਜੀ ਕੱਢੀਏ, ਆਪਾਂ ਵੀ ਉਹ ਸਕੀਮ ਲਾਈਏ। ਆਪਾਂ ਨੂੰ ਉਹ ਬਾਹਰਲੀ ਪਰਤ ਨਜ਼ਰ ਆਉਂਦੀ, ਆਪਾਂ ਨੂੰ ਇਹ ਨਹੀਂ ਨਜ਼ਰ ਆਉਂਦਾ ਵੀ ਉਹ ਜਿਹੜਾ ਬੰਦਾ ਇਹ ਸਾਰ ਗੱਡੀਆਂ ਲਈ ਫਿਰਦਾ, ਘਰੇ ਕੋਈ ਬਿਮਾਰੀ ਕਿਹੋ ਜਿਹੀ ਹੈ, ਘਰ ਦੇ ਵਿੱਚ ਜਿਹੜੀ ਸੁੱਖ ਸ਼ਾਂਤੀ ਹੈ ਕਿ ਨਹੀਂ ਹੈ। ਕਿਸੇ ਵੇਲੇ ਪਰਿਵਾਰ 'ਚ ਕਲੇਸ਼ ਹੀ ਇਹੋ ਜਾਂਦਾ ਵੀ ਕੋਈ ਕੇਸ ਹੀ ਚੱਲੀ ਜਾਂਦਾ, ਜਾਂ ਫਿਰ ਇਹ ਵੀ ਹੁੰਦਾ ਵੀ ਉਹ ਬੰਦਾ ਚਿੱਟਾ ਕੁੜਤਾ ਪਜਾਮਾ ਤੇ ਪਾਇਆ, ਹੋ ਸਕਦਾ ਵੀ ਸਵੇਰੇ ਨਿਰਣੇ ਕਾਲਜ ਇੱਕ ਗੋਲੀ ਖਾਂਦਾ ਹੋਵੇ, ਦੁਪਹਿਰ ਨੂੰ ਢਿੱਡ 'ਚ ਟੀਕਾ ਲਾਉਂਦਾ ਹੋਵੇ, ਸ਼ਾਮ ਨੂੰ ਕੁਛ ਨਾ ਕੁਝ ਹੋਰ ਉਹਨੂੰ ਖਾਣਾ ਪੈਂਦਾ ਹੋਵੇ, ਤੇ ਜੇ ਕੋਈ ਸਾਹਮਣੇ ਪਦਾਰਥ ਵੀ ਆਉਂਦੇ ਹੋਣ ਤਾਂ ਨਹੀਂ ਯਾਰ ਫਲਾਨਾ ਨੇ ਮੈਨੂੰ ਬਸ ਪਾਣੀ ਦਾ ਗਲਾਸ ਲਿਆ ਦਿਓ, ਹੋਰ ਮੈਂ ਕੁਛ ਛਕਣਾ ਨਹੀਂ। ਉਹ ਜੀਵਨ ਹੈ ਕੋਈ? ਦੱਸੋ। ਹੁਣ ਤੁਸੀਂ ਆਪ ਦੇਖੋ ਵੀ ਜਿਹੜੀ ਬੰਦੇ ਦੀ ਤੰਦਰੁਸਤੀ, ਉਹ ਸਭ ਤੋਂ, ਆਪਾਂ ਕਹਿੰਦੇ ਵੀ ਤੰਦਰੁਸਤੀ 1000 ਨਿਆਮਤ, 1000 ਨਿਆਮਤ ਦਾ ਮਤਲਬ ਹਜ਼ਾਰਾਂ ਨਿਆਮਤਾਂ ਦੇ ਬਰਾਬਰ ਇੱਕ ਤੰਦਰੁਸਤੀ ਹੈ। ਇਹ ਤੰਦਰੁਸਤੀ ਹੈ, ਮਨ ਦੀ ਸ਼ਾਂਤੀ ਹੈ, ਬਿਨਾਂ ਗੋਲੀ ਖਾਧੇ ਆਪਾਂ ਸੌਂਦੇ ਹਾਂ, ਪਰਿਵਾਰ 'ਚ ਕੋਈ ਬਿਮਾਰੀ ਸ਼ਮਾਰੀ ਨਹੀਂ ਹੈਗੀ, ਆਪਾਂ ਕਿਸ ਦਾ ਰੁਪਈਆ ਦੇਣਾ ਨਹੀਂ। ਹੋ ਸਕਦਾ ਚਿੱਟੇ ਕੁੜਤੇ ਪਜਾਮੇ ਵਾਲਿਆਂ ਨੇ ਲੱਖਾਂ ਰੁਪਈਆ ਕਿਸੇ ਦਾ ਦੇਣਾ ਹੋਵੇ, ਤੇ ਬੈਂਕ ਵਾਲੇ ਜਦੋਂ ਫੋਨ ਕਰਦੇ ਹੋਣ, ਹਾਂਜੀ ਮੈਂ ਕੋਈ ਨਹੀਂ ਜੀ ਮੈਨੇਜਰ ਸਾਹਿਬ ਮੈਂ ਮਾਰਦਾ ਜੀ, ਕਿਹੜਾ ਕਰਦੇ ਹਾਂ ਜੀ, ਜੇ ਉਹ 10 ਕੁ ਦਿਨ, ਉਹ ਤਰਲੇ ਅਗਲਾ ਅੰਦਰ ਵੜ ਕੇ ਮਾਰਦਾ। ਜਦੋਂ ਬਾਹਰ ਅਗਲਾ ਬੰਦਾ ਮੁੱਛਕੁੰਡੀ ਕਰਕੇ ਤੁਹਾਨੂੰ ਮਿਲਦਾ, ਉਦੋਂ ਤਰਲੇ ਨਹੀਂ ਨਜ਼ਰ ਆਉਂਦੇ ਉਹ। ਇਸ ਕਰਕੇ ਜੇ ਆਪਾਂ ਉਹਨਾਂ ਤਰਲਿਆਂ ਦੇ ਵਿੱਚ ਨਹੀਂ ਆਉਂਦੇ, ਸਧਾਰਨ ਸਾਦੀ ਜ਼ਿੰਦਗੀ ਜਿਉਂਦੇ ਹਾਂ, ਪਰਿਵਾਰ ਖੁਸ਼ ਹੈ, ਉਨੇ ਕੁ ਪੈਸੇ ਵੀ ਹੈਗੇ ਵੀ ਆਪਾਂ ਰੋਟੀ ਚੰਗੀ ਸਾਦੀ ਖਾ ਸਕੀਏ, ਤੇ ਫਿਰ ਉਸ ਚੀਜ਼ ਦਾ ਸ਼ੁਕਰ ਕਰਨ ਦੀ ਵੀ ਆਦਤ ਪਾਉਣੀ ਚਾਹੀਦੀ। ਐਵੇਂ ਜਦੋਂ ਆਪਾਂ ਬਾਹਲਾ ਉੱਪਰ ਨੂੰ ਵੇਖ ਕੇ ਥੁੱਕਦੇ ਆ ਨਾ, ਤੇ ਫਿਰ ਮੂੰਹ ਤੇ ਵੀ ਡਿੱਗਦਾ ਜੀ। ਇਹ ਗੱਲ ਤੁਹਾਡੀ ਦਰੁਸਤ ਹੈ ਜੀ ਸੰਧਾਲੀਆ ਸਾਹਿਬ। ਮੈਨੂੰ ਤਾਂ ਐਂ ਲੱਗਦਾ ਕਿ ਥੋੜ੍ਹਾ ਜਿਹਾ ਸੋਚਣਾ ਪਊਗਾ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡੇ ਪੰਜਾਬ ਨੂੰ ਵਿਤਕਰਾ ਕੀਤਾ ਜਾ ਰਿਹਾ, ਧੱਕਾ ਕੀਤਾ ਜਾ ਰਿਹਾ। ਕਰਦੇ ਆ, ਕੋਈ ਦੋ ਰਾਏ ਨਹੀਂ, ਪਰ ਮੈਨੂੰ ਇਹ ਗੱਲ ਮਹਿਸੂਸ ਹੁੰਦੀ ਹੈ, ਬਹੁਤ ਸਾਰੇ ਲੋਕ ਅਪਵਾਦ ਹੋਣਗੇ, ਚੰਗੇ ਲੋਕਾਂ ਦੀ ਕਮੀ ਕੋਈ ਨਹੀਂ ਪੰਜਾਬ ਦੇ ਵਿੱਚ, ਕੋਈ ਗੁੱਸਾ ਨਾ ਕਰੇ, ਪਰ ਸੰਧਾਲੀਆ ਸਾਹਿਬ ਕਿਸੇ ਦੇ ਘਰ ਦੇ ਮੂਹਰੇ ਆ ਕੇ ਨੋਟਿਸ ਲੱਗੇ ਕਿ ਭਾਈ ਇਹ ਤੋਂ ਕਰਜ਼ਾ ਨਹੀਂ ਮੁੜ ਹੋਇਆ ਤੇ ਇਹਦੀ ਜ਼ਮੀਨ ਦੀ ਨਿਲਾਮੀ ਆ, ਜੇ ਆਪਣੇ ਪਿੰਡ ਦੇ ਕਿਸੇ ਵਿਅਕਤੀ ਦੇ ਘਰ ਦੇ ਗੇਟ ਦੇ ਕੋਲੇ ਤੇ ਲੱਗਾ ਪੋਸਟਰ ਦੇਖ ਕੇ ਅਸੀਂ ਘਰ ਜਾ ਕੇ ਦੱਸਦੇ ਹਾਂ ਵਿਕ ਚੱਲੀ ਆ, ਲੈ ਲਈਏ, ਵਿਕ ਚੱਲੀ ਆ ਗਏ ਬੈਂਕ ਵਾਲੇ, ਬੜੀਆਂ ਟਾਰਾਂ ਮਾਰਦਾ ਸੀ। ਜੇ ਸਾਡੇ ਮੂੰਹ ਦੇ ਵਿੱਚੋਂ ਇਹ ਬੋਲੀ ਨਿਕਲਦੀ ਹੈ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸਾਡਾ ਰਾਹ ਕੁਰਾਹ ਹੋ ਗਿਆ, ਕਿਸੇ ਦਾ ਨਿੱਕਾ ਨਿਆਣਾ ਨਸ਼ੇ ਪੱਤੇ 'ਚ ਲੱਗ ਗਿਆ। ਜੇ ਸਾਨੂੰ ਇਹ ਲੱਗਦਾ ਹਾਂ ਮੋਢਿਆਂ ਦੇ ਉੱਤੋਂ ਦੀ ਥੁੱਕਦਾ ਹੁੰਦਾ ਸੀ ਕਿ ਮੇਰੇ ਕੋਲ ਆ ਹੁਣ ਲੱਗ ਗਿਆ ਨਾ ਮੁੰਡਾ ਨਸ਼ੇ ਖਾਣ, ਜੇ ਕਿਸੇ ਦੇ ਪੈਸੇ ਏਜੰਟ ਕੋ ਫਸ ਗਏ, ਜੇ ਕਿਸੇ ਦੀ ਫਸਲ ਮਰ ਗਈ, ਜੇ ਕਿਸੇ ਦੇ ਧੀ ਪੁੱਤ ਦਾ ਅਲੰਭਾ ਆ ਗਿਆ, ਜੇ ਇਦਾਂ ਦੇ ਕੰਮ ਹੋਣ ਦੇ ਉੱਤੇ ਸਾਨੂੰ ਦੁੱਖ ਨਹੀਂ ਹੁੰਦਾ ਤੇ ਅਸੀਂ ਪਹਿਲਾ ਹੀ ਕਦਮ ਇਹ ਨਹੀਂ ਚੁੱਕਦੇ ਕਿ ਭਾਈ ਉਹਦੀ ਸਹਾਇਤਾ ਕਿੱਦਾਂ ਕਰਨੀ ਹੈ, ਸਗੋਂ ਖੁਸ਼ ਹੁੰਨੇ ਆ ਅੰਦਰ ਹੀ ਅੰਦਰ ਕਿ ਭਾਈ ਕੁੰਡਾ ਲਾ ਲੈਨੇ ਆ। ਇਹਦਾ ਮਤਲਬ ਹੈ ਕਿ ਅਸੀਂ ਕਿਸੇ ਹੋਰ ਪਾਸੇ ਤੁਰ ਪਏ। ਇਦਾਂ ਤਾਂ ਸਾਨੂੰ ਕਦੇ ਵੀ ਨਹੀਂ ਸੀ ਸਿਖਾਇਆ ਗਿਆ, ਇਦਾਂ ਦੇ ਜੁਗਤੀ ਤਾਂ ਅਸੀਂ ਕਦੇ ਹੈ ਹੀ ਨਹੀਂ ਸੀ, ਅਸੀਂ ਤਾਂ ਬੂਹੇ ਮਾਰਨ ਵਾਲੇ ਹੈ ਹੀ ਨਹੀਂ ਸੀ। ਅੱਜ ਅਸੀਂ ਇਦਾਂ ਦੇ ਕਿਉਂ ਬਣਦੇ ਜਾ ਰਹੇ ਹਾਂ? ਜੇ ਕੋਈ ਬਣਦਾ ਆ ਤਾਂ, ਜੇ ਸਾਡੀਆਂ ਗੱਲਾਂ ਲੱਗਦਾ ਹੈ ਕਿ ਭਾਈ ਅਸਲੀਅਤ ਤੋਂ ਦੂਰ ਨੇ, ਜਿਵੇਂ ਸੰਧਾਲੀਆ ਸਾਹਿਬ ਕਹਿੰਦੇ ਹੁੰਦੇ ਕਿ ਇੱਧਰਲੇ ਕੰਨ 'ਚੋਂ ਪਾ ਕੇ ਤੇ 1 ਸਕਿੰਟ 'ਚ ਇੱਧਰੋਂ ਕੱਢ ਦੇਣੀ ਆ, ਫਿਰ ਠੀਕ ਹੈ। ਪਰ ਜੇ ਇਹ ਲੱਗਦਾ ਹੈ ਕਿ ਲੀਡਰਾਂ ਨੂੰ ਦਰੁਸਤ ਕਰਨ ਦੇ ਨਾਲ ਨਾਲ ਕੁਝ ਸਾਨੂੰ ਆਪਣੇ ਪੱਧਰ ਦੇ ਉੱਤੇ ਨਿੱਜੀ ਤੌਰ ਤੇ ਵੀ ਦਰੁਸਤੀ ਚਾਹੀਦੀ ਹੈ, ਸਾਨੂੰ ਇਕੱਠ ਇਦਾਂ ਦਾ ਵੀ ਕਰਨਾ ਪਊਗਾ, ਫਿਰ ਮਾੜਾ ਮੋਟਾ ਸੋਚ ਵਿਚਾਰ ਕੇ ਜ਼ਰੂਰ ਇਹਦੇ ਤੇ ਟਿੱਪਣੀਆਂ ਕਰਿਓ। ਇਹ ਬੜੀ ਲੋੜ ਹੈ ਅੱਜ ਦੀ, ਕਿਉਂਕਿ ਦੇਖੋ ਮੈਂ
ਪਿੰਡਾਂ ਦੇ ਉਦਾਹਰਨ ਦਿਆਂ, ਜਿਹੜੇ ਥੋੜ੍ਹੇ ਜਿਹੇ ਵੱਡੇ ਪਿੰਡ ਨੇ, ਉਹਦੇ 'ਚੋਂ ਬਾਠ ਸਾਹਿਬ ਮੇਰੇ ਖਿਆਲ ਨਾਲ ਜ਼ਿਆਦਾ ਨਹੀਂ ਤੇ 7-8 ਤਰ੍ਹਾਂ ਦੀਆਂ ਬੱਸਾਂ ਆਉਂਦੀਆਂ, ਵਿੱਚ ਟੈਂਪੂ, ਵਿੱਚ ਛੋਟੀਆਂ ਟੈਕਸੀਆਂ ਪਾ ਕੇ ਨਿਆਣੇ ਇਕੱਠੇ ਕਰ। ਹੁਣ ਅੱਜ ਕੱਲ੍ਹ ਆਪਾਂ ਨੂੰ ਇਹ ਨਜ਼ਾਰਾ ਤਾਂ ਨਹੀਂ ਨਜ਼ਰ ਆਉਂਦਾ ਕਿਉਂਕਿ ਸਕੂਲ ਬੰਦ ਨੇ, ਪਰ ਇਹ ਤੁਸੀਂ ਆਮ ਦੇਖਿਆ ਹੋਣਾ ਵੀ ਇੱਕ ਪਿੰਡ 'ਚੋਂ ਗੁਆਂਢੀਆਂ ਦਾ ਨਿਆਣਾ ABC ਸਕੂਲ 'ਚ ਜਾਂਦਾ, ਆਪਣਾ ਨਿਆਣਾ CDF ਸਕੂਲ 'ਚ ਜਾਂਦਾ, 2-4 ਘਰ ਛੱਡ ਕੇ ਉਹਨਾਂ ਦਾ ਕੋਈ ਹੋਰ ਕਿਸੇ ABC ਸਕੂਲ 'ਚ ਜਾਂਦਾ। ਇਹ ਜਿਹੜੇ ਨਿਆਣੇ ਆਪਾਂ ਸ਼ਹਿਰਾਂ ਨੂੰ ਤੋਰਦੇ ਹਾਂ ਅਤੇ ਆਪਾਂ ਨੂੰ ਲੱਗਦਾ ਵੀ ਜੋ ਮੈਂ ਜਿੱਥੇ ਨਿਆਣਾ ਪਾਤਾ ਇਹਨੇ ਹੀ ਬਸ DC ਬਣਨਾ। ਤੁਸੀਂ ਕਿਤੇ ਉਹੋ ਹੀ ਨਿਆਣੇ ਆਪਸ 'ਚ ਖੇਡਦੇ ਦੇਖੋ, ਲਗਭਗ ਉਹਨਾਂ ਦਾ ਪੱਧਰ ਬਰਾਬਰ ਹੀ ਹੁੰਦਾ, ਕੋਈ ਬਹੁਤਾ ਫਰਕ ਨਹੀਂ ਹੁੰਦਾ, ਕੋਈ ਬਹੁਤੀ ਤੋਪ ਨਹੀਂ ਚੱਲੀ ਹੁੰਦੀ। ਅਤੇ ਜੇ ਕਿਸੇ ਦੇ ਕੋਈ 10-20 ਸਾਲ ਪੜ੍ਹ ਵੀ ਗਏ ਕਿਸੇ ਪਾਸੇ, ਅਤੇ ਉਹ ਵੀ ਉੱਥੇ ਤੁਰੇ ਫਿਰਦੇ ਹੁੰਦੇ ਜਿੱਥੇ ਤੁਹਾਡੇ ਨਿਆਣੇ ਤੁਰੇ ਫਿਰਦੇ ਆ। ਇਹ ਫਰਕ ਕਿਉਂ ਆ? ਇਹ ਫਰਕ ਇਸ ਕਰਕੇ ਕਿਉਂਕਿ ਅਗਲੇ ਨੇ ਦੁਕਾਨ ਦਾ ਰੂਪ ਰੰਗ ਹੋਰ ਬਣਾਇਆ ਅਤੇ ਆਪਣੇ ਨੂੰ ਇਹ ਭਰਮ ਭੁਲੇਖਾ ਪਾਇਆ ਕਿ ਸਾਰਾ ਕੁਛ ਇੱਥੇ ਹੀ ਹੁੰਦਾ। ਅਤੇ ਹੋ ਕੀ ਰਿਹਾ ਕਿ ਲੱਖਾਂ ਰੁਪਈਆ ਫੀਸਾਂ ਦੇ ਰੂਪ ਦੇ ਵਿੱਚ ਆਪਾਂ ਉਹਨਾਂ ਅਦਾਰਿਆਂ ਦੇ ਵਿੱਚ ਭਰ ਰਹੇ ਹਾਂ, ਸਿਰਫ ਇਸ ਆਸ ਦੇ ਵਿੱਚ ਕਿ ਸ਼ਾਇਦ ਇਹ ਬੇਗਾਨੇ ਬੰਦੇ ਸਾਡੇ ਨਿਆਣੇ ਨੂੰ ਕਾਬਲ ਬਣਾ ਦੇਣ। ਪਰ ਇੱਦਾਂ ਨਹੀਂ, ਜਦ ਤੱਕ ਇੱਕ ਆਪਣੇ ਨਹੀਂ ਹੁੰਦਾ। ਜੇ ਪਿੰਡ 'ਚ ਸਰਕਾਰੀ ਸਕੂਲ ਹੈ, ਬੜੀ ਵਾਰ ਬਾਠ ਸਾਹਿਬ ਤੁਸੀਂ ਇਹ ਗੱਲ ਕਹਿ ਚੁੱਕੇ ਹੋ ਵੀ ਯਾਰ ਉੱਥੇ ਜੇ ਆਪਾਂ ਕਾਬਲ ਆਪਣੇ ਪਿੰਡ 'ਚੋਂ ਟੀਚਰ ਰੱਖ ਲਈਏ, ਨੌਕਰੀ ਵੀ ਮਿਲ ਜੂ, ਨਿਆਣੇ ਵੀ ਆਪਣੇ ਕੋਲ ਆ, ਖਰਚਾ ਵੀ ਘੱਟ ਜੂ, ਅਤੇ ਆਪਾਂ ਨੂੰ ਇਹ ਵੀ ਹੋਊ ਵੀ ਯਾਰ ਸਾਡੇ ਪਿੰਡ ਦਾ ਅਦਾਰਾ ਅਸੀਂ ਇਹਨੂੰ ਚਲਾਉਣਾ ਹੈ। ਅਤੇ ਉਹ ਸਾਰੀਆਂ ਚੀਜ਼ਾਂ ਦੇ ਇੱਕ ਤਾਂ ਆਪਾਂ ਖਰਚ ਬਚਾ ਲਿਆ, ਦੂਸਰਾ ਨਿਆਣੇ ਨੌਕਰੀ ਦਿਵਾ ਲਈ, ਤੀਸਰੇ ਨਿਆਣੇ ਹੱਥਾਂ ਹੇਠ ਰਹੇ, ਅਤੇ ਚੌਥਾ ਇਹ ਸਾਰੇ ਕੁਛ ਦਾ ਕਰਕੇ ਆਪਾਂ ਨੂੰ ਇਹ ਵੀ ਨਿਗਾਹ ਰਹੀ ਕਿ ਵੀ ਅਸੀਂ ਕਲੈਕਟਿਵਲੀ ਕੁਛ ਕਰ ਰਹੇ ਹਾਂ। ਜਿਸ ਜੁਗਤ ਜੁਗਾੜ ਦੀ ਅੱਜ ਲੋੜ ਹੈ ਉਹ ਅਸੀਂ ਲਾ ਪਾ ਰਹੇ ਹਾਂ, ਉਸ ਪਾਸੇ ਵੀ ਤੁਰਨ ਦੀ ਲੋੜ। ਹਾਲਾਂਕਿ ਇਹ ਗੱਲਾਂ ਤੁਹਾਨੂੰ ਲੱਗਦਾ ਹੋਣਾ ਵੀ ਯਾਰ ਐਵੇਂ ਹੀ ਮਾਰਦੇ ਕਿਤੇ ਇੱਦਾਂ ਹੋਣੀਆਂ, ਸਾਨੂੰ ਵੀ ਪਤਾ ਵੀ ਇੱਦਾਂ ਹੀ ਨਹੀਂ। ਅਤੇ ਜਿਹੜੇ ਬੰਦੇ ਕਾਰੋਬਾਰੀ ਨੇ, ਵਪਾਰੀ ਨੇ, ਜਾਂ ਸਰਕਾਰਾਂ ਨੇ, ਜਾਂ ਜਿਹੜੇ ਬੰਦੇ ਆਪਣੇ ਉਹ ਪੰਪ ਮਾਰ ਰਹੇ ਆ ਵੀ ਬੱਲੇ ਉਹ ਪੰਜਾਬੀਓ ਤੁਸੀਂ ਜੇ, ਉਹਨਾਂ ਨੂੰ ਪਤਾ ਇਹਨਾਂ ਗੱਲਾਂ ਦਾ, ਇਸੇ ਕਰਕੇ ਉਹ ਇਸ ਪਾਸੇ ਤੋਰ ਕੇ ਰੱਖਿਆ ਆਪਾਂ ਨੂੰ। ਪਹਿਲੀ ਗੱਲ ਇਹ ਹੈ ਕਿ ਆਪ ਦਾ ਜੇ ਸਾਡਾ ਕੋਈ ਮਾੜਾ ਮੋਟਾ ਕਸੂਰ ਹੈ ਜਾਂ ਆਪ ਦਾ ਕੰਮ ਅਸੀਂ ਕਿਸੇ ਦੇ ਮੋਢਿਆਂ ਤੇ ਨਾ ਸਿੱਟੀਏ। ਪੇਰੈਂਟਸ ਮੀਟਿੰਗ ਹੁੰਦੀ ਹੈ ਖਾਸ ਤੌਰ ਤੇ ਇੰਗਲਿਸ਼ ਸਕੂਲਾਂ ਦੇ ਵਿੱਚ, ਜਿਹੜੇ ਅੰਗਰੇਜ਼ੀ ਸਕੂਲ ਨੇ, ਆਮ ਤੌਰ ਤੇ ਬੀਬੀਆਂ ਜਾਂਦੀਆਂ ਨੇ, ਬੱਚਿਆਂ ਦੀਆਂ ਮਾਵਾਂ ਜਾਂਦੀਆਂ, ਧੀਆਂ ਪੁੱਤਾਂ ਦੀਆਂ ਮਾਵਾਂ ਜਾਂਦੀਆਂ ਉੱਥੇ। ਤੇ ਬਹੁਤੀ ਵਾਰ ਇਹ ਸੁਣਨ ਨੂੰ ਮਿਲਦਾ, ਮੈਡਮ ਇਹ ਨਾ ਘਰੇ ਜਾ ਕੇ ਕੰਮ ਨਹੀਂ ਕਰਦਾ, ਮੈਡਮ ਇਹ ਘਰੇ ਪੁੱਠਾ ਬੋਲਦਾ, ਇਹ ਸਾਡੀ ਗੱਲ ਨਹੀਂ ਮੰਨਦਾ, ਇਹਨੂੰ ਖਿੱਚ ਕੇ ਰੱਖਿਆ ਕਰੋ। ਮੈਡਮ ਨੇ ਤਾਂ ਤੇ ਬਾਕੀ 19, 18 ਜਾਂ 17 ਘੰਟੇ ਤੁਹਾਡਾ ਇੱਕ ਜਾਂ ਦੋ ਬੱਚੇ ਆ ਉਹ ਤੁਹਾਡੇ ਕੋਲੇ ਰਹਿਣੇ ਆ। ਜੇ ਬੱਚਿਆਂ ਨੇ ਕੀ ਬੋਲਣਾ ਹੈ, ਕਿਵੇਂ ਬੋਲਣਾ ਹੈ, ਕੰਮ ਕਰਨਾ ਕਿ ਨਹੀਂ ਕਰਨਾ, ਕਿਹੜੇ ਢੰਗ ਤਰੀਕੇ ਨਾਲ ਕਰਨਾ, ਜੇ 18 ਘੰਟਿਆਂ ਦੇ ਵਿੱਚ ਮਾਂ ਤੋਂ ਜਾਂ ਪਰਿਵਾਰ ਦੇ ਬਾਕੀ ਜੀਆਂ ਤੋਂ ਨਹੀਂ ਸਿਖਾ ਹੁੰਦਾ ਤੇ ਅਸੀਂ ਉਹ ਡਿਊਟੀ ਇੱਕ ਮੈਡਮ ਦੀ ਲਾਉਂਦੇ ਆ ਜਾਂ ਸਰ ਦੀ ਲਾਉਂਦੇ ਆ, ਫਿਰ ਔਖਾ। ਰੌਲਾ ਇਹ ਆ ਕਿ ਨਿਆਣੇ ਨੇ ਉਹ ਸਿੱਖਣਾ ਹੈ ਜੋ ਕੁਝ ਘਰ 'ਚ ਹੁੰਦਾ ਹੈ, ਨਿਆਣੇ ਨੇ ਉਹ ਕੁਝ ਕਰਨਾ ਹੈ ਜੋ ਕੁਝ ਘਰ ਦੇ ਵਿੱਚ ਹੁੰਦਾ ਜਾਂ ਆਂਢ ਗੁਆਂਢ ਦੇ ਵਿੱਚ ਹੁੰਦਾ। ਇਸ ਕਰਕੇ ਡਿਊਟੀ ਪਹਿਲੀ ਸਾਡੀ ਹੈ। ਉੱਥੇ ਤਾਂ 4-5 ਘੰਟੇ ਦੇ ਵਿੱਚ ਉਹਦੇ ਹਿੱਸੇ 20 ਮਿੰਟ ਆਉਣੇ ਆ। ਜੋ ਕੁਝ ਬਾਕੀ ਬੱਚਿਆਂ ਨੂੰ ਮੈਡਮ ਨੇ ਦੱਸ ਦਿੱਤਾ ਉਹਨੇ ਉਹ ਸਿੱਖ ਲੈਣਾ, ਬਾਕੀ ਤਾਂ ਸਾਡੀਆਂ ਆਪਣੀਆਂ ਡਿਊਟੀਆਂ ਨੇ। ਲੀਡਰ ਕੀ ਕਰਦੇ ਆ? ਖਿੱਚ ਕੇ ਰੱਖੋ, ਕੱਸ ਕੇ ਰੱਖੋ, ਸਵਾਲ ਪੁੱਛੋ, ਪਰ ਆਪਣੀ ਪੀੜ੍ਹੀ ਤੇ ਆਪਣਾ ਸੋਟਾ ਤੇ ਉਹ ਸੋਟਾ ਬਾਰ-ਬਾਰ ਫੇਰਨਾ ਜ਼ਰੂਰੀ ਹੈ ਜੇ ਆਪਾਂ ਪੰਜਾਬ ਨੂੰ ਤੰਦਰੁਸਤ ਬਣਾਉਣਾ ਹੈ, ਜੇ ਆਪਾਂ ਖਿੜੇ ਮੱਥੇ ਇੱਕ ਦੂਜੇ ਨੂੰ ਮਿਲਣਾ, ਤੇ ਜੇ ਪੰਜਾਬ ਤੇ ਮਾਣ ਕਰਨਾ। ਤਾਂ ਆਹ ਜਿਹੜੇ ਉਹੀ ਫੁੱਲੀਆਂ ਪਾਉਂਦੇ ਫਿਰਦੇ ਆ, ਪੰਪ ਮਾਰਦੇ ਫਿਰਦੇ ਆ, ਛਕਾਉਂਦੇ ਫਿਰਦੇ ਆ, ਬੋਲੇ ਉਹ ਪੰਜਾਬੀ, ਉਹ ਤੁਹਾਡੇ ਵਰਗਾ ਕੋਈ ਵੀ ਨਹੀਂ ਨਾ। ਇੱਕ ਡੌਲਾ ਮਿਹਨਤ ਨਾਲ ਬਣਿਆ ਹੁੰਦਾ, ਚਾਹੇ ਉਹ ਥੋੜ੍ਹਾ ਜਿਹਾ ਛੋਟਾ ਹੋਵੇ, ਉਹ 'ਚ ਜਾਨ ਹੁੰਦੀ ਹੈ। ਇੱਕ ਜਿਹੜਾ ਉਹ ਪਾਊਡਰ ਜਿਹਾ ਖਾ ਕੇ ਬਣਿਆ ਹੋਵੇ, ਭਾਵੇਂ ਐਡਾ ਫੁੱਲਿਆ ਹੋਵੇ, 15 ਕੁ ਸਾਲਾਂ ਬਾਅਦ ਐਂ ਹੁੰਦਾ, ਮੁੜ ਕੇ ਪਤਾ ਨਹੀਂ ਲੱਗਦਾ ਹੁੰਦਾ ਕਿ ਭਾਈ ਇਹ ਉਂਗਲੀ ਆ ਕਿ ਡੌਲਾ। ਅਸੀਂ ਡੌਲਾ ਉਹ ਬਣਾਉਣਾ, ਭਾਵੇਂ ਛੋਟਾ ਹੋਵੇ, ਪਰ ਉਹ 'ਚ ਜਾਨ ਹੋਵੇ। ਬੇਨਤੀ ਕਰਦੇ ਕਿ ਅੱਜ ਦੀਆਂ ਸਾਡੀਆਂ ਗੱਲਾਂ ਬਾਤਾਂ ਦਾ ਮਕਸਦ ਇਹ ਹੈ ਕਿ ਆਪਾਂ ਜੀਵਨ ਚਾਹੇ ਸਾਦਾ ਜੀ ਲਈਏ, ਆਪਾਂ ਇਹ ਜ਼ਰੂਰ ਦੇਖੀਏ ਕਿ ਵੀ ਇਹ ਕਿਹੜੇ ਐਸੇ ਮੌਕੇ ਨੇ ਜਿਹੜੇ ਸਾਡੇ ਆਸ-ਪਾਸ ਨੇ, ਜਿਨ੍ਹਾਂ ਮੌਕਿਆਂ ਨੂੰ ਅਸੀਂ ਛੱਡ ਰਹੇ ਹਾਂ। ਕੀ ਸਾਡੇ 'ਚੋਂ ਕੋਈ ਕਮੀਆਂ ਕਮਜ਼ੋਰੀਆਂ ਤਾਂ ਨਹੀਂ ਹੈਗੀਆਂ ਜਿਨ੍ਹਾਂ ਦਾ ਕਰਕੇ ਸਾਡੇ ਤੋਂ ਇੱਕ ਪੀੜ੍ਹੀ ਪਿਛਲੀ ਜਿਹੜੀ ਆ ਜਾਂ ਹੁਣ ਵਾਲੀ ਜਿਹੜੀ ਪੀੜ੍ਹੀ ਆ ਉਹ ਕੁਝ ਇਹੋ ਜਿਹੀਆਂ ਮੁਸ਼ਕਲਾਂ ਭੁਗਤ ਰਹੀ ਹੈ ਜਿਨ੍ਹਾਂ ਦਾ ਹੱਲ ਬੜਾ ਸੌਖਾ ਸੁਖਾਲਾ ਕੱਢਿਆ ਜਾ ਸਕਦਾ। ਸਭ ਤੋਂ ਵੱਡੀ ਗੱਲ ਉਹ ਬੰਦੇ ਦੀ ਪਛਾਣ ਕਰਕੇ ਰੱਖੀਏ ਜਿਹੜਾ ਬੰਦਾ ਸਾਨੂੰ ਇਹ ਪੰਪ ਦੇ ਰਿਹਾ ਵੀ ਤੁਸੀਂ ਇੱਦਾਂ ਹੀ ਆ, ਤੁਸੀਂ ਬਸ ਛਾ ਜਾਓ, ਤੁਸੀਂ ਚੱਕ ਦਿਓ। ਉਹਨਾਂ ਗੱਲਾਂ ਤੋਂ ਜੇ ਆਪਾਂ ਬਚ ਕੇ ਆਮ ਸਧਾਰਨ ਆਪਣੀ ਸਮਝ ਮੁਤਾਬਕ ਆਪਣੇ ਜੀਵਨ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਬਹੁਤੀ ਲੀਡਰਾਂ ਤੱਕ ਆਪਾਂ ਨੂੰ ਲੋੜ ਵੀ ਨਹੀਂ ਰਹਿ ਜਾਣੀ, ਕਿਉਂਕਿ ਜਿਹੜੇ ਲਾਰੇ ਆਪਾਂ ਨੂੰ ਉਹ ਲਾਉਂਦੇ ਨੇ, ਜਦੋਂ ਉਹ ਆਪਾਂ ਨੇ ਆਪਣੀ ਜ਼ਰੂਰਤ ਨਾ ਰਹੀ ਤੇ ਬਹੁਤ ਸਾਰੀਆਂ ਸਮੱਸਿਆਵਾਂ ਆਪਣੀਆਂ ਆਪਸ 'ਚ ਵੈਸੇ ਹੀ ਹੱਲ ਹੋ ਜਾਣੀਆਂ। WhatsApp ਵੇਲਾ ਮੁੱਕ ਗਿਆ, ਕੋਈ ਜਾਂਦੇ ਜਾਂਦੇ ਇੱਕ ਲੈਣ। ਬਸ ਜੀ, ਮੈਂ ਇਹੀ ਕਹਿਣਾ ਸੀ ਕਿ ਜੇ ਕੋਈ ਕਿਸੇ ਨੂੰ ਤੱਤੀ ਠੰਡੀ ਲੱਗੀ ਹੋਵੇ ਤਾਂ ਬਖਸ਼ ਦਿਓ ਭਾਈ, ਮਾਫੀਆਂ ਨੇ। ਪਰ ਜੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਨੂੰ ਬਚਾਉਣ ਦੇ ਲਈ ਆਮ ਲੋਕਾਂ ਦੇ ਕਰਨ ਵਾਲਾ ਕੋਈ ਢੰਗ ਤਰੀਕਾ ਹੋਰ ਵੀ ਹੈਗਾ, ਕਿਉਂਕਿ ਅਸੀਂ ਤਾਂ ਮਾੜੀ ਜੀ ਪੂਣੀ ਕੱਤੀ ਹੈ, ਤਾਂ ਤੁਸੀਂ ਆਪਦੀਆਂ ਟਿੱਪਣੀਆਂ ਜ਼ਰੂਰ ਲਿਖ ਦਿਓ। ਮਕਸਦ ਇੱਕੋ ਇੱਕ ਇਹੀ ਹੈ ਕਿ ਆਪਾਂ ਜਿੰਨਾ ਕੁ ਯੋਗਦਾਨ ਸਾਰੇ ਪਾ ਸਕੀਏ, ਪੰਜਾਬ ਨੂੰ ਵਧੀਆ ਬਣਾਉਣ ਲਈ ਪਾਈਏ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਬਹੁਤ ਧੰਨਵਾਦ ਜੀ ਬਾਠ ਸਾਹਿਬ, ਤੇ ਆਸ ਕਰਦੇ ਹਾਂ ਕਿ ਇਹਨਾਂ ਗੱਲਾਂ ਵੱਲ ਆਪਾਂ ਜ਼ਰੂਰ ਧਿਆਨ ਦਿਆਂਗੇ ਕਿ ਪੰਜਾਬੀਆਂ ਦੇ ਖਾਸੇ ਜਿਹੜੇ ਹੋਰ ਬਹੁਤ ਨੇ ਉਹਨਾਂ ਵਾਲੇ ਪਾਸੇ ਵੀ ਆਪਾਂ ਧਿਆਨ ਦੇਵਾਂਗੇ। ਸਿਰਫ ਤੇ ਸਿਰਫ ਇੱਕੋ ਲੜਾਉਣ ਵਾਲਾ ਕੁੱਕੜ ਕੋ ਪੰਜਾਬੀਆਂ ਨੂੰ ਜੇ ਬਣਾ ਰਿਹਾ ਤੇ ਉਹਦੇ ਤੋਂ ਆਪਾਂ ਬਚੀਏ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।